मसरूरा जेड़ा है वो बुजुर्ग है यानी कि बुढ़ा है, लेकिन एक अद्धा कोई फूका तो चाह ही सकता है। पहले मैं करता है कापी करके उत्ते कर दे पेस्ट। ਉਹ ਸਟਿੱਕਾਂ ਨਾਲ ਚੁੱਕਦੇ ਨੇ ਤੇ ਕਿ ਸਟਿੱਕਾਂ ਚੁੱਕੀਆਂ ਨੇ ਇਸ ਨਾਲ ਗ੍ਰੈਬ ਕਰਦੇ ਨੇ ਉਹ ਰਬਿਸ਼ ਗ੍ਰੈਬਰ ਜਿਹੜੇ ਨੇ। ਇਹ ਕਿਹੜੀਆਂ ਸਟਿੱਕਾਂ ਨੇ? ਮੈਨੂੰ ਇੰਜ ਲੱਗੇ ਨੇ ਉਹ ਚਿਮਟੇ ਨੇ ਨਾ, ਚਿਮਟੇ ਨਾਲ ਚੁੱਕਣਗੇ ਨਾ ਬੀਅਰ ਦੇ। ਉਹ ਆਪਣਾ ਮੁਰਤਜ਼ਾ ਭਾਈ ਇਹ ਕਿਹੜੀ ਕੋਈ 100 ਕਿਲੋ ਦੀ ਹੈ, ਇਸ ਦਾ 100 ਗ੍ਰਾਮ ਹੀ ਨਹੀਂ ਵਜ਼ਨ ਹੈ। ਇਹਰਾ ਇੱਕ ਪਾਸੇ ਹੀ ਠਿਲ ਪੈਣਾ ਹੈ ਆਪਣਾ ਕਹਿੰਦਾ ਇਮਰਾਨ ਮਲਿਕ, ਉਸ ਪਾਸੇ ਛੋੜੋ ਸਿਰ। ਇਹ ਬੀਅਰ ਨੇ ਕੈਨ ਇਹਨਾਂ ਸਟਿੱਕਾਂ ਨਾਲ ਚੁੱਕ ਸਣੇ, ਉਹ ਚਿਮਟੇ ਟਾਈਪ ਚੀਜ਼ਾਂ ਨੇ ਆਮਰ ਨਜ਼ੀਰ ਭਾਈ, ਇਹਨਾਂ ਨਾਲ ਕੂੜਾ ਚੁੱਕਣਾ। ਗਲਤ ਤਸਵੀਰ ਲੱਗ ਗਈ ਨਾ, ਮਾਜ਼ਰਤ ਇਹ ਗਲਤ ਤਸਵੀਰ ਲੱਗ ਗਈ ਸੀ। जोसेफ दी अपनी लग गई थी। नहीं मेरी नहीं है, मेरी नहीं है, मेरी नहीं जे। ਇਹ ਬੜਾ ਮਸ਼ਹੂਰ ਬੰਦਾ ਹੈ ਇਸ ਵਕਤ ਟਿਕਟੌਕ ਤੇ ਜਮਾਤ ਦਾ, ਮਤਲਬ ਮੈਂ ਦੀ ਤਸਵੀਰ ਦੱਸ ਦਿੰਦਾ। ਮਸਰੂਰ ਸਾਹਿਬ ਜੀ ਲੰਡਨ ਵਾਲੇ ਬੜੀ ਪੁਰਾਣੀ ਪੱਟੀ ਸਾਹਿਬ, ਬੜੀ ਪੁਰਾਣੀ ਫੋਟੋ ਕੱਢੀ ਨੇ, ਇਹ ਜਿਹੜੇ ਨਵੀਂ ਨਿਕਲੀ ਸੀ। ਆਮਰ ਭਾਈ ਦੇਖੀ ਨਹੀਂ ਤੁਸੀਂ, ਨਜ਼ਰ ਪਾਈ ਹੈ? ਇਹ ਜਿਹੜਾ ਅੱਜ ਕੱਲ ਨਾਦਰ ਨਾਲ ਬਹਿ ਕੇ ਨਹੀਂ ਤਬਲੀਗ ਕਰ ਰਿਹਾ ਹੁੰਦਾ, ਤਲਤ ਮਲਕ ਨਹੀਂ, ਤਲਤ ਦੂਆ ਜਿਹੜਾ ਮਸਰੂਰ, ਇਹ ਮਸਰੂਰ ਹੈ। अच्छा जी, ए मेरी भी जरा वड्डी करे हो फोटो जरा, मैं भी तो नभाना ना। ए पढ़ लो जी, मिर्ज़ा साहब ने दोबारे जिस कौम का सवेरे फजला उठाया जाएगा उस कौम के बारे मिर्ज़ा साहब ने क्या ज़ाहिर ख्याल फरमाया? फजला होर ईसाई है बने। ਤੁਸੀਂ ਗੁੱਸਾ ਨਹੀਂ ਕਰਨਾ ਜੋਸਫ ਸਾਹਿਬ, ਤੁਸੀਂ ਗੁੱਸਾ ਨਹੀਂ ਕਰਨਾ। ਇਹ ਨੇ ਉਹ ਮਿਰਜ਼ਾਈ ਜਿਹੜਾ ਸਵੇਰੇ ਨਾ ਮੈਨੂੰ ਇੱਕ ਵੀਡੀਓ ਲੱਭੀ ਤੇ ਉਹ ਕਿਰੇ ਰਾਜਾ ਤਾਲ ਮਨਾਨ ਰਾਤੀ ਨਾ ਕਮੈਂਟ ਪਿਆ ਕਰਦਾ ਸੀ ਉਸ ਗੁਫ਼ਤਗੂ ਦੇ ਉੱਤੇ ਜਿਹੜੀ ਰਾਤੀ ਆਪਣੀ ਤੁਹਾਡੀ ਬਰਾਡ ਦੇ ਉੱਤੇ ਹੁੰਦੀ ਰਹੀ ਹੈ ਨਾ, ਤੇ ਉਹਨੇ ਮਿਰਜ਼ਾਈਆਂ ਨੂੰ ਜ਼ਾਹਿਰ ਰਾਤ ਸੌਣ ਨਹੀਂ ਦਿੱਤਾ। ਤੇ ਮੈਂ ਸਵੇਰ ਉੱਠਿਆ ਕਿਰੇ 1:30-2 ਵਜੇ ਰਾਤੀ ਯੂਰਪੀਅਨ ਵਕਤ ਦੇ ਮੁਤਾਬਕ ਲੱਗੇ ਸੀ, ਤੇ ਕਹਿੰਦੇ ਨੇ ਕਿ ਉਹ ਮਿਰਜ਼ਾ ਸਾਹਿਬ ਦਾ ਕਸਰੇ ਸਲੀਬ ਦਾ ਸਿਰਫ ਦਾਵਾ ਹੈ, ਇਹ ਥੋੜ੍ਹਾ ਹੀ ਹੈ ਬਈ ਅਸੀਂ ਕ੍ਰਿਸ਼ਨਾ ਕੋਲੋਂ ਨਫ਼ਰਤ ਕਰਨੀ ਸ਼ੁਰੂ ਕਰ ਦਈਏ। ਉਹ ਫਿਰ ਮੈਂ ਕੋਈ 10-12 ਵਾਲੇ ਪੜ੍ਹ ਕੇ ਸੁਣਾਏ, ਉਹਨਾਂ 'ਚ ਇੱਕ ਇਹ ਵੀ ਵਾਲਾ ਸੀ ਕਿ ਇਹ ਜਿਹੜੀ ਕੌਮ ਹੈ, ਈਸਾਈ ਕੌਮ ਹੈ, ਫਿਤਨਾ ਹੈ, ਪਤਾ ਨਹੀਂ ਕੀ ਗਾਲਾਂ ਕੱਢੀਆਂ ਨੇ, ਫੁਜ਼ਲਾ ਖੋਰ ਹੋ ਗਏ ਤੇ ਬੜੀਆਂ ਗੰਦੀਆਂ ਗਾਲਾਂ ਕੱਢੀਆਂ ਨੇ। ਤੇ ਮੈਂ ਕਿਹਾ ਵੀ ਇਹ ਉਹ ਕ੍ਰਿਸਚਨ ਨੇ ਜਿਨ੍ਹਾਂ ਨਾਲ ਤੁਸੀਂ ਕਹਿੰਦੇ ਹੋ ਕਿ ਸਿਰਫ ਸਾਡਾ ਅਕੀਦਾ ਕਸਰੇ ਸਲੀਬ ਦਾ ਇਹ ਤਾਂ ਨਹੀਂ ਕਿ ਅਸੀਂ ਉਹਨਾਂ ਤੋਂ ਕੋਈ ਨਫ਼ਰਤ ਕਰਨੇ ਆ। ਤੇ ਨਫ਼ਰਤ ਦਾ ਦਰਸ ਤੇ ਤੁਹਾਡਾ ਕਾਬਰ ਦੇ ਕੇ ਤੁਹਾਨੂੰ ਨਫ਼ਰਤ ਦਾ ਤੇ ਉਹਨੇ ਬਾਜ਼ਾਰ ਇੰਨਾ ਗਰਮ ਕੀਤਾ ਸੀ ਕਿ ਜੋ ਗੰਦੀਆਂ ਗਾਲਾਂ ਮਸੀਹੀ ਬਰਾਦਰੀ ਨੂੰ ਨੇ ਕੱਢੀਆਂ ਨੇ ਆਪਣੀਆਂ ਕਿਤਾਬਾਂ 'ਚ, ਦਿਸ ਇਜ਼ ਵਨ ਆਫ them। ਇਹ ਉਹਨਾਂ 'ਚ ਇੱਕ ਐਗਜ਼ਾਮਪਲ ਹੈ। ਤੇ ਇਹਨਾਂ ਦਾ ਜਿਨ੍ਹਾਂ ਨੂੰ ਫੁਜ਼ਲਾ ਖਵਾਰ ਕ੍ਰਿਸਚਨ ਜਾਂ ਈਸਾਈ ਕਹਿੰਦੇ ਸੀ, ਇਹ ਉਹਨਾਂ ਦਾ ਅਸੀਂ ਸਵੇਰੇ ਵਕਾਰੇ ਅਮਲ ਕਰਨਾ ਹੈ ਜੀ ਮਿਰਜ਼ਾਈਆਂ ਨੇ ਇਸ ਕੌਮ ਦਾ। ਇਹ ਬਸ ਬਹਾਨਾ ਸੀ, ਦੇਖੋ ਨਾ ਜੋੜ ਨਾਲ ਜੋੜ। ਮੈਂ ਵੇਖੋ ਆਮਿਰ ਭਾਈ, ਸਾਨੂੰ ਲੋਕਾਂ ਨੂੰ ਮਤਲਬ ਹੈ ਕਿੱਡੀ ਕੋਈ ਅੱਛਾ ਇਹਦੀ ਮਿਰਜ਼ੇ ਕਾਦੀਆਨੀ ਦੀ ਤੁਸੀਂ ਕਿਤਾਬਾਂ ਸਾਰੀਆਂ ਪੜ੍ਹੋ ਨਾ, ਇਹਦੀ ਕਿਤਾਬਾਂ ਦੇ ਵਿੱਚ ਟੱਟੀ ਮੂਤਰ ਤੋਂ ਇਲਾਵਾ ਕੁਝ ਲੱਭਦਾ ਵੀ ਕੋਈ ਨਹੀਂ ਜੇ। ਕੋਈ ਹਵਾਲਾ ਕੱਢ ਕੇ ਇਹਨਾਂ ਨੂੰ ਦਿਓ ਨਾ ਮਿਰਜ਼ਈਆਂ ਨੂੰ, ਤੇ ਉਹ ਕਹਿਣਗੇ ਇਹ ਫਲਾਣੇ ਦੀ ਕਿਤਾਬ ਤੋਂ ਮਿਰਜ਼ੇ ਕਾਦੀਆਨੀ ਨੇ ਲਿਆ। ਮਿਸਾਲ ਦੇ ਤੌਰ ਤੇ ਮਿਰਜ਼ੇ ਨੇ ਕੋਈ ਵੀ ਗੱਲ ਲਿਖੀ ਹੋਏਗੀ ਨਾ ਆਪਣੇ ਬਾਰੇ ਵੀ, ਤੇ ਮਿਰਜ਼ਾ ਦਾ ਜਿਹੜਾ ਮਿਰਜ਼ੇ ਕਾਦੀਆਨੀ ਦਾ ਤਰੀਕਾ ਹੈ ਵਾਰਦਾ, ਤੇ ਉਹ ਕੀ ਹੈ कि हाँ मैं चोर हूँ और ये बात दुरुस्त है कि मैं चोर हूँ, मैं मानता भी हूँ मैं चोर हूँ, लेकिन ये बात फलाने मौलवी ने अपनी किताब के अंदर लिखी, कहता वो सच है, लेकिन हमने उसकी किताब का इक़्तिबास उठा के यहाँ पे नकल किया है। ये हम नहीं कह रहे, ये वो फलाना मौलवी अपनी किताब के अंदर लिखता है कि मिर्ज़ा गुलाम अहमद कादियानी चोर है, वो कहता दुरुस्त है, लेकिन ये उसकी किताब का हवाला है। तो मतलब ਇਹੋ जी गोलमोल गल ਹੁੰਦੀ है। ਸਾਰੀਆਂ ਗੱਲਾਂ ਵੇਖੋ ਕਹਿਣਗੇ ਕਿ ਜਨਾਬ ਫਲਾਣੇ ਦੀ ਕਿਤਾਬ ਤੋਂ ਲਈ, ਟਮਕਾਣੇ ਦੀ ਕਿਤਾਬ ਤੋਂ, ਤੇ ਆਪਣੇ ਜਿਹੜੇ ਅਲਫਾਜ਼ ਰਹਿ ਜਾਂਦੇ ਨੇ ਕੋਈ ਬਚੇ ਕੁਚੇ, ਕੋ ਮੇਰੇ ਹਾਲੇ ਕੋਈ ਪਾਈਆ 1.5 ਪਾਈਆ, ਉਹ ਮਿਰਜ਼ੇ ਕਾਦੀਆਨੀ ਦੇ ਟੱਟੀ ਮੂਤਰ ਦੇ ਉੱਤੇ ਮੁੱਕਦੇ ਜੇ। ਹੋਰ ਕੋਈ ਗੱਲ ਨਹੀਂ ਮਿਰਜ਼ੇ ਕਾਦੀਆਨੀ ਦੇ ਕੋਲ, ਹਰ ਜਗ੍ਹਾ ਟੱਟੀ ਮੂਤਰ। ਇਹ ਗਲਤ ਲਿਖਿਆ ਸਾਰਾ ਨਾਮ
ਇਹਦਾ ਫਾਇਦਾ ਕੋਈ ਨਹੀਂ, ਪੜ੍ਹਨ ਨਹੀਂ ਹੁੰਦਾ, 13 ਘੰਟੇ ਬਾਕੀ ਹੈ। ਹੁਣ ਠੀਕ ਹੈ, ਲੇਕਿਨ ਇਹ ਵੀ ਰੋਮਨ ਉਰਦੂ ਚ ਲਿਖਿਆ, ਉਰਦੂ ਚ ਲਿਖਣਾ ਚਾਹੀਦਾ ਜਿਹੜਾ ਸਭ ਨੂੰ ਸਮਝ ਆਵੇ। ਵਕਾਰ ਮੁਲਕ 13 ਘੰਟੇ ਬਾਕੀ। मैं मेरे पहना को दूसरा सादे मोहतरम कौन है भी कीबोर्ड। उर्दू वाला कीबोर्ड होना चाहिए ना। अच्छा चलो कोई नहीं गल, मैं तो थले लिखिया सी, मैं क्या ਉਹਨੂੰ ਕਾਪੀ ਕਰ ਲਾ। मैं पहना कि ਵੇਖੋ ਰੱਬ ਦੀ ਗਜ਼ਬ ਦੀ ਨਿਸ਼ਾਨੀ, ਰੱਬ ਦੇ ਕਹਿਰ ਦੀ ਨਿਸ਼ਾਨੀ ਕਿ ਜਿਸ ਕੌਮ ਨੂੰ ਇੰਨਾ ਬੁਰਾ ਭਲਾ ਕਹਿ ਕੇ ਆਪਣੀਆਂ ਕਿਤਾਬਾਂ ਦੇ ਵਿੱਚ ਕਦੇ ਪਾਦਰੀਆਂ ਨੂੰ ਦਜਾਲ ਕਿਹਾ ਜਾ ਰਿਹਾ ਹੈ, ਕਦੇ ਜਨਾਬ ਇਹਨਾਂ ਨੂੰ ਫਜ਼ਲਾ ਖ਼ੁਆਰ ਕਿਹਾ ਜਾ ਰਿਹਾ ਹੈ, ਕਦੇ ਇਹਨਾਂ ਨੂੰ ਫਿਤਨਾ ਔਰ ਫਸਾਦ ਕਿਹਾ ਜਾ ਰਿਹਾ ਹੈ, ਕਦੇ ਇਹਨਾਂ ਨੂੰ ਸਭ ਤੋਂ ਵੱਡੀ ਦੁਨੀਆ ਦੀ ਝੂਠੀ ਕੌਮ ਤੇ ਬੁਰੀ ਕੌਮ ਕਿਹਾ ਜਾ ਰਿਹਾ ਹੈ। ਕਿ ਰੱਬ ਨੇ ਕੈਸੀ ਮਾਰ ਦਿੱਤੀ ਇਸ ਕੌਮ ਨੂੰ, ਕੈਸੀ ਸਜ਼ਾ ਹੈ ਕਿ ਉਸੇ ਹੀ ਕੌਮ ਦਾ ਆ ਕੇ ਫਜ਼ਲਾ ਚੁੱਕਣ ਦਾ ਰੱਬ ਨੇ ਪ੍ਰੋਗਰਾਮ ਬਣਾ ਦਿੱਤਾ ਕਿ ਚਲੋ ਜਾ ਕੇ ਉਹਨਾਂ ਦਾ ਫਜ਼ਲਾ ਚੁੱਕੋ। कैसी मार है रब ने, ये भी रब लोगों को नजर ही नहीं आता पिया। और वो बड़े फखर नाल, वो मलक साहब आए सी ते मैं थोड़ा मार्केट च बिजी हो गया सी, तलत मलक साहब भी बड़े फखर नाल कह रहे सी कि ये कोई माड़ी गल नहीं। मैं क्या मैं नहीं मनना, तुहाडे वास्ते माड़ी नहीं, क्योंकि तुसीं ते इहनूं चंगा ही समझ के करदे हो ना। तो मेरा एक यार आंदा हुंदा सी जिहदे सिरे बज्जे होण ओहनूं ते नहीं ना पता लगदा आले दुआले की पिया हुंदा है। दुनिया ते हसदी भी तुहाडे ते, ਤੁਹਾਡੀ ਇਹ ਹਰਕਤ ਤੇ ਦੁਨੀਆ ਤੇ ਹੱਸ ਰਹੀ ਹੈ, ਤੁਸੀਂ ਇਹਨੂੰ ਵਕਾਰੇ ਅਮਲ ਸਮਝਦੇ ਹੋ। ਜੀ ਅਬੂ ਮੰਸੂਰ ਸਾਹਿਬ ਕੌਣ ਸਾਹਿਬ ਨੇ? ਅਬੂ ਮੰਸੂਰ ਸਾਹਿਬ ਬੋਲੋਗੇ? मुसलमान भाई ने म्यूट ला लिया। ਚਲੋ ਜੇ ਮੁਸਲਮਾਨ ਭਾਈ ਨੇ ਮਿਊਟ ਲਾ ਲੈਣਾ ਤੇ ਫਿਰ ਉਹਨਾਂ ਨੂੰ ਡਿਸਕਨੈਕਟ ਕਰਕੇ ਬਲਾਲ ਭਾਈ ਨਾਲ ਕੋਈ ਗੱਲ ਕਰਨੀ ਉਹਨਾਂ ਲੈ ਲਾ। जी अस्सलामुअलैकुम। वालेकुम अस्सलाम वरहमतुल्लाहि वबरकातुहू। अच्छा मैं क्या कुरान पाक की आयत भी है ना, ਤੁਹਾਡੀ ਗੱਲ ਤੋਂ ਮੈਨੂੰ ਯਾਦ ਆਇਆ ਵੀ ਜਿਹੜੇ ਲੋਕ ਜਿਹੜੇ ਰਸਤੇ ਤੇ ਚੱਲਦੇ ਨੇ ਔਰ ਉਹਦੇ ਤੇ ਕੰਟੀਨਿਊ ਰਹਿੰਦੇ ਨੇ, ਅੱਲਾਹ ਤਾਲਾ ਉਹਨਾਂ ਦੇ ਹਾਲ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਨਜ਼ਰਾਂ ਵਿੱਚ ਸਵਾਰ ਦਿੰਦਾ ਹੈ ਔਰ ਉਹੀ ਸਮਝਦੇ ਨੇ ਕਿ ਇਹੀ ਰਸਤਾ ਹੱਕ ਦਾ ਹੈ। ਯਾਨੀ ਜਿਨ੍ਹਾਂ ਲੋਕਾਂ ਦੇ ਦਿਲਾਂ ਦੇ ਉੱਤੇ ਇਹਨਾਂ ਦਾ ਵੀ ਇਹੀ ਹਾਲ ਹੈ ਕਿ ਇਹਨਾਂ ਦੀ ਨਜ਼ਰ ਦੇ ਵਿੱਚ ਇਹਨਾਂ ਦਾ ਇਹ ਅਮਲ ਜਿਹੜਾ ਹੈ ਅੱਲਾਹ ਤਾਲਾ ਨੇ ਸਵਾਰ ਦਿੱਤਾ ਹੈ, ਕਿਉਂਕਿ ਇਹਨੂੰ ਇਬਾਦਤ ਸਮਝ ਕੇ ਕਰਦੇ ਨੇ ਔਰ ਇਹਦੇ ਨਾਲ ਗਲਤ ਚੀਜ਼ਾਂ ਜੋੜ ਲਿੱਤੀਆਂ ਨੇ। ਇਹੋ ਜਿਹੜਾ ਅਮਲ ਹੈ ਯਾਨੀ ਕਿਸੇ ਇਨਸਾਨ ਦਾ ਸ਼ਰਾਬ ਦੀਆਂ ਬੋਤਲਾਂ ਚੁੱਕਣਾ, ਬੀਅਰ ਦੇ ਕੈਨ ਚੁੱਕਣਾ ਜਾਂ ਗੰਦ ਹੈ ਦੂਸਰਾ ਉਹ ਚੁੱਕਣਾ, ਹਾਲਾਂਕਿ ਇਹ ਚੀਜ਼ ਨੂੰ ਤੇ ਇਹਦੀ ਮਜ਼ੰਮਤ ਕਰਨ ਦੀ ਜ਼ਰੂਰਤ ਹੈ, ਲੇਕਿਨ ਇਹ ਲੋਕ ਇਹ ਕਰਕੇ ਤੇ ਉਹ ਆਪਣੇ ਇਸ ਅਮਲ ਨੂੰ ਸਮਝਦੇ ਨੇ ਕਿ ਇਹ ਅਸੀਂ ਕੋਈ ਬੜਾ ਅੱਛਾ ਤੇ ਬੜਾ ਨੇਕੀ ਵਾਲਾ ਕੰਮ ਕਰ ਰਹੇ। ਤੇ ਕੁਰਾਨ ਦੀ ਆਇਤ ਜਿਹੜੀ ਹੈ ਇਹਨਾਂ ਦੇ ਬੜੀ ਫਿੱਟ ਹੁੰਦੀ ਹੈ ਇਸ ਹਵਾਲੇ ਦੇ ਨਾਲ। ومن يشاقق الرسول من بعد ما تبين له الهدى ويتبع غير سبيل المؤمنين نوله ما تولى ونصله جهنم وساءت مصيرا۔ ਇਸ महबूब रसूल दे आमिर आने भाई के बाद कल एक मिर्जाई पागल होया है, उसनु पट्टा डालो। कौन है ओ जहीर कपड़े वाला। अच्छा ਕੱਪੜੇ ਵਾਲਾ ਨਹੀਂ, ਲਿਬਾਸ ਵਾਲਾ, ਲਿਬਾਸ ਵਾਲਾ। ਓਏ ਚੁੱਪ ਕਰ ਜਾ ਜ਼ਹੀਰ, ਚੁੱਪ ਕਰ ਜਾ। ਤੁਹਾਡੇ 12-13 ਘੰਟੇ ਰਹਿ ਗਏ ਨੇ, ਤੁਸੀਂ ਉਸ ਕੌਮ ਦਾ ਫੁਜ਼ਲਾ ਉਠਾਣਾ ਹੈ ਜਿਸ ਕੌਮ ਨੂੰ ਤੁਹਾਡਾ ਬਾਨੀ ਕਹਿ ਕੇ ਗਿਆ ਕਿ ਫੁਜ਼ਲਾ ਖੋਰ ਨੇ, ਫੁਜ਼ਲਾ ਖੁਆਰ ਨੇ। ਡੁੱਬ ਕੇ ਮਾਰ ਜਾਓ। ਦੇਖੋ ਰੱਬ ਨੇ ਤੁਹਾਡੇ ਤੇ ਕੈਸਾ ਗਜ਼ਬ ਨਾਜ਼ਿਲ ਕੀਤਾ, ਰੱਬ ਦਾ ਕੈਸਾ ਕਹਿਰ ਹੈ ਤੁਹਾਡੇ ਤੇ, ਕੈਸਾ ਅਜ਼ਾਬ ਤੁਹਾਡੇ ਉੱਤੇ ਨਾਜ਼ਿਲ ਹੋਇਆ। ਆਈਏ ਵੀ ਤੁਸੀਂ ਇਹਨੂੰ ਝੂਠਾ ਨਾ ਮੰਨੋ। ਆਈਏ ਆਉਣ ਵਾਲੇ ਦਿਨਾਂ 'ਚ ਨਾ ਹਰੇ ਤੁਹਾਡੇ ਨਾਲ ਕੀ ਹੋਣਾ ਹੈ ਜੇ ਤੁਸੀਂ ਇਹ ਆਪਣੀ ਜ਼ਿੱਦ ਜਾਰੀ ਰੱਖੀ ਇਸ ਝੂਠੇ ਮੁਦਈਏ ਨਬੂਵਤ ਨੂੰ,
ਤੁਸਾਂ ਸੱਚਾ ਬਣਾ ਕੇ ਪੇਸ਼ ਕਰਨ ਦੀ ਜ਼ਿੱਦ ਜਾਰੀ ਰੱਖੀ ਤੇ ਲੈ ਸਲਾਤ ਲੈ ਇਸਲਾਮ ਲੈ ਸਲਾਤ ਲੈ ਇਸਲਾਮ ਤੇ ਯਬ ਕੀਤੀਆਂ ਨਾ ਟਿਕਟਾਕ ਦੇ ਉੱਤੇ, ਅੱਲਾਹ ਤਾਲਾ ਨੇ ਹਰੇ ਤੁਹਾਨੂੰ ਇਹ ਹੋਰ ਕਿਹੜਾ ਦਿਨ ਵਿਖਾਣਾ ਹੈ? ਕਿਉਂਕਿ ਜਿਹੜਾ ਅੱਲਾਹ ਦਾ ਨਿਜ਼ਾਮ ਹੈ ਨਾ, ਜਿਹੜਾ ਅੱਲਾਹ ਦੀ ਤਦਬੀਰ ਹੈ, ਵਮਾ ਕਰੂ ਵਮਾ ਕਰ ਅੱਲਾਹ ਵੱਲਾਹੁ ਖੈਰੁਲ ਮਾਕਿਰੀਨ, ਉਹ ਖੈਰੁਲ ਮਾਕਿਰੀਨ ਹੈ। ਉਹਦੀ ਐਸੀ ਤਦਬੀਰ ਹੁੰਦੀ ਹੈ ਜਿਹੜੀ ਬੰਦੇ ਨੂੰ ਸਮਝ ਵੀ ਨਹੀਂ ਆਉਂਦੀ, ਤੁਹਾਡੇ ਹਾਰ ਦੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ, ਉਹ ਇਹਨੂੰ ਫਖਰ ਸਮਝਦੇ ਨੇ। ਵੇਖੋ ਇਹ ਪਾਈਆਂ ਹਰੇ ਰੰਗ ਦੀਆਂ ਪਤੂਈਆਂ ਜੀਆਂ ਤੇ ਛਾਪਰ ਫੜੇ ਤੇ ਸੋਟੀਆਂ ਫੜੀਆਂ, ਕੀ ਅਸੀਂ ਫਜ਼ਲਾ ਚੁੱਕਣ ਚੱਲੇ ਹਾਂ ਕ੍ਰਿਸ਼ਨਾ ਦਾ? ਕਿਹਨਾਂ ਦਾ? ਉਹ ਅੱਗੇ ਇਮਰਾਨ ਭਾਈ ਪੇ ਕਹਿੰਦੇ ਬਈ ਉਹਨਾਂ ਦਾ ਜਿਨ੍ਹਾਂ ਦੇ ਬਾਰੇ ਰਾਤੀ ਅੱਬੂ ਨੇ ਪੇ ਕਹਿੰਦੇ ਨਾ ਬਈ ਅਸੀਂ ਇਹਨਾਂ ਦਾ ਖੁਦਾ ਮਾਰ ਛੜਿਆ, ਉਹਨਾਂ ਦਾ ਹੁਣ ਅਸੀਂ ਗੰਦ ਚੁੱਕਣ ਚੱਲੇ। ਹਾਏ ਹਾਏ ਹਾਏ, कैसी सजा अल्लाह ने दी है। अच्छा आमर भाई, ये मिर्ज़ा साहब अजीब कोई ख्याल दे बंदे सोचते नहीं सन भाई, पाकीज़ा रूहानी इबादत है जी, खुशू वाला हवाला है, उस दी भी जी एग्जाम्पल दी है मिर्ज़ा साहब ने, वो देखो कैसी अजीब है कि उसका फिर एंड रिजल्ट यही है जड़ा चुकना ने सवेरे फिर ਜਦੋਂ ਪਹਿਲੇ ਦਿਨ ਇਹ ਖਿਆਲਾਤ ਹੀ ਆਉਂਦੇ ਸਨ, ਗੰਦ ਚੁੱਕਣਾ, ਫਲਾਣਾ ਟੱਟੀ 'ਚ ਮਰ ਗਿਆ, ਫਲਾਣੇ ਨੂੰ ਗੰਦ, नजासत का कीड़ा नजासत में पैदा होता है, नजासत में मर जाता है। नजासत जो सारी जिंदगी मूँह चुके रहे, सज्जे खब्बे होई नहीं रही मूँह दे विच, ते फिर इहो ही नजासत हिस्से आमनी सी। और इरफान जट ओए उत्ते आ कोड़िया, तेरी कित्थे ड्यूटी सवेरे लगी उरा हंदास आके? ਇਹਦੀ ਜੋਜ਼ਫ ਦੇ ਬੂਹੇ ਦੇ ਬਾਹਰ ਲੱਗੀ ਹੈ ਜੀ। इरफान जट उत्ते आ, एक मिनट मलिक इमरान खान दे ਜੋਜ਼ਫ ਦੇ ਘਰ ਦੇ ਬਾਹਰ ਲੱਗੀ। तेरी कित्थे, तेरी ड्यूटी कित्थे लगी इरफान जट? ਘਰ ਦੇ मेरा ਬਾਹਰ भरा ਲੱਗੀ। तेरी कित्थे, तेरी ड्यूटी कित्थे लगी इरफान जट? तू बटवे कित्थों है कार अमल जाके करना है? ਉਹ ਮਿਰਜ਼ਾ ਸਾਹਿਬ ਨੂੰ ਇਲਾਮ ਹੋਇਆ ਤੇ ਉਹ ਮੁਲਾਜ਼ਮਾਂ ਨੂੰ ਕਹਿੰਦੇ ਨੇ ਪਿਛਲੇ ਉਥੋਂ ਗੰਦ ਚੁੱਕਿਆ ਹੀ ਉੱਥੇ ਕੋ ਫੁਜ਼ਲਾ ਪਿਆ ਹੈ, ਇਹ ਇਲਾਮ ਹੋਇਆ। इरफान जट ने सवेरे झोला भर के लिया रख जान के झोला भर के लिया गंद दा। तो वाह ਉਹ ਭੈੜਿਓ, ਤੁਹਾਨੂੰ ਨਹੀਂ ਸਮਝ ਵੀ ਆਉਂਦੀ, ਉਹ ਤੁਹਾਨੂੰ ਤੁਹਾਡੀ ਰੱਬ ਨੇ ਮੱਤ ਮਾਰ ਛੜੀ ਏ, ਤੇ ਇਹ ਰੱਬ ਦਾ ਇੱਕ ਆਪਣਾ ਨਿਜ਼ਾਮ ਹੈ ਕਿ ਉਹਦੇ ਬਾਰੇ ਕਿਸੇ ਨੇ ਆਖਿਆ ਰੱਬ ਡਾਂਗੀ ਵਾਂਗੀ ਨਾ ਮਾਰਦਾ ਹੀ, ਰੱਬ ਮੱਤ ਕਵੱਲੀ ਕਰ ਮਾਰਦਾ। ਤੁਹਾਡੀ ਮੱਤ ਕਵੱਲੀ ਹੋ ਗਈ ਏ, ਰੱਬ ਨੇ ਤੁਹਾਡੀ ਮੱਤ ਮਾਰ ਛੜੀ ਏ, ਤੁਹਾਨੂੰ ਪਤਾ ਨਹੀਂ ਪਿਆ ਲੱਗਦਾ। ਵੇਖੋ ਕਿੱਡਾ ਅਜ਼ਾਬ ਹੈ ਤੁਹਾਡੇ ਉੱਤੇ। ਇਹ ਕੌਮ ਜੇ ਜਿਹਦੇ ਬਾਰੇ ਇਹ ਕਮੈਂਟਸ ਨੇ ਤੁਹਾਡੇ ਮਸੀਹ ਮੌਤ ਦੇ, ਤੇ ਇਹ ਅਮਲ ਤੁਸੀਂ ਸਵੇਰੇ ਇਸ ਕੌਮ ਵਾਸਤੇ ਕਰਨਾ ਕਰਤਾ ਜੀ। ਮੈਂ ਪੁੱਛਣਾ ਸੀ ਇਰਫਾਨ ਜੱਟ ਸਾਹਿਬ, ਕੋਈ ਜੁੱਤੀਆਂ ਵੀ ਪਾਲਿਸ਼ ਕਰ ਲੈਂਦੇ ਹੋ ਕਿ ਖਾਲੀ ਕੰਡਮ ਹੀ ਚੁੱਕਦੇ ਹੋ? ਜੱਟਾ ਉੱਤੇ ਆ, ਦੇ ਜਵਾਬ ਆਪਣੇ ਵਕਾਰੇ ਅਮਲ ਦੀ, ਕੋਈ ਖੂਬੀ ਬਿਆਨ ਕਰ, ਕੋਈ ਸਿਫਤੋ ਸਨਾ ਬਿਆਨ ਕਰ ਆ ਕੇ। ਉਹ ਜੱਟਾ ਕਿੱਧਰ ਗਿਆ? आमिर भाई इसते खुद घर आनी है मशीन साफ करने वाली, इस लोगों दे खैर ही चुकने ने। ਕੋਈ ਜੇ ਕਰੇਗਾ ਜੁੱਤੀਆਂ ਨਹੀਂ, ਪਾਲਿਸ਼ ਕਰ ਨਹੀਂ। ਲੈਂਦੇ ਹੋ ਨਾਲ ਵਕਾਰੇ ਅਮਲ ਦੇ ਵਿੱਚ, ਤੇ ਆ ਕੇ ਕੋਈ ਸਾਡੀਆਂ ਜੁੱਤੀਆਂ ਹੀ ਪਾਲਿਸ਼ ਕਰ ਦਿਓ। ਹਾਂਜੀ आमिर भाई थोड़ा दोस्त आ गया मैदान च, ਕਿਹੜਾ? हुसैनी अंकल। ਅੱਛਾ ਚਲੋ ਚੱਲਨੇ ਆ ਥੋੜੀ ਦੇਰ ਨੂੰ, ਲੇਕਿਨ ਪਹਿਲਾਂ ਇਹ ਤੇ ਪਤਾ ਕਰ ਲਈਏ ਨਾ, ਜੱਟ ਨੂੰ ਤੇ ਪੁੱਛ ਲਈਏ, ਜੱਟਾ ਦੱਸ ਤੇ ਸਾਡੀ ਡਿਊਟੀ ਤੇਰੀ ਕਿੱਥੇ ਲੱਗੀ ਏ? ਮਾਰੋ ਰਾਂ ਤੇ ਉਹ ਤੈਨੂੰ ਕੋਈ ਗਾਲ ਕੱਢਣ ਲੱਗੇ ਆ ਅਸੀਂ? ਤੂੰ ਗਾਲਾਂ ਕੱਢਿਆ ਤੇ ਕੱਢਿਆ, ਅਸੀਂ ਤੇ ਤੈਨੂੰ ਯਾਰ ਗਾਲ ਨਹੀਂ ਕੱਢੀ ਹੈ। ਐਨਾ ਦੱਸ ਵੀ ਤੇਰੀ ਡਿਊਟੀ ਸਵੇਰੇ ਕਿੱਥੇ ਲੱਗੀ ਹੈ? ਤੇ ਜੇ ਤੁਹਾਡੇ ਖਲੀਫਾ ਸਾਹਿਬ ਇਹਦਾ ਇਫਤਤਾਹ ਕਰਨਾ ਚਾਹੁੰਦੇ ਹੋਣ ਤੇ ਇੱਥੋਂ ਆ ਕੇ ਇਫਤਤਾਹ ਕਰਨ ਇਟਲੀ ਤੋਂ, ਵੈਟੀਕਨ ਸਿਟੀ ਤੋਂ, ਤੇ ਮੈਂ ਟਿਕਟ ਵੀ ਦੇਣ ਨੂੰ ਤਿਆਰ ਹਾਂ। ਤੇ ਮੇਰਾ ਭਾਂਜਾ
ਸਾਕੀ ਕਹਿੰਦਾ ਵੀ ਮੈਂ ਟੀਮ ਪੂਰੀ ਜਿੰਨੀ ਨਾਲ ਆਵੇ ਦੀ ਉਹਨਾਂ ਦੀਆਂ ਟਿਕਟਾਂ ਦਿਆਂਗਾ, ਤੇ ਇਮਰਾਨ ਕਹਿੰਦਾ ਵੀ ਮਲਕ ਇਮਰਾਨ ਕਹਿੰਦਾ ਵੀ ਮੈਂ ਹੋਟਲ ਦਾ ਵੀ ਖਰਚਾ ਦਿਆਂਗਾ ਜੇ ਉਹਨਾਂ ਨੂੰ ਖਲੀਫਾ ਸਾਹਿਬ ਨੂੰ ਤੁਸੀਂ ਇਹੋ ਹੀ ਛਾਪਰ ਤੇ ਉਹ ਇਹ ਜਿਹੜੀ ਇਹ ਵਾਸਕਟ ਦੇ ਕੇ ਉਹਨਾਂ ਕੋਲੋਂ ਇਫਤਤਾਹ ਕਰਾਉਣਾ ਚਾਹੋ। ਸਲੂਕਾ ਸਲੂਕਾ ਅਮਰ ਭਾਈ ਸਲੂਕਾ। ਅੱਛਾ ਸਲੂਕਾ ਇਹਨੂੰ ਕਹਿੰਦੇ ਨੇ, ਵਾਸਕਟ ਕਹਿ ਲਓ ਸਲੂਕਾ ਕਹਿ ਲਓ। ਇਹ ਜੋ ਕੋਈ ਆ ਪੀਲਾ ਜਿਹਾ ਰਾਜਾ ਪਾਏ ਆ ਤੁਹਾਡੇ ਮੁੰਡਿਆਂ ਨੇ, ਜੇ ਤੁਹਾਡੇ ਖਲੀਫਾ ਖਾਮਸ ਨਾ ਇਹਨਾਂ ਦਾ ਰੱਖ ਜਾਣ, ਖਲੀਫਾ ਖਾਮਸ ਵੈਟੀਕਨ ਸਿਟੀ ਤੋਂ ਆ ਕੇ ਤੇ ਇਫਤਤਾਹ ਕਰਨਾ ਚਾਹੁੰਦਾ ਹੋਵੇ ਤੇ ਸਾਡੇ ਕੋਲੋਂ ਟਿਕਟ ਵੀ ਹਾਜ਼ਰ ਹੈ, ਹੋਟਲ ਦੀ ਬੁਕਿੰਗ ਵੀ ਹਾਜ਼ਰ ਹੈ, ਖਾਣਾ ਵੀ ਹੋਟਲ ਦਾ ਹਾਜ਼ਰ ਹੈ, ਟੀਮ ਵਾਸਤੇ ਵੀ ਟਿਕਟਾਂ ਦੇਵਾਂਗੇ। ਤੇ ਵੱਡਿਆਂ ਨੂੰ ਚਾਹੀਦਾ ਹੈ ਕਿ ਉਹ ਫਰੰਟ ਤੋਂ ਲੀਡ ਕਰਨ, ਲੀਡਿੰਗ ਫਰਮ ਦਾ ਫਰੰਟ। ਤੁਹਾਡੇ ਸਰਬਰਾਹ ਨੂੰ ਚਾਹੀਦਾ ਹੈ ਕਿ ਇਸ ਵਕਾਰੇ ਅਮਲ ਦਾ ਸਵੇਰੇ ਇਫਤਤਾਹ ਕਰਾਉਣ। 2026 ਹੈ ਵੈਸੇ ਵੀ ਜਿਹੜੀ ਆਮਿਰ ਭਾਈ ਕੁਆਟਰ ਤੁਸੀਂ ਇੱਕ ਹੋਰ ਆਈਡੀਆ ਨਾ, ਤੁਸੀਂ ਖਾਣਾ ਨਾ ਦਿਓ, ਇਹ ਉੱਥੇ ਚਲੇ ਜਾਣ ਯੂਕੇ ਦੇ ਵਿੱਚ, ਆ ਜਿਹੜਾ ਕੀ ਨਾਂ ਹੈ ਉਹਦਾ ਯਾਰ, ਨਾਂ ਉਹਦਾ ਭੁੱਲ ਗਿਆ, ਇਹ ਜਿਹੜਾ ਮਲਕਾ ਦਾ ਪੁੱਤਰ ਹੁਣ ਜਿਹੜਾ ਬਣਿਆ ਉੱਥੇ, ਮਲਕਾ ਬਰਤਾਨੀਆ ਦਾ, ਮਲਕਾ ਬਰਤਾਨੀਆ ਦਾ ਪੁੱਤਰ, ਕੀ ਨਾਂ ਯਾਰ ਇਹਦਾ, ਨਾਂ ਉਹਦਾ ਭੁੱਲ ਗਿਆ, ਜ਼ਿਹਨ ਚ ਨਿਕਲ ਗਿਆ। ਚਾਰਲਸ, ਹਾਂਜੀ, ਇਹਦੇ ਕੋਲ ਚਲੇ ਜਾਣ, ਉਹ ਰੋਟੀ ਵੀ ਦੇ ਦੇਗਾ, ਉੱਥੇ ਵੀ ਬੜੀ ਐਸ਼ੀ ਹੁੰਦੀ ਹੈ ਅੱਜ, ਤੇ ਉੱਥੇ ਵੀ ਬੜੀ ਐਸ਼ੀ ਹੋ ਰਹੀ ਹੈ ਅੱਜ ਦੀ ਰਾਤ ਗਲੀਆਂ ਦੇ ਵਿੱਚ। ਹਾਂ ਉੱਥੇ ਤੇ ਨੇੜੇ ਪੈਂਦਾ ਨਾ ਖਲੀਫਾ ਸਾਹਿਬ ਨੂੰ, ਉਹ ਰੋਟੀ ਵੀ ਦੇਗਾ ਇਹਨਾਂ ਨੂੰ, ਚਾਰਾਨੇ ਵੀ ਦੇਗਾ ਫ੍ਰੀ ਦੇ ਵਿੱਚ, ਸਲੂਕੇ ਵੀ ਦੇਗਾ, ਬੀਰਿਆਂ ਦੀਆਂ ਬੋਤਲਾਂ ਉੱਥੋਂ ਵੀ ਮਿਲ ਜਾਣਗੀਆਂ, ਸਭ ਕੁਝ ਤੇ ਉੱਥੇ ਲੱਭ ਜਾਏਗਾ। ਇਟਲੀ ਜਾਣ ਦੀ ਕੀ ਲੋੜ ਹੈ, ਇੱਥੇ ਚਲ ਜਾ। ਸ਼ੁਗਲ ਤੇ ਨਾਲੇ ਵੇਖੋ ਮਲਕਾ ਵਿਕਟੋਰੀਆ ਜਿਹੜੀ, ਮਲਕਾ ਬਰਤਾਨੀਆ ਜਿਹੜੀ ਹੈ, ਉਹ ਤੇ ਮਿਰਜ਼ਾ ਸਾਹਿਬ ਦੀ ਸ਼ੁਰੂ ਤੋਂ ਅੰਮਾ ਰਹੀ ਹੈ ਨਾ, ਮਿਰਜ਼ਾ ਸਾਹਿਬ ਤੇ ਉਹਦੀ ਹਾਂਜੀ ਬਹੁਤ ਤਾਰੀਫਾਂ ਕਰਦੇ ਰਹੇ ਨੇ ਕਿ ਇਹ ਮੇਰੀ ਮਾਂ ਹੈ, ਇਹ ਮੇਰੀ ਪਾਲਣ। ਮੇਰੇ ਦੋਸਤ ਨੇ ਅਹਿਮਦ ਜੱਟ ਸਾਹਿਬ ਉੱਤੇ ਆਓ, ਤੁਸੀਂ ਆਓ, ਤੁਹਾਡੇ ਨਾਲ ਇੱਕ ਗੱਲ ਮੈਂ ਕਰਨੀ ਹੈ। ਆਮਿਰ ਭਾਈ ਤਸ਼ਰੀਫ ਲਿਆਓ। ਮੈਂ ਆਮਿਰ ਭਾਈ ਕਿਉਂਕਿ ਇਸ ਜਿਹੜਾ ਇੱਥੇ ਨੂੰ ਕਹਿੰਦੇ ਨੇ ਜਿਹੜਾ ਇਹ ਤੁਸੀਂ ਕੋ ਜੀ ਲਈ ਹੁਣ ਅੱਛਾ ਆ ਗਿਆ ਇਰਫਾਨ ਜੱਟ ਆ ਗਿਆ। ਹਾਂ ਮਲਕ ਇਮਰਾਨ ਨਾ ਕੋਈ ਸੋਹਣੀ ਗੱਲ। ਇਰਫਾਨ ਜੱਟ ਸਾਹਿਬ ਇਹ ਜਿਹੜਾ ਵਕਾਰੇ ਅਮਲ, ਆਮਿਰ ਸਾਹਿਬ ਇੱਕ ਮਿੰਟ ਸੁਣ ਲਓ, ਮੈਂ ਤੁਹਾਡੇ ਨਾਲ ਤੇ ਗੱਲ ਕਰਨਾ। ਤੇ ਉਹ ਜਿਹੜਾ ਚੂੜਾ ਸਾਹਿਬ ਕਹਿ ਰਹੇ ਸਨ ਪੇ ਕੰਡਮ ਚੁੱਕਦੇ ਹੋ, ਤੁਹਾਡੀਆਂ ਭੈਣਾਂ ਸੁੱਟਦੀਆਂ ਤੇ ਫੇਰ ਹੀ ਚੁੱਕਨੇ ਆ ਨਾ, ਦੱਸਣਾ ਜਰਾ। ਚਲੋ ਤੁਸੀਂ ਪਹਿਲਾਂ ਦੱਸ ਦੋਗੇ ਚੁੱਕਦੇ ਹੋ ਕਿ ਨਹੀਂ ਚੁੱਕਦੇ। ਚੁੜਿਆ ਗੱਲ ਸੁਣੋ, ਚੁੜਿਆ ਤੇਰੀ ਔਕਾਤ ਨਹੀਂ, ਗੱਲ ਸੁਣ ਇੱਥੇ ਮੇਰੀ ਗੱਲ ਸੁਣ ਲੈ ਪਹਿਲਾਂ। ਇੰਜ ਨਾ ਕਰ ਜੱਟਾ, ਇੰਜ ਨਾ ਕਰ, ਗੱਲ ਸੁਣ। ਉਹਨੇ ਮੈਨੂੰ ਪਹਿਲਾਂ ਕਿਹਾ ਉਹ ਤੇਰੀਆਂ ਭੈਣਾਂ ਜਿਹੜੀਆਂ ਸੁੱਟਦੀਆਂ ਸਨ ਨਾ, ਉਹ ਚੁੜਿਆ ਸਿਆਣਾ ਨੂੰ ਯਾ ਕਿੱਥੇ ਆਇਆ ਮੈਂ, ਮੇਰੀ ਗੱਲ ਯਾਦ ਰੱਖ ਲੈ। ਕੁੜੀ ਆਵੇ ਤੇ ਪੁੱਤਰਾ ਤੂੰ ਸਾਡੇ ਨਾਲ ਗੱਲਾਂ ਯਾਰ, ਗਾਲਾਂ ਨਾ ਕੱਢ ਜੱਟਾ, ਗਾਲਾਂ ਨਾ ਕੱਢ, ਗਾਲਾਂ ਨਾ ਕੱਢ, ਉਹ ਗਾਲਾਂ ਨਾ ਕੱਢ, ਬੰਦਾ ਬਣ ਜਾ, ਗਾਲਾਂ ਨਾ ਕੱਢ, ਆਰਾਮ ਨਾਲ ਗੱਲ ਕਰ। ਮੈਨੂੰ ਦੱਸ ਤੂੰ ਮੈਨੂੰ ਤੇ ਸੱਦਿਆ ਕੋਈ ਨਹੀਂ, ਉਹ ਵੇਖੋ ਤੁਸੀਂ ਗਾਲਾਂ ਤੋਂ ਬਗੈਰ ਗੱਲ ਕਰ। ਇਹ ਨਹੀਂ ਹੈ ਮਸਲਾ, ਇਹ ਕਿ ਨਿਦਾਲ ਨਸਰ ਜਿਹੜੀ ਏ, ਮੈਂ ਕਹਿ ਰਿਹਾ ਕਿ ਨਿਦਾਲ ਨਸਰ ਜਿਹੜੀ ਏ ਸਿਆਣਾ ਦਾ ਕਹਿ ਰਿਹਾ ਤੁਸੀਂ ਤਾਂ ਉਹਨੂੰ ਕੌਣ ਪ੍ਰੋਗਰਾਮ ਕਰਦਾ ਹੁੰਦਾ ਸੀ। ਵੇਖੋ ਮੈਂ ਤੁਹਾਡੇ ਖਾਸ ਨਹੀਂ ਦੁਹਰਾਣੇ, ਪਰ ਨਿਦਾਲ ਨਸਰ ਨੂੰ ਦੇ ਪਿਓ ਨੇ ਵੀ ਪ੍ਰੋਗਰਾਮ ਕਰ ਛੱਡਿਆ। ਹਾਂਜੀ ਮੈਂ ਕਹਿ ਰਿਹਾ ਨਿਦਾਲ ਨਸਰ ਨੂੰ ਦੇ ਪਿਓ ਨੇ ਵੀ ਪ੍ਰੋਗਰਾਮ ਪਾ ਛੱਡਿਆ। ਉਹ ਤੇਰੀ ਕੁੜੀ ਉੱਥੇ ਹੀ ਸੀ ਵਾਲੀ ਫਟਿਆ। ਓਏ ਹੋਏ 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 ਹੋਏ, ਇਹ ਲੱਗਦਾ ਇਹਦੀ ਬਹੁਤ ਹੀ ਜ਼ਿਆਦਾ ਹਾਲਾਤ ਖਰਾਬ ਹੋ ਗਏ ਨੇ ਵਿਚਾਰੇ ਦੇ। ਅੱਛਾ ਗੱਲ ਸੁਣ ਜੱਟਾ, ਆਪਣੀਆਂ ਜੱਟਾ ਗੱਲ ਸੁਣ, ਮੈਂ ਤੈਨੂੰ ਗਾਲਾਂ ਕੱਢਣ ਵਾਸਤੇ ਨਹੀਂ ਬੁਲਾਇਆ। ਇੱਕ ਮਿੰਟ ਆਰਾਮ ਨਾਲ ਗੱਲ ਕਰ ਤੇ ਮੇਰੀ ਗੱਲ ਦਾ ਜਵਾਬ ਦੇ। ਕਿਆ ਤੇਰੀ ਡਿਊਟੀ ਹੈ ਕਿਰੇ ਕੱਲ ਵਕਾਰੇ ਅਮਲ ਚ ਲੱਗੀ? ਬਸ ਇੰਨਾ ਦੱਸ ਦੇ ਹੁਣ, ਮਾਈਕ ਖੋਲ ਕੇ ਦੱਸ। ਖੋਲ ਮਾਈਕ ਜੱਟਾ। ਸਾਹਿਬ ਮੈਂ ਕਹਿਣਾ ਸੀ ਜੋਸਫ ਭੱਟੀ ਚੂੜਾ ਹਰਾਮੀ, ਗਾਲ ਨਹੀਂ ਕੱਢਣੀ, ਗਾਲ ਨਹੀਂ ਕੱਢਣੀ, ਗਾਲ ਨਹੀਂ ਚੂੜਿਆ ਤੂੰ ਸਾਡੇ ਮੈਂ ਜਿਹੜਾ ਸਵਾਲ, ਉਹ ਹੈਲੋ ਚੂੜਿਆ ਅਮਰ ਤੇਰਾ ਯਾਰ, ਗਾਲ ਨਹੀਂ ਕੱਢਣੀ ਜਿਹੜੀ ਗਾਲ ਨਾ ਕੱਢ, ਗਾਲ ਨਾ ਕੱਢ, ਰਾਮ ਮੂੰਹ ਨਾਲ ਗੱਲ ਕਰ। ਹਰਾਮੀ ਗੱਲ ਸੁਣ ਆਮਿਰ ਭਾਈ, ਇਹ ਇਰਫਾਨ ਜੱਟ ਦੇ ਘਰ ਦੇ ਵਿੱਚ ਇਤਨਾ ਗੰਦ ਹੋ ਵੈਂਦਾ, ਇਹਨੂੰ ਟਾਈਮ ਹੀ ਨਹੀਂ ਮਿਲਦਾ ਲੋਕਾਂ ਦਾ। ਚੂੜਿਆ ਭੱਟਿਆ ਚੂੜਾ ਓਏ ਨਹੀਂ ਇੰਜ ਚੁੱਕਦੇ ਹੋ ਗੰਦ, ਇਹ ਜਿਵੇਂ ਉੱਤੇ ਤੁਹਾਡੇ ਉਹ ਮੁਰੱਬੀ ਟੋਪੀ ਪਾ ਕੇ ਲੱਗੇ ਨੇ, ਇੰਜ ਚੁੱਕਦੇ ਹੋ ਗੰਦ। ਛੱਡੋ ਪਰਾਂ, ਉਹ ਗਾਲਾਂ ਹੀ ਕੱਢਦਾ ਜੱਟ ਸਾਹਿਬ, ਇਹ ਗਾਲਾਂ ਕੱਢਦਾ। ਵੇਖ ਲਓ ਮੈਂ ਤੁਹਾਡੇ ਸਾਹਮਣੇ ਬੜਾ ਤਰਲਾ ਉਹਦਾ ਲਿਆ ਵੀ ਗਾਲਾਂ ਨਾ ਕੱਢ। ਜੇ ਇਹ ਕੰਮ ਮਾੜਾ ਏ ਤੇ ਇਹ ਤਾਂ ਤੂੰ ਸ਼ਰਮਾਨ ਵਾਲੀ ਫਿਰ
ਗੱਲ ਨਹੀਂ ਜੇ ਚੰਗਾ ਹੈ ਤੇ ਜੇ ਮਾੜਾ ਹੈ ਤੇ ਕਰਨਾ ਨਹੀਂ ਚਾਹੀਦਾ। ਇਹਦੇ ਤੂੰ ਹਾਈਪਰ ਹੋ ਕੇ ਗੁੱਸੇ 'ਚ ਆ ਕੇ ਗਾਲਾਂ ਕੱਢਣ ਦਾ ਕੋਈ ਤੁਕ ਬਣਦਾ ਜੱਟ ਸਾਹਿਬ? ਅਹਿਮਦ ਜੱਟ ਸਾਹਿਬ ਜੀ ਜੀ ਮੈਂ ਆਖਿਆ ਇਹ ਜੇ ਮਾੜਾ ਅਮਲ ਹੈ ਤੇ ਕਰਨਾ ਨਹੀਂ ਚਾਹੀਦਾ, ਤੇ ਜੇ ਚੰਗਾ ਹੈ ਤੇ ਫਿਰ ਗੁੱਸਾ ਨਹੀਂ ਕਰਨਾ ਚਾਹੀਦਾ। ਨਹੀਂ, ਚੰਗਾ ਕੰਮ ਹੈ, ਸਫਾਈ ਕਰਨੀ ਚਾਹੀਦੀ ਹੈ। ਜਿਸ ਮੁਲਕ 'ਚ ਤੁਸੀਂ ਰਹਿੰਦੇ ਹੋ ਤੇ ਉਸ ਮੁਲਕ ਦੇ ਵਿੱਚ ਰਹਿ ਕੇ ਅਗਰ ਉਸ ਮੁਲਕ ਦੀ ਤੁਸੀਂ ਹੈਲਪ ਕਰ ਰਹੇ ਹੋ ਤੇ ਕੋਈ ਬੁਰਾ ਕੰਮ ਨਹੀਂ ਹੈ, ਔਰ ਅਸੀਂ ਕਰਨੇ ਆ, ਇਹ 'ਚ ਕਿਹੜੀ ਬੁਰੀ ਗੱਲ ਹੈ? ਨਹੀਂ, ਇਹ ਅਗਰ ਚੰਗਾ ਹੈ ਤੇ ਫਿਰ ਮੈਂ ਕਿਹਾ ਇਹਦੇ ਤੋਂ ਗੁੱਸੇ 'ਚ ਆ ਕੇ ਗਾਲਾਂ ਕੱਢਣ ਦਾ ਕੋਈ ਮਕਸਦ ਹੈ, ਜਿਸ ਤਰ੍ਹਾਂ ਉਹ ਜੱਟ ਇਰਫਾਨ ਕੱਢਣ ਲੱਗੇ। ਗੁੱਸਾ ਜ਼ਹਿਰੀ ਗੱਲ ਹੈ ਕਿ ਵੇਖੋ ਸਾਡੇ ਖੁਲਫਾ ਜਿਹੜੇ ਇਸਲਾਮ ਦੇ ਵੀ ਸਨ ਨਾ, ਉਹ ਵੀ ਲੋਕਾਂ ਦੇ ਘਰਾਂ 'ਚ ਜਾ ਕੇ ਸਫਾਈਆਂ ਕਰਦੇ ਸਨ, ਉਹਦੇ 'ਚ ਕੋਈ ਬੁਰੀ ਗੱਲ ਨਹੀਂ ਹੈ। ਤੇ ਅਸਤਗਫਿਰੁੱਲਾਹ, ਇਹਦੇ 'ਚ ਕੋਈ ਐਸੀ ਬੁਰੀ ਗੱਲ ਨਹੀਂ। ਸੈਯਦਨਾ ਉਮਰ ਦਾ ਇੱਕ ਵਾਕਿਆ ਮਿਲਦਾ ਵੇ, ਉਹ ਵੀ ਕਿਸੇ ਔਰਤ ਦੇ ਘਰ ਜਾ ਕੇ ਉਹਦੀ ਸਫਾਈ ਵੀ ਕਰ ਆਉਂਦੇ ਸਨ, ਤੇ ਇਹਦੇ 'ਚ ਕੋਈ ਬੁਰੀ ਗੱਲ ਨਹੀਂ ਹੈ। ਐਸਾ ਵਾਕਿਆ ਨਹੀਂ। ਬੋਰੀ ਗੱਲ ਇਹ ਵੇ ਕਿ ਅਗਰ ਕੋਈ ਬੰਦਾ ਮੁਹਤਾਜ ਹੈ, ਹਾਂ ਠੀਕ ਹੈ, ਸੁਣ ਲਓ ਨਾ ਗੱਲ, ਅਗਰ ਕੋਈ ਬੰਦਾ ਮੁਹਤਾਜ ਇਹਦੇ 'ਚ ਸਫਾਈ ਕਰਨ 'ਚ ਹਰਜ ਕੀ ਹੈ? ਮਜਬੂਰ ਹੈ, ਸੁਣ ਤੇ ਲੋ ਨਾ। ਇਹ ਤੇ ਨਬੀ ਪਾਕ ਦੇ ਬਾਰੇ ਵੀ ਇੱਕ ਵਾਕਿਆ ਹੈ ਬਈ, ਤੁਹਾਨੂੰ ਇਹਦੇ 'ਚ ਹਰਜ ਕੀ ਹੈ ਦੱਸੋ ਨਾ ਮੈਨੂੰ, ਹਰਜ ਕੀ ਹੈ? ਮੈਨੂੰ ਹਰਜ ਅਸੀਂ ਕਰਨੇ ਹੈ, ਤੁਹਾਨੂੰ ਕਾਹਦਾ ਹਰਜ ਹੈ? ਤੁਹਾਨੂੰ ਕੀ ਮਸਲਾ ਹੈ? ਸੁਣ ਤੇ ਮੈਂ ਦੱਸਣਾ ਜੱਟ ਸਾਹਿਬ, ਜੇ ਮੈਨੂੰ ਮੌਕਾ ਦਿਓ ਕਿ ਮੈਂ ਦੱਸਾਂਗਾ ਨਾ। ਅਗਰ ਇਹ ਅੱਛਾ ਅਮਲ ਹੈ, ਜਿਸ ਤਰ੍ਹਾਂ ਤੁਸੀਂ ਖੁਲਫਾਏ ਇਸਲਾਮ ਦੀ ਮਿਸਾਲ ਦੇਣ ਦੀ ਕੋਸ਼ਿਸ਼ ਕੀਤੀ ਹੈ, ਤੇ ਮੈਂ ਕਹਿੰਦਾ ਕਿ ਜਿਹੜੇ ਖੁਲਫਾ ਨੇ ਉਹ ਤੇ ਲੀਡਿੰਗ ਫਰਮ ਦਾ ਫਰੰਟ, ਉਹ ਤੇ ਅੱਗੋਂ ਲੀਡ ਕਰਦੇ ਨੇ ਅੱਗੇ ਲੱਗ ਕੇ। ਤੁਹਾਡੇ ਖਲੀਫਾ ਸਾਹਿਬ ਨੇ ਵੀ ਕਦੇ ਅਮਲ ਕੀਤਾ ਹੈ? ਇਹ ਸਵਾਲ ਨਹੀਂ, ਹਰ ਕੰਮ 'ਚ ਕੋਈ ਲੀਡ ਕਰਨਾ ਜ਼ਰੂਰੀ ਹੈ ਕਿ ਹਰ ਕੰਮ 'ਚ ਖਲੀਫਾ ਵਕਤ ਲੀਡ ਕਰੇ? ਜਿਹੜਾ ਨੇਕੀ ਦਾ ਕੰਮ ਹੈ ਉਹਦੇ 'ਚ ਤੇ ਵੇਖ ਲਓ, ਤੁਸੀਂ ਆਪ ਮਿਸਾਲ ਦਿੱਤੀ ਹੈ। ਹਾਂ, ਮੈਂ ਮਿਸਾਲ ਦਿੱਤੀ ਹੈ ਨਾ। ਮੈਂ ਇਹ ਕਹਿ ਰਿਹਾ ਵਾਂ ਕਿ ਇਹ ਕੋਈ ਜ਼ਰੂਰੀ ਹੈ ਕਿ ਖਲੀਫਾ ਵਕਤ ਪਹਿਲਾਂ ਨਿਕਲੇ ਤੇ ਫਿਰ ਉਹ ਕੰਮ ਹੋਵੇ? ਤੇ ਕੀ ਪਤਾ ਖਲੀਫਾ ਵਕਤ ਵੀ ਕਰਦੇ ਹੋਣ, ਇਹਦੇ 'ਚ ਬੁਰਾਈ ਕਾਹਦੀ ਹੈ? ਅਗਰ ਕਰਦੇ ਨੇ ਤਾਂ ਉਹਨਾਂ ਦੀ ਕੋਈ ਫੋਟੋ ਵੀਡੀਓ ਮਿਲ ਸਕਦੀ ਹੈ? ਮੈਂ ਇਹ ਕਹਿ ਰਿਹਾ ਕਿ ਕੋਈ ਫੋਟੋ ਵੀਡੀਓ ਹੋ ਵੀ ਜਾਏ ਤੇ ਉਸ ਤੋਂ ਬਾਅਦ ਤੁਹਾਡੇ ਨਵਾਂ ਕੋਈ ਇਤਰਾਜ਼ ਸ਼ੁਰੂ ਹੋ ਜਾਏਗਾ। ਨਹੀਂ, ਤੁਹਾਡਾ ਕੰਮ ਇਤਰਾਜ਼ ਕਰਨਾ ਨਾ। ਮੁਨਕਰੀਨ ਦਾ ਕੰਮ ਇੱਕੋ ਹੀ ਹੁੰਦਾ ਕਿ ਇਤਰਾਜ਼ ਕਰਨਾ ਨਾ। ਅਗਰ ਉਹਨਾਂ ਦਾ ਕੋਈ ਇਹੋ ਜਿਹਾ ਅਮਲ ਮਿਲ ਵੀ ਜਾਵੇ, ਸਹੀ ਹੈ, ਤੁਸੀਂ ਵੀ ਗੁੱਸੇ 'ਚ ਫਿਰ ਨਹੀਂ, ਮੈਂ ਤੇ ਬਿਲਕੁਲ ਬਹੁਤ ਆਰਾਮ ਨਾਲ ਗੱਲ ਕਰ ਰਿਹਾ। ਗੁੱਸਾ ਤੇ ਮੈਂ ਕਰ ਹੀ ਨਹੀਂ ਰਿਹਾ। ਨਹੀਂ, ਗੁੱਸਾ ਮੇਰੀ ਆਵਾਜ਼ ਦੇ ਵਿੱਚ ਕੋਈ ਤੁਹਾਨੂੰ ਗੁੱਸਾ ਲੱਗ ਰਿਹਾ? ਯਾਰ ਰਾਣਾ ਰਜ਼ਵਾਨ ਸਾਹਿਬ, ਇੱਕ ਵਾਰੀ ਮੈਂ ਤੁਹਾਨੂੰ ਮਿਊਟ ਕਰਨਾ ਵਾ ਤੁਹਾਡੇ ਇਹ ਮੈਸੇਜ ਮਿਟਾਉਣ ਵਾਸਤੇ, ਤੇ ਪਲੀਜ਼ ਹੁਣ ਇਹੋ ਜਿਹੇ ਮੈਸੇਜ ਨਾ ਕਰਨਾ ਅਹਿਮਦ ਜੱਟ ਦੇ ਬਾਰੇ, ਇਹਦੀ ਕੋਈ ਜ਼ਰੂਰਤ ਨਹੀਂ। ਅਸੀਂ ਗੱਲ ਪੇ ਕਰਨੇ ਆ ਤੇ ਉਹਦੇ ਵਾਸਤੇ ਕੋਈ ਗੰਦਾ ਕਮੈਂਟ ਕੋਈ ਨਹੀਂ। ਵੇਖੋ, ਅਸਲ ਇਸਲਾਮ ਇਹ ਵੇ ਜਿਹੜਾ ਥੱਲੇ ਉਹਨੇ ਪੇਸ਼ ਕਰ ਰਿਹਾ ਨਾ, ਅਸਲ ਇਸਲਾਮ ਇਹ ਵੇ। ਉਹਨੂੰ ਕਰਨ ਦੇ, ਉਹਨੂੰ ਮਿਊਟ ਕੀ ਕਰਨ ਦੀ ਜ਼ਰੂਰਤ ਹੈ? ਅਸਲ ਇਸਲਾਮ ਇਹ ਵੇ ਜਿਹੜਾ ਇਰਫਾਨ ਜਿਹੜਾ ਗਾਲਾਂ ਕੱਢੇ, ਉਹ ਅਸਲ ਇਸਲਾਮ ਹੈ। ਜਿਹੜਾ ਇਰਫਾਨ ਜੱਟ ਅੱਗੇ ਪੇਸ਼ ਕਰ ਗਿਆ, ਮੇਰੇ ਹਿਸਾਬ ਤੇ ਅਸਲ ਹੋਏ। ਚਲੋ ਉਹਨੂੰ ਛੱਡੋ। ਮੈਂ ਕਿਹਾ ਵੀ ਇਹ ਅਗਰ ਖਲੀਫਾ ਸਾਹਿਬ, ਉਹੀ ਤੇ ਗੱਲ ਇਹ ਵੇ ਕਿ ਮੈਂ ਇਹ ਕਹਿ ਰਿਹਾ ਕਿ ਇਰਫਾਨ ਜੱਟ ਜਿਹੜਾ ਕਹਿ ਗਿਆ, ਉਹਨੂੰ ਇੰਨੀ ਕੁ ਇਜਾਜ਼ਤ ਹੈ ਵੇ ਨਾ ਗਾਲਾਂ ਕੱਢਣ ਦੀ। ਚਲੋ ਚੰਗਾ ਕੀਤਾ। ਹਾਂਜੀ, ਉਹ ਇਰਫਾਨ ਜੱਟ ਦਾ ਉਹਦੇ ਨਾਲ ਅਮਲ ਹੈ ਨਾ। ਤੇ ਜਿਹੜਾ ਬੰਦਾ ਥੱਲੇ ਲਿਖ ਰਿਹਾ, ਮੈਂ ਉਹਦਾ ਜਵਾਬ ਉਹਨੂੰ ਦਿੱਤਾ ਵੇ, ਉਹਨੇ ਮੇਰਾ ਨਾਮ ਲਿਆ ਸੀ, ਠੀਕ ਹੈ। ਮੈਂ ਤੇ ਜੋ ਇਰਫਾਨ ਜੱਟ ਨੇ ਅਮਲ ਕੀਤਾ, ਉਹਦਾ ਉਹ ਆਪ ਜ਼ਿੰਮੇਦਾਰ ਹੈ, ਉਹਨੇ ਜਵਾਬਨ ਦੱਸਿਆ ਵੇ, ਠੀਕ ਹੈ। ਤੇ ਉਹਦਾ ਉਹ ਆਪ ਜਵਾਬ ਦੇਵੇ। ਤੁਹਾਨੂੰ ਮੈਂ ਹਮੇਸ਼ਾ ਕਿਹਾ ਕਿ ਮੇਰੀ ਗੱਲ ਮੇਰੇ ਨਾਲ ਕਰਿਆ ਕਰੋ ਨਾ। ਜੱਟ ਕਦੇ ਉਹਦਾ ਆਪਣਾ ਅਮਲ ਹੈ, ਉਹ ਤੇ ਫਿਰ ਅਸਲ ਅਹਿਮਦੀਅਤ ਤੇ ਉਹ ਹੋਈ ਨਾ। ਫਿਰ ਜੇ ਉਹਨੇ ਵੀ ਤਾਂ ਨਾਮ ਹੀ ਲਿਆ ਨਾ। ਬਿਲਕੁਲ, ਅਸਲ ਇਸਲਾਮ ਜਿਹੜਾ ਤੁਸੀਂ ਪੇਸ਼ ਕਰਦੇ ਹੋ ਥੱਲੇ, ਜਿਹੜਾ ਬੰਦੇ ਨੇ ਹੁਣੀ ਪੇਸ਼ ਕੀਤਾ ਥੋੜੀ ਦੇਰ ਪਹਿਲਾਂ, ਉਹ ਅਸਲ ਇਸਲਾਮ ਤੇ ਉਹੀ ਸੀ ਨਾ। ਫਿਰ ਤੁਸੀਂ ਵੀ ਇਕਰਾਰ ਕਰ ਲਓ ਕਿ ਅਸਲ ਇਸਲਾਮ ਉਹੀ ਸੀ ਜਿਹੜਾ ਥੱਲੇ ਬੰਦਾ ਪੇਸ਼ ਕਰ ਰਿਹਾ। ਅਸਲ ਮਿਰਜ਼ਾਈਅਤ ਦਾ ਅਸੂਲ ਤੁਹਾਡਾ ਹੈ ਨਾ, ਅਸਲ ਮਿਰਜ਼ਾਈਅਤ ਤੇ ਉਹੀ ਹੋਈ ਨਾ। ਫਿਰ ਜਿਹੜੀ ਇਰਫਾਨ ਜੱਟ ਪੇਸ਼ ਕਰ ਹਾਂਜੀ, ਬਿਲਕੁਲ ਜੀ, ਅਸਲ ਇਸਲਾਮ ਇਹੀ ਹੈ ਜਿਹੜਾ ਸਾਡੇ ਕੋਲ ਹੈ। ਅਲਹਮਦੁਲਿਲਾ, ਅਸੀਂ ਜਿਹੜਾ ਵੀ ਕੰਮ ਹੈ ਉਹ ਤੋਂ ਪਿੱਛੇ ਨਹੀਂ ਹਟਦੇ। ਇੱਕ ਮੁਲਕ ਦੀ, ਇੱਕ ਸੜਕਾਂ ਜਾਂ ਕੋਈ ਵੀ ਜਗ੍ਹਾ ਜਿਹੜੀ ਕੋਈ ਗੰਦਗੀ ਹੁੰਦੀ ਹੈ, ਉਹਨੂੰ ਸਫਾਈ ਕਰਨਾ, ਸਫਾਈ ਨਿਫਸੀ ਮਾਨ ਹੈ। ਰਾਣਾ ਰਿਜ਼ਵਾਨ ਭਾਈ, ਤੁਹਾਡੇ ਨਾਲ ਗੱਲ ਨਹੀਂ ਹੋ ਰਹੀ, ਨਾ ਸ਼ਿਆਨੇ ਅਲੀ ਸਾਹਿਬ ਤੁਹਾਡੇ ਨਾਲ ਗੱਲ ਹੋ ਰਹੀ। ਅਮਨ ਨਜ਼ੀਰ ਸਾਹਿਬ, ਤੁਸੀਂ ਹੁਣ ਗੱਲ ਕਰਨੀ ਕਿ ਥੱਲੇ ਚੱਲ ਜਾਈਏ? ਚਲੋ ਠੀਕ ਹੈ। ਬਾਕੀ ਸਿਰਫ मैंने गाली ਭਾਈ ਚੁੱਪ ਕਰ ਜਾ। ਜਦੋਂ ਉਹ ਕਹਿੰਦੇ ਨੇ ਮੈਂ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ, ਤੇ ਤੁਸੀਂ ਨਹੀਂ, ਤੁਹਾਡਾ ਹੀ ਮਸਲਾ ਨਾ ਕਿ ਬਾਅਦ ਚ ਤੁਸੀਂ ਉਹ ਫਿਰ ਲਫ਼ਜ਼ ਕਹਾਂਗਾ ਫਿਰ ਗੁੱਸਾ ਕਰਨਗੇ।
ਬਈ ਇੱਕ ਬੰਦਾ ਤੁਹਾਡੇ ਨਾਲ ਗੱਲ ਕਰ ਰਿਹਾ, ਠੀਕ ਹੋ ਤੁਸੀਂ ਗੱਲ ਗਿਆ। ਕਰੋ। ਜੱਟ ਸਾਹਿਬ ਠੀਕ ਹੋ ਗਿਆ ਹੈ। ਜੀ। ਹੁਣ ਕੋਈ ਬੰਦਾ ਨਹੀਂ ਬੋਲਣ ਲੱਗਾ। ਮੈਨੂੰ ਬਹੁਤ ਸਿਰਫ ਇੰਨਾ ਮਿਹਰਬਾਨੀ। ਦੱਸ ਦਿਓ, ਮੈਨੂੰ ਸਿਰਫ ਇੰਨਾ ਦੱਸ ਦਿਓ ਕਿ ਇਹ ਜਿਹੜਾ ਵਕਾਰੇ ਅਮਲ ਹੈ ਇਹ ਕੱਲ ਤੁਹਾਡੀ ਜਮਾਤ ਦੇ ਲੋਕਾਂ ਕਰਨਾ ਹੈ? ਜੀ ਕਰਨਾ ਹੈ। ਇਹ ਨੇਕੀ ਸਮਝ ਕੇ ਕਰਦੇ ਹੋ, ਮਤਲਬ اخلاقی ਲਿਹਾਜ਼ ਨਾਲ ਜਾਂ ਮਜ਼ਹਬੀ ਲਿਹਾਜ਼ ਨਾਲ ਕੋਈ ਇਹਨੂੰ ਸਾਦਤ ਸਮਝ ਜੀ ਕੇ ਕਰਦੇ ਹੋ? ਜੀ ਜੀ ਰਸੂਲ ਅੱਲਾਹ ਦੀ ਸੁਨਨਤ ਸਮਝ ਕੇ ਕਰਨੀ ਹੈ। ਰਸੂਲullah ਤਾਂ ਜਿਹੜੀ ਸੁਨਨਤ ਹੈ ਰਸੂਲullah ਆਪ ਕਰਕੇ ਵਹਾਉਂਦੇ ਸੀ। ਹਾਂਜੀ ਸੁਨਨਤ ਬਿਲਕੁਲ। ਉਹੀ ਹੈ ਨਾ ਜਿਹੜੀ ਉਹਨਾਂ ਨੇ ਸਾਨੂੰ ਦੱਸਿਆ ਕਿ ਸਫਾਈ ਨਿਫਸ ਇਮਾਨ ਹੈ, ਤੁਹਾਨੂੰ ਜਿੱਥੇ ਲੱਗੇ ਉੱਥੇ ਸਫਾਈ ਨਹੀਂ ਕਰੋ ਨਾ। ਉੱਥੇ ਹਾਂ ਠੀਕ ਤੇ ਹੈ। ਸਾਨੂੰ ਮੈਂ ਕਹਿੰਦਾ ਲੱਗਦਾ ਹੈ ਅਗਰ ਕਿ ਅਸੀਂ ਰਸੂਲullah ਜਿਹੜੇ ਦੀ- ਮੁਲਕ ਦੇ ਵਿੱਚ ਰਹਿ ਰਹੇ ਹਾਂ, ਉਹਨਾਂ ਦੇ ਸ਼ਹਿਰਾਂ ਦੇ ਵਿੱਚ ਅਗਰ ਇਹ ਲੋਕ ਕੀ ਨਾਲੇ ਦਾ ਪਟਾਕੇ ਛੁਰਲੀਆਂ ਚਲਾ ਕੇ ਉਹ ਜਿਹੜੇ ਸੜਕਾਂ ਨੇ ਉਹਦੇ ਉੱਤੇ ਗੰਦ ਪੈਂਦਾ ਵੇ, ਠੀਕ ਹੈ, ਤੇ ਉਹ ਅਗਰ ਇਕੱਠਾ ਕਰਦੇ ਨੇ ਤੇ ਇਹ ਰਸੂਲ ਅੱਲਾਹ ਦੀ ਅਸੀਂ ਸੁਨਨਤ ਦੇ ਮੁਤਾਬਕ ਸਫਾਈ ਨਿਫਸ ਇਮਾਨ ਹੈ, ਠੀਕ ਹੈ, ਨਹੀਂ ਤੇ ਇਸ ਵਾਸਤੇ ਅਸੀਂ ਉਹ ਤੁਸੀਂ- ਸਫਾਈਆਂ ਕਰਨੇ ਸਰ। ਤੁਸੀਂ ਸਫਾਈ ਦੇ ਲਿਹਾਜ਼ ਨਾਲ ਤੇ ਕਹਿ ਸਕਦੇ ਹੋ ਕਿ ਰਸੂਲullah ਦੀ ਸੁਨਨਤ ਹੈ ਸਫਾਈ ਰੱਖਣਾ, ਲੇਕਿਨ ਰਸੂਲullah ਨੇ ਦੂਜੀ ਕੌਮ ਦੀਆਂ ਜਾ ਕੇ ਤੇ ਕੰਡਮ ਤੇ ਉਹ ਜਿਹੜੀਆਂ ਬੋਤਲਾਂ ਇਹੋ ਜਿਹਾ ਗੰਦ ਸ਼ੰਦ ਚੁੱਕਣ ਵਾਲਾ ਕੰਮ ਤੇ ਰਸੂਲullah ਦੀ ਸੁਨਨਤ ਤੋਂ ਸਾਬਤ ਨਹੀਂ ਨਾ ਹੈ। ਇਹ ਤੇ ਤੁਹਾਡੀ ਆਪਣੀ ਜ਼ਾਤੀ ਸੁਨਨਤ ਅੱਛਾ ਹੈ ਤੁਸੀਂ ਕਿੰਨੇ ਕੁ ਵੇਖੇ ਨੇ ਕਿ ਕੰਡਮ ਚੁੱਕਦਿਆਂ, ਕਿੰਨੇ ਕੁ ਬੰਦੇ ਵੇਖੇ ਨੇ? ਜਿਹੜੀ ਅੱਜ ਰਾਤ ਗੰਦਗੀ ਫੈਲੇਗੀ ਅੱਜ ਰਾਤ ਨੂੰ ਛੱਡੋ, ਜਿਹੜਾ ਸਵਾਲ ਤੁਹਾਨੂੰ ਪੁੱਛ ਰਿਹਾ ਨਾ, ਅੱਗੇ ਪਿੱਛੇ ਨਹੀਂ ਜਾਣਾ। ਕਿੰਨੇ ਕੁ ਕੰਡਮ ਚੁੱਕਦਿਆਂ ਅਹਿਮਦੀਆਂ ਨੂੰ ਤੁਸੀਂ ਵੇਖਿਆ? ਮੈਂ ਤੇ ਵੀਡੀਓ ਨਹੀਂ ਬਣਾਉਂਦਾ ਨਾ ਜੱਟ ਸਾਹਿਬ, ਮੈਂ ਵੀਡੀਓ ਨਹੀਂ ਤੇ ਫਿਰ ਬਣਾਵਾਂ। ਤੁਸੀਂ ਕਿੱਥੋਂ ਇਹ ਗੱਲ ਲੈ ਲਈ ਕਿ ਕੰਡਮ ਜਿਹੜੇ ਨਾ ਸੁਬਾ ਚੁੱਕੇ ਜਾਣੇ ਨੇ, ਇਹ ਕਿੱਥੋਂ ਲਿਆਵੇ ਕਿ ਕੰਡਮ ਚੁੱਕਦੇ ਨੇ? ਮੈਂ ਦੱਸਣਾ ਜੀ, ਕਿੱਥੋਂ ਜੀ। ਲਿਆ। ਕਿਉਂਕਿ ਮੈਨੂੰ 18 ਸਾਲ ਹੋ ਗਏ ਨੇ ਯੂਰਪ ਆਇਆ, ਤੇ ਮੈਨੂੰ ਇਹ ਪਤਾ ਹੈ ਕਿ ਇਹ ਜਿਹੜੀ ਹੁੰਦੀ ਹੈ ਨਾਈਟ, ਨਿਊ ਈਅਰ ਨਾਈਟ, ਇਹਦੇ 'ਚ ਰਾਤ ਕੀ ਬੇਹਯਾਈਆਂ ਤੇ ਗੰਦਗੀ ਮੰਦਗੀ ਹੁੰਦੀ, ਸ਼ਰਾਬਾਂ, ਜ਼ਨਾ, ਸੈਕਸ ਵਗੈਰਾ ਸਾਰਾ ਕੁਝ ਗੰਦ ਮੰਦ। ਅੱਛਾ ਸੁਬਾ ਨਾ ਤੁਸੀਂ ਇਟਲੀ ਰਹਿੰਦੇ ਹੋ ਨਾ, ਸੁਬਾ ਇਟਲੀ ਰਹਿੰਦੇ ਹੋ, ਠੀਕ ਹੈ, ਤੇ ਸੁਬਾ ਤੁਸੀਂ ਇਟਲੀ ਦੇ ਵਿੱਚ ਵਹਾਣਾ ਹੋਵੇ ਕੋਈ 10 ਕੁ ਕੰਡਮ ਆਪਣੀ ਸੜਕ ਦੇ ਉੱਤੇ ਵਹਾਣੇ ਨੇ ਪਏ, ਠੀਕ ਹੈ, ਤੇ ਤੁਹਾਡੀ ਗੱਲ ਨੂੰ ਮੈਂ ਮੰਨ ਜਾਗਾ ਨਾ। ਮੈਂ ਤੁਹਾਨੂੰ ਅਗਰ 18 ਸਾਲ ਹੋ ਗਏ ਨੇ ਤੇ ਮੈਨੂੰ ਵੀ ਕੋਈ 12 ਸਾਲ ਹੋ ਚੁੱਕੇ ਨੇ, ਠੀਕ ਹੈ। ਯੂਰਪ ਦਾ ਜਿਹੜਾ ਤਸਵਰ ਪਾਕਿਸਤਾਨ 'ਚੋਂ ਬੈਠ ਕੇ ਤੁਸੀਂ ਤੇ ਗੱਲ ਨਾ ਕਰੋ, ਬਾਕੀ ਖੈਰ ਹੋਰ ਕੋਈ ਬੰਦਾ ਪਾਕਿਸਤਾਨ 'ਚੋਂ ਬੈਠਾ ਕੋਈ ਗੱਲ ਕਰ ਲੈ ਇਸ ਤਰ੍ਹਾਂ ਦਾ, ਠੀਕ ਹੈ, ਕਿ ਐਵੇਂ ਰਾਹ ਜਾਂਦੇ ਆ ਜਨਾਬ ਤੁਹਾਡੇ ਬਕੋਲ ਅਗਰ ਉਹ ਚੀਜ਼ ਬਾਹਰ ਪਈ ਹੋਈ ਹੈ ਤੇ ਇਹਦਾ ਮਤਲਬ ਹੈ ਕਿ ਸਰੇ ਆਮ ਉਹ ਲੋਕ ਉਹ ਕਰ ਰਹੇ ਹੁੰਦੇ ਨੇ ਤੇ ਸਾਰਾ ਕੁਝ ਤਾਂ ਸੁੱਟੀ ਜਾਂਦੇ ਨੇ। ਤੁਸੀਂ ਕਿੰਨੇ ਕੁ ਵੇਖੇ ਨੇ, ਕਿੰਨੇ ਕੁ ਅਹਿਮਦੀਆਂ ਨੂੰ ਚੁੱਕਦਿਆਂ ਵੇਖਿਆ? ਉਹਦਾ ਜਵਾਬ ਦੇ ਦਿਓ ਪਲੀਜ਼। ਮੈਂ ਦੱਸਣਾ ਅਹਿਮਦੀਆਂ ਨੂੰ ਤੇ ਮੈਂ ਆਪਣੀ ਅੱਖਾਂ ਨਾਲ ਵਕਾਰੇ ਅਮਲ ਕਰਦੇ ਹੀ ਨਹੀਂ ਵੇਖਿਆ, ਸੁਣਿਆ ਹੈ ਕਿ ਕਰਦੇ ਨੇ, ਲੇਕਿਨ ਇਹ ਜੋ ਕੋਈ ਗੰਦਮੰਦ ਜਿਹਦਾ ਮੈਂ ਜ਼ਿਕਰ ਕਰ ਰਿਹਾ ਨਾ, ਨਹੀਂ ਜੇ ਤੁਸੀਂ ਨਹੀਂ ਕਰਦੇ ਤਾਂ ਤੁਸੀਂ ਇਨਕਾਰ ਕਰਦੇ ਹੋ, ਤੁਸੀਂ ਆਪੇ ਮੰਨਦੇ ਹੋ ਹਾਂ ਅਸੀਂ ਕਰਨੇ ਆ। ਤੇ ਉਹਦੇ ਉੱਤੇ ਤੁਹਾਨੂੰ ਗੱਲ ਕਰਨ ਦਾ ਮੇਰਾ ਨਹੀਂ ਖਿਆਲ ਕਿ ਕੋਈ ਗੱਲ ਕਰਨੀ ਚਾਹੀਦੀ ਹੈ। ਇੱਕ ਚੀਜ਼ ਤੁਸੀਂ ਕਹਿ ਰਹੇ ਹੋ ਮੈਂ ਵੇਖੀ ਨਹੀਂ ਇਹਨਾਂ ਨੂੰ ਵਕਾਰ ਅਮਲ ਕਰਦਾ ਮੈਂ ਸਿਰਫ ਉਨੀ ਹੀ ਕਰਨਾ ਚਾਹਨਾ ਜਿੰਨੀ ਤੁਸੀਂ ਨਹੀਂ। ਫਿਰ ਤੁਹਾਨੂੰ ਜਦੋਂ ਪਤਾ ਹੀ ਨਹੀਂ, ਤੁਸੀਂ ਕਿਸੇ ਅਹਿਮਦ ਨੂੰ ਵੇਖਿਆ ਹੀ ਨਹੀਂ ਵਕਾਰ ਅਮਲ ਕਰਦੇ ਆ, ਔਰ ਤੁਸੀਂ ਜਿਸ ਤਰ੍ਹਾਂ ਦੇ ਇਨਕਸ਼ਾਫਾਤ ਇੱਥੇ ਬੈਕ ਕਰ ਰਹੇ ਹੋ ਔਰ ਤੁਹਾਡੇ ਨਾਲ ਜਿਹੜੇ ਦੋਸਤ ਬਹਿ ਕੇ ਤਮਸਕਰ ਕਰ ਰਹੇ ਨੇ, ਠੀਕ ਹੈ, ਉਹ ਕਰਦੇ ਰਹੋ, ਤੁਹਾਡਾ ਰਾਈਟਸ ਹੈ, ਠੀਕ ਹੈ, ਉਹ ਕਰੋ, ਕੋਈ ਮਸਲਾ ਨਹੀਂ, ਕੋਈ ਫਰਕ ਨਹੀਂ ਪੈਣਾ। ਇਹਦੇ ਤਮਸਕਰ ਹੀ ਹੈ ਨਾ। ਮੈਂ ਤੁਹਾਨੂੰ ਪੁੱਛਿਆ ਹੋਵੇ ਕਿ ਕਿੰਨੇ ਕੁ ਤੁਸੀਂ ਜਿਹੜੇ ਕੰਡਮ ਨੇ ਵੇਖੇ ਨੇ ਇਹਨਾਂ ਰੋਡਾਂ ਦੇ ਉੱਤੇ? ਤੁਹਾਨੂੰ ਵੀ ਅਗਰ 18 ਸਾਲਾਂ ਦੇ ਵਿੱਚ ਕਮ ਸੇ ਕਮ 17 ਹੈਪੀ ਨਿਊ ਈਅਰ ਜਿਹੜਾ ਵਾ ਤੁਸੀਂ ਦੇਖੇ ਹੀ ਹੋਣੇ ਨੇ ਇੱਥੇ, ਠੀਕ ਹੈ। ਕਈ ਮੈਂ ਵੇਖੇ ਕਿੰਨੇ? ਹਾਂ ਉਹੀ ਨਾ, ਕਈ ਕੀ ਮਤਲਬ ਸਾਲ 'ਚ ਇੱਕੋ ਵਾਰੀ ਆਉਂਦਾ ਵੇ, ਕਿਹੜਾ ਕੋਈ ਹਰ 6ਵੇਂ ਮਹੀਨੇ ਬਾਅਦ ਆ ਜਾਂਦਾ? 17 ਨਹੀਂ ਤਾਂ 18 ਕਰ ਲਓ। ਤੇ ਪਿਛਲੇ ਸਾਲਾਂ 'ਚ ਮੈਂ ਕਈ ਵਾਰੀ ਵੇਖਿਆ ਬਾਹਰ ਇਹੋ ਜਿਹਾ। ਉਹਦੇ ਵਿੱਚ ਤੁਸੀਂ ਜਦੋਂ ਜਮਾਤੇ ਅਹਿਮਦੀਆ ਦੇ ਲੋਕਾਂ ਨੂੰ ਵਕਾਰ ਅਮਲ ਕਰਦਿਆਂ ਦੇਖਿਆ ਹੀ ਨਹੀਂ, ਤੁਹਾਡੇ ਬਕੌਲ ਹੁਣੀ ਤੁਸੀਂ ਕਿਹਾ ਹੋਵੇ। ਮੈਂ ਜਿਹੜੇ ਸ਼ਹਿਰ ਤੇ ਫਿਰ ਜਿਹੜੀ ਤੁਸੀਂ ਗੱਲ ਔਰ ਤਮਸਕਰ ਇੱਥੇ ਅੜਾ ਰਹੇ ਹੋ, ਜਾਂ ਜਿਹੜੇ ਦੋਸਤ ਨੇ ਤੁਹਾਨੂੰ ਦੱਸਿਆ ਉਹਨੂੰ ਪੁੱਛੋ, ਉਹਨੂੰ ਕਹੋ ਕੋਈ ਵੀਡੀਓ ਦੇ ਵਿੱਚ ਵੇਖਿਆ ਤੂੰ, ਜਾਂ ਖੁਦ ਜਾਂ ਕੋਈ ਚੀਜ਼ ਤੇ ਕੋਈ ਪ੍ਰੂਫ ਹੈ ਇਸ ਚੀਜ਼ ਦਾ? ਨਹੀਂ ਇੱਕ ਮਿੰਟ ਜੀ ਕਰੋ, ਆਰਾਮ ਨਾਲ ਗੱਲ ਕਰਨੀ ਹੈ ਨਾ। ਮੈਂ ਆਰਾਮ ਨਾਲ ਗੱਲ ਕਰ ਰਿਹਾ, ਤੁਹਾਨੂੰ ਕਿਉਂ ਲੱਗ ਰਿਹਾ ਕਿ ਜਿਹੜੀ ਚੀਜ਼ ਦਾ ਤੁਸੀਂ ਗੁੱਸਾ ਵੀ ਕਰਦੇ ਹੋ, ਇਹ ਚੀਜ਼ਾਂ ਉੱਥੇ ਨਹੀਂ ਹੁੰਦੀਆਂ? ਨਹੀਂ ਮੈਂ ਗੁੱਸਾ ਨਹੀਂ ਕਰ ਰਿਹਾ, ਨਹੀਂ ਹੁੰਦੀ ਨਾ। ਨਿਊ ਈਅਰ ਨਾਈਟ ਤੇ ਇਹ ਚੀਜ਼ਾਂ ਇਸਤੇਮਾਲ ਨਹੀਂ ਹੁੰਦੀਆਂ? ਕੀ ਇਸ ਤੋਂ ਇਲਾਵਾ ਕਦੀ ਨਹੀਂ ਇਸਤੇਮਾਲ ਹੁੰਦੀਆਂ? ਉਸੇ ਦਿਨ ਹੀ ਹੁੰਦੀ ਸਿਰਫ? ਨਹੀਂ ਉਹ ਸਾਰਾ ਸਾਲ ਹੁੰਦੀਆਂ, ਲੇਕਿਨ ਇਸ ਨਾਈਟ ਨੂੰ ਵੀ ਹੁੰਦੀਆਂ ਨੇ। ਐਂਜੀ ਰੋਡਾਂ ਤੇ ਲੋਕ ਸੁੱਟ ਦਿੰਦੇ ਨੇ, ਰੋਡਾਂ ਤੇ ਲੋਕ ਕਰ ਰਹੇ ਹੁੰਦੇ ਨੇ, ਰੋਡਾਂ ਤੇ ਸੁੱਟ ਦਿੰਦੇ ਨੇ। ਹਾਂ ਕਈ ਵਾਰੀ ਪਿਆ ਦੇਖਿਆ ਰੋਡਾਂ ਦੇ ਉੱਤੇ, ਪਾਰਕਾਂ ਦੇ ਵਿੱਚ। ਸੁਬਾ ਤੁਸੀਂ ਜਾਣਾ ਵੇ ਤਾਂ ਤੁਸੀਂ ਵੀਡੀਓ ਮੈਨੂੰ ਵਿਖਾਣੀ ਹੈ, ਠੀਕ ਹੈ,
ਕਿ ਤੁਹਾਨੂੰ ਰੋਡਾਂ ਦੇ ਉੱਤੇ ਕਿੰਨੇ ਕੁ ਨਜ਼ਰ ਆਏ ਨੇ? ਮੈਂ ਜੱਟ ਸਾਹਿਬ ਸਵੇਰੇ ਜੇ ਕੰਮ ਤੇ ਨਾ ਜਾਣਾ ਹੋਵੇ ਤੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਵਿਖਾ ਦਵਾਂ। ਮੈਂ ਕਹਿੰਦਾ ਸਵੇਰ ਦੀ ਅੱਗੇ ਤੁਸੀਂ ਬੜੇ ਚੈਲੰਜ ਕਰ ਰਹੇ ਹੋ, ਸਵੇਰ ਤੁਹਾਨੂੰ ਜਿੰਨੀ ਹੈ ਵੇ ਮੈਂ ਤੁਹਾਨੂੰ ਹੁਣ ਪੈਸੇ ਭੇਜ ਦੇਣਾ, ਸਵੇਰ ਉਹ ਤੇ ਕੰਮ ਤੇ ਨਾ ਜਾਇਓ, ਠੀਕ ਹੈ? ਜਿੰਨੀ ਤੁਹਾਡੀ ਇੱਕ ਪਰ ਡੇ ਤੁਹਾਡੀ ਹੈ ਵੇ ਤੁਹਾਨੂੰ ਮੈਂ ਹੁਣੀ ਭੇਜ ਦੇਣਾ, ਤੁਸੀਂ ਮੇਰਾ ਕੰਮ ਕਰਨਾ ਪਲੀਜ਼। ਨਹੀਂ ਪੈਸਿਆਂ ਦਾ ਮਸਲਾ ਨਹੀਂ ਹੁੰਦਾ, ਪੈਸਿਆਂ ਦਾ ਨਹੀਂ ਮਸਲਾ ਤੇ ਫਿਰ ਹਮੈਂਟੀ ਭਾਈ ਗੱਲ ਕਰਨ ਦਿਓ ਉਧਰ ਪਲੀਜ਼। ਅੱਛਾ ਕਿਸੇ ਹੋਰ ਦੀ ਡਿਊਟੀ ਲਾ ਦਿੰਨੇ ਆ, ਕਿਸੇ ਹੋਰ ਕੋ ਵੀਡੀਓ ਬਣਵਾ ਲੈਣੀ। ਨਹੀਂ ਤੁਸੀਂ ਬਣਾਣੀ ਹੈ ਯਾਰ ਮੇਰੇ ਕੋਲ ਜੱਟ ਸਾਹਿਬ ਤੁਸੀਂ ਬਣਵਾਣੀ ਜ਼ਰੂਰ। ਮੈਂ ਹਾਂ ਤੁਸੀਂ ਕਿਉਂਕਿ ਤੁਸੀਂ ਬੜੇ ਅਲਾਮਾ ਹੋ ਤੁਸੀਂ ਜਨਾਬ ਬਹੁਤ ਸਾਰੇ ਲੋਕਾਂ ਵਾਸਤੇ, ਤੇ ਤੁਸੀਂ ਬਕੌਲ ਖੁਦ ਤੁਹਾਡੇ ਤੁਸੀਂ 17-18 ਸਾਲਾਂ ਤੋਂ ਜਮਾਤੇ ਅਹਿਮਦੀਆ ਦੇ ਕਿਸੇ ਵੀ ਬੰਦੇ ਨੂੰ ਵਕਾਰੇ ਅਮਲ ਕਰਦਿਆਂ ਵੀ ਨਹੀਂ ਵੇਖਿਆ, ਔਰ ਇੱਥੇ ਬਹਿ ਕੇ ਤੁਸੀਂ ਗੱਲਾਂ ਕਰ ਰਹੇ ਹੋ। ਉਹਦੀ ਵਜ੍ਹਾ ਇਹ ਵੇ ਨਾ ਵੇਖਣ ਦੀ ਵਜ੍ਹਾ ਇਹ ਕਿ ਮੈਂ ਬੈਲਜੀਅਮ ਰਿਹਾ, ਮੈਂ ਉੱਥੇ ਨਹੀਂ ਵੇਖੇ, ਇੱਥੇ ਇਟਲੀ ਆਇਆ, ਇੱਥੇ ਨਹੀਂ ਮੈਂ ਜਮਾਤੇ ਅਹਿਮਦੀਆ ਦੇ ਲੋਕ ਵੇਖੇ, ਤੇ ਮੈਂ ਕਿਸ ਤਰ੍ਹਾਂ ਇਹਦੇ ਚ ਮੇਰਾ ਪਾਕਿਸਤਾਨ ਮੈਂ ਜਮਾਤੇ ਅਹਿਮਦੀਆ ਦੇ ਲੋਕਾਂ ਜਾਣੋ ਉੱਥੇ ਤੁਹਾਨੂੰ ਜਵਾਬ ਦੇ ਦਿੱਤਾ। ਦੇਖੋ ਗੱਲ ਇਹ ਵੇ ਕਿ ਅਸੀਂ ਰਸੂਲ ਅੱਲਾਹ ਦੀ ਸੁਨਨਤ ਪੂਰੀ ਕਰਨੇ ਆ, ਇਹਦੇ ਚ ਕੋਈ ਬੁਰਾਈ ਨਹੀਂ ਹੈ, ਠੀਕ ਹੈ? ਸਫਾਈ ਕਰਨੀ, ਅਸੀਂ ਇੱਕ ਸ਼ਹਿਰ ਦੇ ਵਿੱਚ ਰਹਿੰਦੇ ਆ, ਜ਼ਾਹਰੀ ਗੱਲ ਹੈ ਕਿ ਕੁਝ ਕਮਿਊਨਿਟੀਆਂ ਜੁੜੀਆਂ ਹੁੰਦੀਆਂ ਨੇ ਸ਼ਹਿਰ ਦੇ ਨਾਲ, ਇਹ ਤੁਹਾਨੂੰ ਵੀ ਪਤਾ ਹੈ। ਉਹ ਮੁਸਲਮਾਨ ਕਮਿਊਨਿਟੀਆਂ ਵੀ ਮੁਖਤਲਿਫ ਹੋ ਸਕਦੀਆਂ ਨੇ, ਕ੍ਰਿਸਚਨਾਂ ਦੀਆਂ ਹੋ ਸਕਦੀਆਂ ਨੇ, ਠੀਕ ਹੈ, ਯਹੂਦੀਆਂ ਦੀਆਂ ਹੋ ਸਕਦੀਆਂ ਨੇ, ਠੀਕ ਹੈ? ਉਹ ਉਹਨਾਂ ਦੀ ਮਰਜ਼ੀ ਹੁੰਦੀ ਹੈ ਕਿ ਸਟਾਰਟ ਦੇ ਨਾਲ ਉਹ ਕਿਸ ਤਰ੍ਹਾਂ ਉਹਨਾਂ ਦੀ ਹੈਲਪ ਕਰ ਸਕਦੇ ਨੇ, ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰ ਸਕਦੇ ਨੇ। ਇਸੇ ਤਰ੍ਹਾਂ ਜਮਾਤ ਅਹਿਮਦੀਆ ਦੇ ਜਿਹੜੇ ਨੌਜਵਾਨ ਜਾਂ ਬਜ਼ੁਰਗ ਵਲੰਟੀਅਰ ਉਹਨਾਂ ਨੂੰ ਪੇਸ਼ ਕਰਦੇ ਨੇ ਆਪਣਾ ਆਪ ਨੂੰ ਕਿ ਅਸੀਂ ਫ੍ਰੀ ਇਸ ਦਿਨ ਜਿਹੜਾ ਨਾ ਤੁਹਾਡੇ ਆਲਰੇਡੀ ਉੱਥੇ ਲੱਗੇ ਤੇ ਹੋਣੇ ਨੇ ਸਫਾਈ ਕਰਨ ਵਾਲੀ ਟੀਮ, ਬਰਲ ਸਾਡੇ ਲੋਕ ਵੀ ਤੁਹਾਡੇ ਨਾਲ ਹੈਲਪ ਕਰਨਗੇ ਜਿੰਨੇ ਜੋਗੇ ਹੋਣਗੇ। ਉਹਦੇ ਵਾਸਤੇ ਬਾਜ਼ ਜਗ੍ਹਾ ਤੇ ਉਹ ਪ੍ਰੋਵਾਈਡ ਕਰਦੇ ਨੇ ਸ਼ੈਪਰ ਜਾਂ ਸਟਿੱਕਾਂ ਜਾਂ ਜਿਹਦੇ ਨਾਲ ਚੁੱਕਣਾ ਐਵੇਂ ਬੇਲਚੇ ਵਗੈਰਾ ਜਾਂ ਝਾੜੂ ਵਗੈਰਾ, ਠੀਕ ਹੈ? ਤੇ ਬਾਜ਼ ਜਗ੍ਹਾ ਤੇ ਜਮਾਤ ਖੁਦ ਲੈ ਕੇ ਜਾਂਦੀ, ਠੀਕ ਹੈ? ਤੇ ਉਹਦੇ ਵਿੱਚ ਕੋਈ ਸਾਡੇ ਨਜ਼ਦੀਕ ਕੋਈ ਬੁਰਾਈ ਨਹੀਂ ਹੈ। ਤੁਸੀਂ ਮਸਕਰ ਕਰਨਾ ਉਹ ਬੈਠ ਕੇ ਕਰਦੇ ਰਹੋ। ਉਹਦੇ ਚ ਨਹੀਂ ਉਹ ਸਰ ਨਹੀਂ ਜੱਟ ਸਾਹਿਬ ਤੁਸੀਂ ਐਵੇਂ ਗੁੱਸਾ ਪੇ ਕਰਦੇ ਹੋ, ਮਸਕਰ ਵਾਲੀ ਕੋਈ ਗੱਲ ਅੱਛਾ ਮੈਂ ਤੁਹਾਨੂੰ ਤੁਸੀਂ 50 ਦਫਾ ਗੱਲ ਕਹਿਤੀ ਹੈ, ਮੈਂ ਗੁੱਸਾ ਕਰ ਰਿਹਾ, ਇੱਕ ਵੀ ਦਫਾ ਵੀ ਮੈਂ ਮੇਰਾ ਨਹੀਂ ਖਿਆਲ ਕਿ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕਵਾਂ ਕਿ ਮੈਂ ਗੁੱਸਾ ਕੀਤਾ। ਅੱਛਾ ਜੇ ਤੁਸੀਂ ਗੁੱਸਾ ਨਹੀਂ ਕਰ ਰਹੇ ਤੇ ਫਿਰ ਬਿਲਕੁਲ ਨਹੀਂ ਗੁੱਸਾ, ਤੁਸੀਂ ਮੇਰਾ ਵੇਖਿਆ ਵੈਸੇ, ਮੈਂ ਹੁਣ ਗੁੱਸਾ ਨਹੀਂ ਕਰਦਾ। ਮੈਂ ਕਿਹਾ ਮੈਨੂੰ ਮੌਕਾ ਤੇ ਦਿਓ ਨਾ ਗੱਲ ਕਰਨ ਦਾ। ਮੈਂ ਕਿਹਾ ਵੀ ਜੇ ਇਹ ਅਮਲ ਵਕਾਰ ਵਾਲਾ ਹੈ, ਇੱਜ਼ਤ ਵਾਲਾ ਹੈ, ਨੇਕੀ ਵਾਲਾ ਹੈ, ਸਾਦਤ ਵਾਲਾ ਹੈ, ਤੁਹਾਡੇ ਸਰਬਰਾਹ ਕਿਉਂ ਨਹੀਂ ਕਰਦੇ ਤੁਹਾਡੇ ਨਾਲ ਰਲ ਕੇ? ਇਹ ਮੇਰਾ ਸਵਾਲ। ਖਲੀਫਾ ਸਾਹਿਬ ਤੁਹਾਡੇ ਕਿਉਂ ਨਹੀਂ ਕਰਦੇ? ਅਮਰ ਨਜ਼ੀਰ ਸਾਹਿਬ ਤੁਹਾਨੂੰ ਅੱਗੇ ਜਵਾਬ ਦੇ ਦਿੱਤਾ ਹੈ, ਠੀਕ ਹੈ? ਖਲੀਫਾ ਵਕਤ ਕਰਦੇ ਨੇ ਜਾਂ ਨਹੀਂ ਕਰਦੇ, ਤੁਸੀਂ ਕੌਣ ਹੋ? ਅਸੀਂ ਤੁਹਾਨੂੰ ਇਸ ਚੀਜ਼ ਦਾ ਜਵਾਬ ਕਿਉਂ ਦਈਏ? ਹੈ ਤੁਹਾਡੇ ਕੋਲ ਕੋਈ ਸਵਾਲ ਪੁੱਛ ਲਈਏ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਇਹ ਮੁਸਲਮਾਨਾਂ ਦਾ ਮਸਲਾ ਹੈ। ਹੁਣੇ ਮੈਂ ਤੁਹਾਡੇ ਕੋਲ ਗੁਸਤਾਖੀ ਤੇ ਗੱਲ ਪੁੱਛਣੀ ਹੈ, ਤੁਸੀਂ ਕਹਿਣਾ ਇਹ ਮੁਸਲਮਾਨਾਂ ਦਾ ਮਸਲਾ ਹੈ। ਇਹ ਜੇ ਗੁੱਸੇ ਵਾਲੀ ਮੈਨੂੰ ਇੱਥੋਂ ਪਤਾ ਲੱਗਦਾ। ਨਹੀਂ ਗੁੱਸਾ ਨਹੀਂ, ਫਿਰ ਤੁਸੀਂ ਗੁੱਸਾ ਕਰਦੇ ਹੋ ਨਾ। ਤੁਹਾਨੂੰ ਕੋਈ ਆਖ ਕਵੇ ਕਿ ਇੱਕ ਇੱਥੇ ਟਿਕਟਾਕ ਤੇ ਬੰਦਾ ਕੋਈ ਗੁਸਤਾਖੀ ਕਰੇ, ਠੀਕ ਹੈ, ਤੇ ਉਹਨੂੰ ਮੁਸਲਮਾਨ ਮਾਫ ਕਰ ਦੇਣ। ਔਰ ਪਾਕਿਸਤਾਨ ਦੇ ਅੰਦਰ ਰਿਹਾਨ ਕਾਜ਼ਮੀ ਸਾਹਿਬ ਮਿਊਟ ਲਾ ਲਓ, ਜ਼ਰਾ ਰਿਹਾਨ ਕਾਜ਼ਮੀ ਸਾਹਿਬ ਮਿਊਟ ਲਾ ਲਓ ਪਲੀਜ਼, ਮਿਊਟ ਲਾ ਲਓ, ਰਿਕਵੈਸਟ ਹੈ ਤੁਹਾਨੂੰ। ਮੈਂ ਤੁਹਾਨੂੰ ਜਵਾਬ ਦੇ ਪਾਕਿਸਤਾਨ ਦੇ ਅੰਦਰ 3200 ਬੰਦਾ ਜੇਲ੍ਹ ਦੇ ਵਿੱਚ ਹੈ, ਠੀਕ ਹੈ, ਔਰ ਬਾਹਰ ਪ੍ਰੋਗਰਾਮ ਤਕਰੀਬਨ ਕੋਈ 60-70 ਪ੍ਰੋਗਰਾਮ ਕੀਤੇ ਨੇ ਕਿ ਉਹਨਾਂ ਨੂੰ ਮਾਫੀ ਨਹੀਂ ਹੋ ਸਕਦੀ, ਠੀਕ ਹੈ? ਚਾਲ ਝੰਗ ਵਾਲਾ ਕਹੇ ਉਹ ਤੁਹਾਡੇ ਨਾਲ ਗੱਲ ਕਰੋ ਆ ਕੇ, ਤੁਸੀਂ ਕਹਿੰਦੇ ਤੁਹਾਡਾ ਕਿੱਦਾਂ ਲੱਗੇ, ਤੁਹਾਡਾ ਕਿੱਦਾਂ ਲੱਗੇ? ਜੱਟ ਸਾਹਿਬ ਮੈਂ ਗੁੱਸਾ ਕਰ ਰਹੇ ਹੁੰਦੇ ਹੋ ਕਿ ਆਰਾਮ ਨਾਲ ਗੱਲ ਕਰ ਰਹੇ ਹੋ? ਤੁਹਾਡੇ ਜੱਟ ਸਾਹਿਬ ਮੈਂ ਤੁਹਾਡੇ ਇੰਟਰਨਲ ਫੇਅਰ ਦੀ ਗੱਲ ਨਹੀਂ ਕਰ ਰਿਹਾ ਜੱਟ ਸਾਹਿਬ। ਇਹ ਕੰਮ ਇੰਟਰਨਲ ਫੇਅਰ ਹੀ ਹੈ ਵੇ ਕਿ ਤੁਸੀਂ ਇਹ ਯੂਰਪੀਅਨ ਕੌਮਾਂ ਨਾਲ ਤੁਹਾਡਾ ਜੁੜਿਆ ਕੰਮ ਬਾਈ ਜਾਨ। ਮੈਂ ਇਹ ਕਹਿ ਰਿਹਾ ਕਿ ਇਹੀ ਮਸਲਾ ਨਾ ਕਿ ਤੁਸੀਂ ਜਿਹੜਾ ਸਵਾਲ ਪੁੱਛਦੇ ਹੋ ਅਸੀਂ ਤੁਹਾਨੂੰ ਜਿਹਦਾ ਚਾਹੀਏ ਜਵਾਬ ਦਈਏ, ਜਿਹਦਾ ਚਾਹੀਏ ਨਾ ਦਈਏ। ਮੈਂ ਪਿਆ ਨਾ ਤੁਸੀਂ ਠੀਕ ਹੈ, ਪਰ ਇੱਕ ਕੰਮ ਹੈ ਜਿਹੜਾ ਇਹੀ ਮਿਆਰ ਤੁਸੀਂ ਰੱਖਿਆ ਹੋਇਆ ਨਾ। ਮੈਨੂੰ ਗਲਤ ਕਰ ਲੈਂਦੇ ਬਿਲਕੁਲ ਤੁਹਾਡੇ ਮਿਆਰ ਤੇ ਪੂਰਾ ਅਸੀਂ ਉਤਰਨੇ ਆ ਕਿ ਜਦੋਂ ਤੁਹਾਨੂੰ ਕਹੀਏ ਕਿ ਫਲਾਣਾ ਗੁਸਤਾਖ ਹੈ, ਇਹਨੇ ਮਾਫੀ ਮੰਗ ਲਈ ਹੈ, ਠੀਕ ਹੈ, ਤੇ ਬਾਕੀ 3200 ਪਾਕਿਸਤਾਨ ਦੇ ਅੰਦਰ ਜਿਹੜੇ ਮਜ਼ਲੂਮ ਨੇ ਵਿਚਾਰੇ, ਉਹਨਾਂ ਦਾ ਕੀ ਕਸੂਰ ਹੈ ਵਿਚਾਰਿਆਂ ਦਾ? ਉਹਨਾਂ ਨੂੰ ਖੁੱਲੀ ਫਜ਼ਾ ਦੇ ਵਿੱਚ ਲੈ ਕੇ ਆਓ, ਠੀਕ ਹੈ? ਅੱਛਾ ਇੰਜੀਨੀਅਰ ਮੁਹੰਮਦ ਅਲੀ ਜਦੋਂ ਬਾਹਰ ਆਇਆ ਨਾ 103 ਦਿਨ ਬਾਅਦ, ਉਹਨੇ ਕਿਹਾ ਯਾਰ ਇਹਦੇ ਵਿੱਚ ਜਿਹੜੀ ਇੱਕ ਸ਼ਿਕ ਮਾਫੀ ਦੀ ਹੋਣੀ ਚਾਹੀਦੀ ਹੈ, ਤੇ ਉਹਨਾਂ ਵਾਸਤੇ ਵੀ ਸੋਚੋ ਨਾ। ਉਹ ਤਾਂ ਠੀਕ ਹੈ, ਮੈਂ ਕਿਹਾ ਜਿਹੜੀ ਉਹ ਵੀ ਠੀਕ ਹੈ ਤੇ ਇਹ ਵੀ ਠੀਕ ਹੈ। ਫਿਰ 31 ਦਸੰਬਰ ਨੂੰ ਅੱਜ ਗੱਲ ਹੋਰ ਕਰ ਲਈਏ ਜਿਹੜੀ ਪੇ ਕਰਨੇ ਆ। ਹਾਂ ਇੰਨਾ ਦੱਸ ਦਿਓ ਵੀ ਅਗਰ ਇਹ ਕੰਮ ਨੇਕੀ ਦਾ ਏ, ਫਖਰ ਦਾ ਏ, ਇੱਜ਼ਤ ਦਾ ਏ, ਸਾਦਤ ਦਾ ਏ,
ਜੀ ਤੇ ਜਿਹੜੇ ਤੁਹਾਡੇ ਸਰਬਰਾਹ ਨੇ ਉਹਨਾਂ ਨੂੰ ਤੇ ਚਾਹੀਦਾ ਕਿ ਅੱਗੇ ਵੱਧ ਕੇ ਕਰਕੇ ਵਹਾਣ, ਲੀਡ ਕਰਨ ਤੁਹਾਨੂੰ। ਇਹ ਕਿਉਂ ਨਹੀਂ ਕਰਦੇ ਆ? ਜਾਂ ਇਹ ਸਿਰਫ ਤੁਹਾਡੇ ਵਾਸਤੇ ਸਾਦਤ ਹੈ, ਤੁਹਾਡੇ ਵਾਸਤੇ ਫਖਰ ਹੈ? ਹਾਂਜੀ ਬਿਲਕੁਲ ਸਾਡੇ ਵਾਸਤੇ ਵੀ, ਬਿਲਕੁਲ ਬਿਲਕੁਲ ਉਹਨਾਂ ਵਾਸਤੇ ਤੁਸੀਂ ਨਾ, ਜ਼ਰੂਰੀ ਨਹੀਂ ਹੁੰਦਾ ਕਿ ਲੀਡਰ ਹਰ ਉਹ ਕੰਮ ਕਰੇ, ਠੀਕ ਹੈ। ਲੀਡਰ ਬਾਜ਼ ਦਫਾ ਲੀਡ ਕਰਦਾ ਹੁੰਦਾ ਹੈ, ਠੀਕ ਹੈ। ਜ਼ਰੂਰੀ ਨਹੀਂ ਹੁੰਦਾ ਕਿ ਹਰ ਉਹ ਕੰਮ ਜਿਹੜਾ ਨਾ ਲੀਡਰ ਖੁਦ ਕਰੇ, ਠੀਕ ਹੈ। ਬਾਜ਼ ਦਫਾ ਉਹਨੇ ਸਿਰਫ ਹੁਕਮ ਹੀ ਦੇਣਾ ਹੁੰਦਾ ਹੈ, ਹਰ ਕੰਮ ਲੀਡਰ ਨਹੀਂ ਕਰਦਾ ਹੁੰਦਾ। ਵੋਲੰਟੀਅਰ ਕੰਮ ਜਿਹੜੇ ਹੁੰਦੇ ਨੇ ਨਾ, ਜੀ ਜੀ ਹੁਣ ਤੁਸੀਂ ਅੱਗੋਂ ਅਲਫਾਜ਼ਾਂ ਨਾਲ ਖੇਡੋ, ਜਿੰਨਾ ਮਰਜ਼ੀ ਖੇਡਦੇ ਜਾਓ। ਮੇਰਾ ਕਹਿਣ ਦਾ ਮਕਸਦ ਹੈ ਤੁਹਾਡਾ ਕੰਮ ਹੀ ਅਮਰ ਨਜ਼ੀਰ ਸਾਹਿਬ ਇਹ ਵੇ ਕਿ ਤੁਸੀਂ ਅਲਫਾਜ਼ਾਂ ਨਾਲ ਖੇਡਣਾ, ਉਹ ਖੇਡੋ ਬਹਿ ਕੇ। ਤੁਹਾਨੂੰ ਜਵਾਬ ਦੇ ਦਿੱਤਾ ਹੈ, ਠੀਕ ਹੈ, ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਤੇ ਅਮਲ ਕਰਦਿਆਂ ਹੋਇਆਂ, ਠੀਕ ਹੈ, ਕਿ ਕਿਉਂ ਕਿ ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ, ਸਾਡਾ ਇਹ ਘਰ ਹੈ, ਸਾਡਾ ਇਹ ਸ਼ਹਿਰ ਹੈ, ਸਾਡਾ ਇਹ ਫਰਜ਼ ਬਣਦਾ ਹੈ ਕਿ ਉਹਨਾਂ ਦੇ ਨਾਲ ਮਿਲੀਏ ਔਰ ਉਹਨਾਂ ਦੇ ਸ਼ਹਿਰ ਨੂੰ ਸਾਫ਼ ਕਰੀਏ। ਇਹ ਸਿਰਫ ਨਵਾਂ ਸਾਲ ਹੈ, ਨਵਾਂ ਸਾਲ ਤੋਂ ਇਲਾਵਾ ਵੀ ਪ੍ਰੋਗਰਾਮ ਹੁੰਦੇ ਨੇ। ਫ੍ਰੀ ਆਫ ਕਾਸਟ ਦਰਖਤ ਨਾ, ਫ੍ਰੀ ਆਫ ਕਾਸਟ ਪੇ ਕਰਦੇ ਹੋ ਨਾ? ਜੀ ਜੀ ਫ੍ਰੀ ਆਫ ਕਾਸਟ ਹੀ ਹੁੰਦਾ ਕੰਮ। ਵੈਸੇ ਤੇ ਜਦੋਂ ਬੰਦਾ ਮਿਹਨਤ ਮਜ਼ਦੂਰੀ ਕਰਦਾ ਹੈ, ਐਨਜੀਓਜ਼ ਬਾਜ਼ ਐਸੀਆਂ ਹੁੰਦੀਆਂ ਨੇ ਜਿਹੜੇ ਫ੍ਰੀ ਆਫ ਕਾਸਟ ਵੀ ਕੰਮ ਕਰਦੀਆਂ ਨੇ। ਮੈਨੂੰ ਗੱਲ ਕਰ ਲੈਣ ਦਿਓ, ਮੈਨੂੰ ਕਰ ਲਓ। ਮੈਂ ਕਿਹਾ ਕਈ ਕੰਮ ਹੁੰਦੇ ਨੇ ਉਹ ਪੇਡ ਹੁੰਦੇ ਨੇ, ਤੇ ਉਹ ਜਿਹੜੇ ਕੰਮ ਦੀ ਉਜਰਤ ਤੁਹਾਨੂੰ ਮਿਲਦੀ ਏ, ਉਹ ਕੰਮ ਕਰਨ 'ਚ ਕੋਈ ਹਰਜ ਨਹੀਂ, ਭਾਵੇਂ ਉਹ ਗੰਦਗੀ ਵਾਲਾ ਵੀ ਹੋਵੇ, ਸਫਾਈ ਵਾਲਾ ਵੀ ਹੋਵੇ। ਤੁਸੀਂ ਕਿਸੇ ਕਿਸਮ ਦਾ ਵੀ ਗੰਦੇ ਤੋਂ ਗੰਦਾ ਵੀ ਕੰਮ ਕਰਦੇ ਹੋ ਨਾ, ਤੇ ਜ਼ਾਹਿਰ ਹੈ ਕਿ ਤੁਸੀਂ ਪੇਡ ਹੋ ਉਹਦੇ ਵਾਸਤੇ, ਤੇ ਉਜਰਤ ਵਾਲਾ ਕੰਮ ਤੁਸੀਂ ਕਰਦੇ ਹੋ, ਤੇ ਇਹਦੇ ਤੇ ਰੱਬ ਵੀ ਰਾਜ਼ੀ ਹੁੰਦਾ ਹੈ ਕਿ ਤੁਸੀਂ ਇੱਕ ਐਸਾ ਕੰਮ ਕਰ ਰਹੇ ਹੋ ਜਿਹਦੇ ਵਾਸਤੇ ਤੁਹਾਡਾ ਫੈਮਿਲੀ, ਤੁਹਾਡਾ ਘਰ ਜੁੜਿਆ ਹੈ, ਤੁਸੀਂ ਬੱਚੇ ਪਾਲ ਰਹੇ ਹੋ ਉਹਦੇ ਨਾਲ ਮਿਹਨਤ, ਭਾਵੇਂ ਉਹ ਗੰਦਾ ਕੰਮ ਹੈ ਤੁਸੀਂ ਕਰਦੇ ਹੋ, ਕੋਈ ਗੱਲ ਨਹੀਂ। ਜਦੋਂ ਬੰਦਾ ਇਹੋ ਜਿਹੇ ਕਿਸੇ ਕੰਮ ਨੂੰ ਵੋਲੰਟੀਅਰਲੀ ਕਰਦਾ ਹੈ ਨਾ, ਤੇ ਉਹਦੇ ਵਾਸਤੇ ਫਿਰ ਜ਼ਰੂਰੀ ਹੈ ਕਿ ਉਹ ਇੱਕ ਮਿਸਾਲ ਆਪਣੇ ਸਾਹਮਣੇ ਪੇਸ਼ ਕਰੇ ਕਿ ਇਹ ਅਸੀਂ ਵੋਲੰਟੀਅਰਲੀ ਕੰਮ ਕਰ ਰਹੇ ਹਾਂ, ਤੇ ਉਹਦੇ ਵਾਸਤੇ ਵੇਖ ਲਓ ਸਾਡੇ ਵੱਡੇ ਦੀ ਇਹ ਮਿਸਾਲ ਹੈ, ਸਾਡੇ ਬਜ਼ੁਰਗ ਕਰਦੇ ਸੀ, ਸਾਡੇ ਦਾਦਾ ਜੀ ਕਰਦੇ ਸੀ, ਪੜਦਾਦਾ ਜੀ ਕਰਦੇ ਸੀ, ਜਾਂ ਸਾਡੇ ਸਰਬਰਾਹ ਸਾਹਿਬ ਕਰਦੇ ਨੇ। ਇਹ ਮੈਂ ਪੁੱਛਿਆ ਕਿ ਅਗਰ ਵੋਲੰਟੀਅਰ ਕੰਮ ਹੈ ਔਰ ਉਹ ਨੇਕੀ ਦਾ ਕੰਮ ਹੈ, ਉਹਦੇ ਵਾਸਤੇ ਕੋਈ ਪੈਸੇ ਵੀ ਨਹੀਂ ਲੱਗਦੇ, ਯਾਨੀ ਤੁਸੀਂ ਫ੍ਰੀ ਕਰਦੇ ਹੋ, ਤੇ ਕਿਉਂ ਨਹੀਂ ਤੁਹਾਡੇ ਖਲੀਫਾ ਸਾਹਿਬ ਕਰਕੇ ਤੇ ਇਹਦੀ ਮਿਸਾਲ ਤੁਹਾਡੇ ਅੱਗੇ ਪੇਸ਼ ਕਰਦੇ? ਕਹਿ ਲਓ ਮੈਂ ਵੀ ਅਮਰਜੀਤ ਸਾਹਿਬ, ਫਿਰ ਮੈਂ ਕੋਈ ਗੱਲ ਕੀਤੀ ਫਿਰ ਤੁਹਾਨੂੰ ਲੱਗਣਾ ਗੁੱਸਾ। ਮੁਹਤਰਮ ਨਾਲੇ ਨੰਬਰ ਲੈ ਕੇ ਰੱਖ ਲਿਓ, ਇਹ ਫ੍ਰੀ ਕੰਮ ਹੈ ਤੇ ਬੰਦਾ ਕਰਵਾ ਲੈਂਦਾ ਕਿਧਰੇ। ਹਾਂਜੀ ਤੁਸੀਂ ਜ਼ਰੂਰ ਕਹੋ ਮੈਨੂੰ, ਮੈਂ ਤੁਹਾਡੇ ਆਪ ਕਰ ਦਾਂਗਾ, ਕੋਈ ਮਸਲਾ ਨਹੀਂ ਮਿੰਟੀ ਸਾਹਿਬ। ਅੱਛਾ ਚਲੋ, ਜੇ ਤੁਸੀਂ ਗੁੱਸਾ ਕਰਦੇ ਹੋ ਤਾਂ ਨਹੀਂ ਮੈਂ ਬਿਲਕੁਲ ਨਹੀਂ ਗੁੱਸਾ ਕਰ ਰਿਹਾ, ਬਿਲਕੁਲ ਆਰਾਮ ਨਾਲ ਗੱਲ ਕੀਤੀ ਹੈ, ਠੀਕ ਹੈ, ਜਿੰਨੀ ਕੀਤੀ ਹੈ ਬੜੇ ਆਰਾਮ ਨਾਲ ਮੈਂ ਕੀਤੀ ਹੈ, ਠੀਕ ਹੈ ਨਾ। ਮੈਂ ਕਿਹਾ ਇਟਲੀ 'ਚ ਵੀ ਤੁਹਾਡੀ ਜਮਾਤ ਤੇ ਹੋਏਗੀ ਨਾ? ਹਾਂਜੀ ਇੱਕ ਵਾਰੀ ਮੈਨੂੰ ਦੱਸਿਆ ਸਨ ਨੇ ਵੀ ਇਟਲੀ, ਉੱਥੇ ਬਲੋਨੀਆ ਸ਼ਹਿਰ ਹੈ, ਉੱਥੇ ਕੋਈ ਹੈ ਜਮਾਤ ਇਹਨਾਂ ਦੀ, ਉਹ ਰੋਮ ਤੋਂ ਤੇ ਬ੍ਰੇਸ਼ੀਆ ਦੇ ਸੈਂਟਰ 'ਚ ਆਉਂਦੇ। ਨਹੀਂ ਹੋਣੇ ਨੇ, ਇੱਕ ਦੋ ਬੰਦਾ ਹੋਣਾ ਹੈ ਉੱਥੇ ਇਟਲੀ 'ਚ। ਨਹੀਂ ਉਹ ਜ਼ਿਆਦਾ ਹੋਣਗੇ। ਨਹੀਂ ਇਹ ਇੱਕ ਦੋ ਹੋਣਾ ਹੈ। ਜਿੱਥੇ ਮੈਂ ਰਹਿਣਾ ਬ੍ਰੇਸ਼ੀਆ ਮੈਨੂੰ ਨਹੀਂ ਕੋਈ ਮਿਲਿਆ। ਮੈਂ ਕਿਹਾ ਜਿਹੜਾ ਰੋਮ ਹੈ, ਜਿੱਥੇ ਵੈਟੀਕਨ ਸਿਟੀ, ਜਿੱਥੇ ਪੋਪ ਰਹਿੰਦਾ, ਉੱਥੇ ਵੀ ਤੇ ਹੋਣਗੇ ਨਾ ਤੁਹਾਡੇ ਬੰਦੇ। ਯਾਰ ਤੁਸੀਂ ਹੁਣ ਸਾਨੂੰ ਆਰਡਰ ਦੱਸੋਗੇ ਫਲਾਣੀ ਜਗ੍ਹਾ ਜਾਓ, ਫਲਾਣੀ ਜਗ੍ਹਾ ਨਾ ਜਾਓ। ਯਾਰ ਜਿੱਥੇ ਸਾਡੀ ਮਰਜ਼ੀ ਹੈ ਅਸੀਂ ਜਾਈਏ ਨਾ ਜਾਈਏ। ਮੈਂ ਤੇ ਪੁੱਛਣ ਲੱਗਾ ਭਾਈ, ਜਿੱਥੇ ਜਮਾਤ ਦੀ ਤਾਦਾਦ ਲੋਕਾਂ ਦੀ ਜ਼ਿਆਦਾ ਹੁੰਦੀ ਉੱਥੇ ਆਵਾਮ ਨੇ ਜਾਣਾ ਹੁੰਦਾ ਹੈ। ਸਹੀ ਹੈ। ਮੈਂ ਜਰਮਨੀ ਹੁਣ ਇੱਕ ਛੋਟੇ ਜਿਹੇ ਕਸਬੇ 'ਚ ਰਹਿੰਦਾ ਸਾਂ, ਸੁਣ ਲਓ, ਇੱਕ ਛੋਟੇ ਜਿਹੇ ਕਸਬੇ 'ਚ ਰਹਿੰਦਾ ਸਾਂ ਜਰਮਨੀ ਜਦੋਂ ਮੈਂ ਆਇਆ। ਸਹੀ ਹੈ। ਤੋਂ 70 ਕਿਲੋਮੀਟਰ ਦੇ ਦੂਰ ਸਾਡਾ ਜਿਹੜੀ ਸੀ ਉਹ ਮਸਜਿਦ ਸੀ, ਠੀਕ ਹੈ। ਹੁਣ ਉਹਦੇ ਨਾਲ ਜਿਹੜੇ ਕਸਬਿਆਂ 'ਚ ਲੋਕ ਰਹਿੰਦੇ ਸਨ, ਉਹ ਇੱਕ ਜਗ੍ਹਾ ਤੇ ਜਾ ਕਰਦੇ ਸਨ। ਇੱਕ ਤੁਹਾਡੀ ਯੂਨਿਟੀ ਨਜ਼ਰ ਆਉਂਦੀ ਹੈ, ਤੁਹਾਡੀ ਇੱਕ ਜਮਾਤ ਨੇ ਬਕਾਇਦਾ ਕਈ ਸ਼ਹਿਰਾਂ ਨੇ ਆਪਣੇ ਉਹ ਸ਼ਰਟਾਂ ਵਗੈਰਾ ਬਣਾਈਆਂ ਹੁੰਦੀਆਂ ਨੇ ਜਮਾਤ ਦੇ ਨਾਮ ਦੀਆਂ, ਠੀਕ। ਉੱਥੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੇ ਨੇ। ਹੁਣ ਤੁਸੀਂ ਕਹੋ ਫਲਾਣੇ ਉਹ ਜਿਸ ਜਗ੍ਹਾ ਤੁਸੀਂ ਕਹਿ ਰਹੇ ਹੋ, ਕੀ ਪਤਾ ਉੱਥੇ ਲੋਕ ਨਾ ਹੋਣ, ਲੋਕਾਂ ਵਾਸਤੇ ਮੁਸ਼ਕਿਲ ਹੋਏ ਉਸ ਜਗ੍ਹਾ ਤੇ ਜਾਣਾ ਵਾਸਤੇ। आमिर भाई मेरा एक सवाल है, ਇੱਕ ਮਿੰਟ ਮਲਕ ਇਮਰਾਨ ਯਾਰ, ਸਵਾਲ ਪਿਛਾ ਨੇ ਮੈਨੂੰ ਇਨਫੋਰਮੇਸ਼ਨ ਜੱਟ ਸਾਹਿਬ ਕੋ ਲੈ ਲੈਂਦੇ ਤੇ ਫਿਰ ਲੈਣੇ ਆ ਸਵਾਲ। ਇਹ ਮੈਂ ਕਿਹਾ ਇਟਲੀ 'ਚ ਜਿਹੜਾ ਵੈਟੀਕਨ ਸਿਟੀ ਹੈ, ਉਹਦੇ 'ਚ ਵੀ ਕੋਈ ਤੁਹਾਡੀ ਇਨਫੋਰਮੇਸ਼ਨ ਮਿਲ ਸਕਦੀ ਹੈ ਕਿ ਬੰਦੇ ਤੁਹਾਡੇ ਵਕਾਰੇ ਅਮਲ ਕਰਦੇ ਨੇ ਜਾਂ ਨਹੀਂ ਕਰਦੇ? ਇਹ ਕੋਈ ਮੈਂ ਬੁਰੀ ਗਲਤ ਨਹੀਂ ਕਹਿ ਰਿਹਾ, ਸਿਰਫ ਜਾਣਨ ਵਾਸਤੇ ਕਹਿ ਰਿਹਾ। ਨਹੀਂ ਮੈਨੂੰ ਨਹੀਂ ਪਤਾ, ਤੁਸੀਂ ਗੂਗਲ ਤੇ ਚੈੱਕ ਕਰ ਲਓ ਕਿ ਅਗਰ ਉੱਥੇ ਜਮਾਤ ਹੈ ਵੇ, ਉੱਥੇ ਲਿਖ ਲਓ, ਠੀਕ ਹੈ, ਤੇ ਸ਼ਾਇਦ ਗੂਗਲ ਤੋਂ ਮਿਲ ਜਾਏ ਤੁਹਾਨੂੰ। ਮੈਂ ਅਗਰ ਵੈਟੀਕਨ ਸਿਟੀ ਦੀ ਇਹ ਵਕਾਰੇ ਅਮਲ ਕਰਦੇ ਮੈਨੂੰ ਨਜ਼ਰ ਮੇਰੇ ਕੋਲ ਇਟਲੀ ਦੀ ਬਿਲਕੁਲ ਕੋਈ ਇਨਫੋਰਮੇਸ਼ਨ ਨਹੀਂ ਹੈ ਨਾ, ਕਿਉਂਕਿ ਸਲੀਬ ਵਾਲਿਆਂ ਦਾ ਜਿਹੜਾ ਮਰਕਜ਼ ਹੈ ਉਹ ਤੇ ਇੱਥੇ ਹੀ ਹੈ ਨਾ ਵੈਟੀਕਨ ਸਿਟੀ 'ਚ।
ਤੇ ਕਸਰੇ ਸਲੀਬ ਦਾ ਜਿਹੜਾ ਹੈ ਉਹ ਅਮਲੀ ਮੁਜ਼ਾਹਰਾ ਉਹਦੀ ਅਗਰ ਵੀਡੀਓ ਮਿਲ ਜਾਏ ਇਹਨਾਂ ਦੇ ਬਾਰੇ ਮਿਰਜ਼ਾ ਸਾਹਿਬ ਫਰਮਾਉਂਦੇ ਨੇ ਫੁਜ਼ਲਾ ख्वार ईसाई ਇਹ ਵੇਖਿਆ ਜੀ ਸਾਹਮਣੇ ਮੋਟੀ ਜੀ ਮੋਟੇ ਲਫ਼ਜ਼ਾਂ ਨਾਲ ਮਿਰਜ਼ਾ ਸਾਹਿਬ ਨੇ ਲਿਖਿਆ ਆਪਣੇ ਕਿਤਾਬ ਸੱਤ ਬਚਨ 'ਚ ਨਾ। ਅੱਛਾ ਤੇ ਆਹੋ ਇਹ ਲਫ਼ਜ਼ मोटे ने बाकी और हिंदुओं को एक और बात दूर की सूझी ये छोटे लफ्ज़ां च ਇਹ ਵੱਡਾ ਫਾਰਮ ਜਿਹੜਾ ਨਾ ਅਸਲ ਮਸਲਾ ਇਹ ਹੈ ਅਮਨ ਨਜ਼ੀਰ ਸਾਹਿਬ ਕਿ ਬਰਾਡ ਚਲਾਉਣ ਵਾਸਤੇ ਨਾ ਉਹ ਕੋਈ ਨਾ ਕੋਈ ਟਾਪਿਕ ਚਾਹੀਦਾ ਹੁੰਦਾ ਹੈ, ਠੀਕ ਹੈ। ਉਹ ਕਿਉਂਕਿ ਸੁਬਹ ਜਮਾਤੇ ਅਹਿਮਦੀਆ ਅਲਹਮਦੁਲਿਲਾ ਰਸੂਲ ਅੱਲਾਹ ਦੀ ਸੁਨਨਤ ਤੇ ਚੱਲਦੇ ਹੋਏ ਆ ਔਰ ਉਹਨਾਂ ਨੇ ਜਦੋਂ ਦੱਸਿਆ ਕਿ ਸਫਾਈ ਨਿਫਸ ਇਮਾਨ ਹੈ ਤੇ ਉਹਦੇ ਤੇ ਅਮਲ ਕਰਦਿਆਂ ਹੋਇਆਂ ਸਵੇਰੇ ਕਿਉਂਕਿ ਉਹਨਾਂ ਨੇ ਇਹ ਕੰਮ ਕਰਨਾ ਹੈ ਸਫਾਈ ਤੇ ਔਰ ਤੁਹਾਨੂੰ ਸੁਨਨਤ ਹੈ ਸੁਣ ਲਓ ਸਰ ਰਸੂਲ ਦੀ ਸੁਨਨਤ ਹੈ ਉਹ ਸੁਣ ਤੇ ਲਵੋ ਨਾ ਹੁਣ ਗੱਲ ਜੀ ਕੌਮ ਦਾ ਜਾ ਕੇ ਉਹ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਲਓ ਆਪਣੀ ਸੁਨਨਤ ਹੈ ਇਹਨੂੰ ਨਾ ਰਸੂਲ ਨਾਲ ਜੋੜੋ। ਹਾਂਜੀ ਉਹੀ ਨਾ ਕਿ ਗੱਲ ਹੈ ਕਿ ਜਿਹੜਾ ਜਿਨ੍ਹਾਂ ਕੋਲ ਅਸਲ ਇਸਲਾਮ ਹੈ ਉਹੀ ਉਹ ਕੰਮ ਕਰਨਗੇ ਨਾ। ਹੁਣ ਗੱਲ ਤੁਸੀਂ ਵਿੱਚ ਨਾ ਉਹੀ ਗੱਲ ਹੈ ਕਿ ਇੰਟਰਪਟ ਕਰਕੇ ਤੁਸੀਂ ਸਾਰੀ ਗੱਲ ਭੁਲਾਤੀ ਮੈਂ ਕੀ ਕਰਨਾ। ਮੈਂ ਕਹਿੰਦਾ ਜਿਹੜਾ ਅਸਲ ਇਸਲਾਮ ਦਾ ਸਰਬਰਾ ਹੈ ਉਹਨੂੰ ਲੀਡ ਕਰਨਾ ਚਾਹੀਦਾ। ਅਗਰ ਇਹ ਇਸਲਾਮੀ ਅਮਲ ਹੈ ਔਰ ਇਹ ਬੜਾ ਵਕਾਰੇ ਅਮਲ ਹੈ ਤੇ ਫਿਰ ਖਲੀਫਾ ਸਾਹਿਬ ਨੂੰ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਤੁਹਾਡੇ ਕੋਲ ਗਾਈਡਲਾਈਨ ਨਹੀਂ ਲੈਣੀ ਕਿ ਅਸੀਂ ਆਪਣੇ ਖਲੀਫਾ ਵਕਤ ਨੂੰ ਜਿਹੜਾ ਨਾ ਉਹ ਕਹੀਏ ਹਾਂ ਇਹ ਤੁਹਾਡੇ ਕੋਲ ਨਹੀਂ ਸੀ ਲੈਣੀ, ਤੁਹਾਡੇ ਕੋਲ ਨਹੀਂ ਲੈਣੀ। ਮੈਂ ਕਿਹਾ ਤੁਹਾਨੂੰ ਜਵਾਬ ਦੇ ਦਿੱਤਾ ਹੈ, ਹਰ ਗੱਲ ਦਾ ਤੁਹਾਨੂੰ ਜਵਾਬ ਦੇ ਦਿੱਤਾ ਹੈ, ਬਾਰ-ਬਾਰ ਉੱਤੇ ਸਵਾਲਾਂ ਨਾ ਆਓ। ਮੈਂ ਕਿਹਾ ਜਿਹੜਾ ਸ਼ਜਰਕਾਰੀ ਮੈਂ ਜਿਹੜੀ ਗੱਲ ਕਰ ਰਿਹਾ ਕਿ ਇੱਕ ਟੌਪਿਕ ਚਾਹੀਦਾ ਹੁੰਦਾ ਹੈ ਬਰਾਡ ਚਲਾਉਣ ਵਾਸਤੇ, ਸਹੀ ਹੈ, ਔਰ ਸੁਬਹ ਵਾਸਤੇ ਤੁਹਾਨੂੰ ਪਤਾ ਕਿ ਇਹ ਬੈਸਟ ਟੌਪਿਕ ਹੈ। ਜਵਾਬ ਤੁਹਾਡੇ ਕੋਲ ਇੱਕ ਨਹੀਂ, ਠੀਕ ਹੈ। 18 ਸਾਲਾਂ ਦੇ ਵਿੱਚ 18 ਸਾਲਾਂ ਦੇ ਵਿੱਚ ਤੁਹਾਨੂੰ ਅੱਜ ਤੱਕ ਕੋਈ ਵਕਾਰ ਅਮਲ ਕਰਦਾ ਬੰਦਾ ਨਜ਼ਰ ਨਹੀਂ ਆਇਆ, ਠੀਕ ਹੈ। ਔਰ ਤੁਸੀਂ ਇਲਜ਼ਾਮ ਇੱਥੇ ਬਹਿ ਕੇ ਲਾ ਰਹੇ ਹੋ ਕਿ ਜਿਹੜੇ ਨੇ ਉਹ ਜਾ ਕੇ ਕੰਡਮ ਚੁੱਕਦੇ ਨੇ, ਉਹ ਕਰਦੇ ਨੇ, ਉਹ ਕਰਦੇ ਨੇ। ਉਹਦਾ ਤੁਹਾਨੂੰ ਮੈਂ ਪੁੱਛਿਆ ਸਵੇਰੇ, ਤੁਹਾਨੂੰ ਆਫਰ ਵੀ ਕਰਵਾਈ ਹੈ ਕਿ ਤੁਹਾਡੀ ਦਿਹਾੜੀ, ਤੁਸੀਂ ਕਹਿੰਦੇ ਨਹੀਂ ਮੈਨੂੰ ਅੱਲਾ ਦਾ ਸ਼ੁਕਰ ਹੈ ਚਲੋ ਤੁਹਾਨੂੰ ਦਿਹਾੜੀ ਦੀ ਵੀ ਨਹੀਂ ਲੋੜ, ਤੇ ਤੁਸੀਂ ਪਲੀਜ਼ ਉਹ ਵੀਡੀਓ ਬਣਾਓ। ਤੁਸੀਂ ਕਹਿੰਦਾ ਕਿਸੇ ਹੋਰ ਕੋ ਬਣਵਾ ਦਾਂ, ਠੀਕ ਹੈ ਭਾਈ। ਵੀਡੀਓ ਕਿਹੜੀ ਬਣਵਾਣੀ ਹੈ ਮੈਂ ਤੁਹਾਡੀ ਜ਼ਾਤ ਵਾਸਤੇ ਬਣਾ ਦੇਣਾ। ਕਿਹੜੀ ਬਣਾਣੀ ਆਮਿਰ ਭਾਈ ਅਗਰ ਬਣਾਣੀ ਔਖੀ ਹੈ ਕੋਈ? ਇਸਲਾਮ ਦੀ ਗੱਲ ਹੀ ਕਰ ਰਹੇ ਨੇ ਤਾਂ ਇਸਲਾਮ ਦੇ ਵਿੱਚ ਇਹ ਹੀ ਹੈ ਕਿ ਆਪਣੇ ਮੁਲਕ ਦੇ ਨਾਲ ਅਗਰ ਤੁਸੀਂ ਮੁਸਲਮਾਨ ਹੋ, ਇਸਲਾਮ ਦੇ ਵਿੱਚ ਕਿੱਥੇ ਲਿਖਿਆ ਕਿ ਜਿਹੜਾ ਕੋਈ ਕ੍ਰਿਸਚਨਾਂ ਜਾਂ ਯਹੂਦੀਆਂ ਦੇ ਘਰਾਂ ਦੀ ਜਾ ਕੇ ਸਫਾਈ ਨਹੀਂ ਕਰਨੀ ਹੈ? ਕੋਈ ਦਿਖਾਣਾ ਜ਼ਰਾ ਅਮਰ ਨਜ਼ੀਰ ਸਾਹਿਬ। ਨਹੀਂ ਕਿਸੇ ਵੀ ਘਰ ਦੀ ਸਫਾਈ ਕੀਤੀ ਜਾ ਸਕਦੀ ਹੈ। ਨਹੀਂ ਤੁਸੀਂ ਹੁਣੇ ਕਿਹਾ ਨਾ ਕਿ ਤੁਸੀਂ ਜਾ ਕੇ ਗੈਰ ਮੁਸਲਮਾਨ ਦਾ ਇਹ ਉਹ ਸਾਰਾ, ਇਹ ਇਸਲਾਮ ਨੇ ਕਿਤੇ ਤੁਹਾਨੂੰ ਕਿਹਾ ਵੇ ਕਿ ਜਾ ਕੇ ਯਹੂਦੀਆਂ ਇਸਾਈਆਂ ਦੇ ਘਰਾਂ ਦੀ ਜਾ ਕੇ ਸਫਾਈ ਨਹੀਂ ਕਰ ਸਕਦੇ? ਜਿਸ ਮੁਲਕ ਦੇ ਵਿੱਚ ਤੁਹਾਡੀ ਪੈਦਾਇਸ਼ ਹੈ ਯਾਰ ਮਲਕ ਇਮਰਾਨ ਸਾਹਿਬ ਮਿਹਰਬਾਨੀ ਹਾਂ ਬਿਲਕੁਲ ਪਾਕਿਸਤਾਨ ਦੇ ਅੰਦਰ ਵੀ ਅਸੀਂ ਬਹੁਤ ਜ਼ਿਆਦਾ ਕੰਮ ਕਰਨੇ ਆ, ਠੀਕ ਹੈ। ਪਾਕਿਸਤਾਨ ਦੇ ਅੰਦਰ ਵੀ ਠੀਕ ਹੈ, ਪਾਕਿਸਤਾਨ ਦੇ ਵਿੱਚ ਵੀ ਵਕਾਰ ਅਮਲ ਹੁੰਦਾ ਹੈ, ਠੀਕ। ਉੱਥੇ ਵੀ ਕੂੜਾ ਚੁੱਕਿਆ ਜਾਂਦਾ ਹੈ, ਉੱਥੇ ਵੀ ਗਲੀਆਂ ਸਾਫ਼ ਕੀਤੀਆਂ ਜਾਂਦੀਆਂ ਨੇ, ਉੱਥੇ ਵੀ ਦਰਖਤ ਕੱਟੇ ਜਾਂਦੇ ਨੇ ਕੰਡਿਆਂ ਵਾਲੇ, ਉਸ ਤੋਂ ਬਾਅਦ ਦਰਖਤ ਲਾਏ ਜਾਂਦੇ ਨੇ। ਮੈਨੂੰ ਬਾਕੀ ਸ਼ਹਿਰਾਂ ਔਰ ਇੱਥੇ ਵੀ ਸਾਰਾ ਕੁਝ ਕੀਤਾ ਜਾਂਦਾ ਹੈ। ਵੈਟੀਕਨ ਸਿਟੀ ਦਾ ਵੇਖਣਾ ਚਾਹਨਾ ਜਿਹੜਾ ਕੂੜਾ ਚੁੱਕਣ ਵਾਲੇ ਨੇ, ਮੈਂ ਤੁਹਾਨੂੰ ਉਹਦਾ ਜਵਾਬ ਦੇ ਦਿੱਤਾ ਅਮਨ ਨਜ਼ੀਰ ਸਾਹਿਬ ਕਿ ਅਗਰ ਉੱਥੇ ਜਮਾਤ ਦੇ ਲੋਕਾਂ ਦੀ ਉਹਦੇ ਕਰੀਬ ਤਰੀਨ ਅਗਰ ਜ਼ਿਆਦਾ ਤਾਦਾਦ ਹੈ, ਉਹਨਾਂ ਨੂੰ ਵੱਡਾ ਸ਼ਹਿਰ ਉਹੀ ਲੱਗਦਾ ਹੋਇਆ ਤੇ ਉੱਥੇ ਵੀ ਹੁੰਦਾ ਹੋਏਗਾ। ਮੈਂ ਕਿਸ ਤਰ੍ਹਾਂ ਰਾਬਤਾ ਕਰ ਸਕਣਾ, ਉਹਨਾਂ ਦੀ ਵੀਡੀਓ ਜਾਂ ਫੋਟੋ ਕਿਸ ਤਰ੍ਹਾਂ ਦੇਖ ਸਕਣਾ ਜਿਨ੍ਹਾਂ ਨੇ ਸਵੇਰੇ ਵੈਟੀਕਨ? ਤੁਸੀਂ ਸਵੇਰ ਚੈੱਕ ਕਰ ਲਿਓ ਨਾ। ਉੱਥੇ ਗੱਲ ਹੈ ਕਿ ਜਿੱਥੇ ਵੀ ਵਕਾਰ ਅਮਲ ਹੁੰਦਾ ਹੈ ਨਾ, ਉਸ ਸ਼ਹਿਰ ਦੇ ਵਿੱਚ ਆਟੋਮੈਟਿਕਲੀ ਨਿਊਜ਼ ਚੈਨਲਾਂ ਤੇ ਆ ਜਾਂਦਾ ਕਿ ਜਮਾਤੇ ਅਹਿਮਦੀਆ ਨੇ ਸਾਡੇ ਸਟੱਡ ਸ਼ਹਿਰ ਦੇ ਨਾਲ ਮਿਲ ਕੇ ਜਿਹੜਾ ਵੇ ਉਹ ਸ਼ਹਿਰ ਦੀ ਸਫਾਈ ਕੀਤੀ ਹੈ। ਇਹ ਇੰਟਰਨੈਟ ਤੇ ਆ ਜੇ ਦੀ ਖਬਰ? ਹਾਂਜੀ ਮੁਖਤਲਿਫ ਨਿਊਜ਼ ਚੈਨਲਾਂ ਤੇ ਵੀ ਆਉਂਦੀ ਹੈ। ਅਗਰ ਨਾ ਇਹ ਵਕਾਰੇ ਅਮਲ ਇੱਥੇ ਦਾ ਲੱਭ ਜੇ ਨਾ ਵੈਟੀਕਨ ਸਿਟੀ ਦਾ, ਤੇ ਉਹ ਮੈਨੂੰ ਜ਼ਰੂਰ ਪਲੀਜ਼ ਮੈਂ ਦੇਖਣਾ ਚਾਹੁੰਦਾ ਕਿ ਜਿਨ੍ਹਾਂ ਦੀ ਸਲੀਬ ਤੋੜਨੀ ਸੀ, ਜਿਨ੍ਹਾਂ ਦਾ ਖੁਦਾ ਮਾਰ ਦਿੱਤਾ ਬਕੌਲ ਮਿਰਜ਼ਾ ਸਾਹਿਬ ਦੇ, ਉਹਨਾਂ ਦਾ ਕੂੜਾ ਚੁੱਕਦਿਆਂ ਮੈਂ ਵੇਖਣਾ ਚਾਹੁੰਦਾ। ਇਹ ਬਸ ਆਪਣੀ ਅੱਖਾਂ ਨਹੀਂ ਅੱਛਾ ਬੁਰਾਈ ਕੀ ਹੈ ਕਿ ਕਿਸੇ ਦਾ ਖੁਦਾ ਮਾਰ ਦੇਣਾ, ਕਿਸੇ ਦੀ ਸਲੀਬ ਤੋੜ ਦੇਣੀ, ਔਰ ਇਹਦੇ ਨਾਲ ਇਹਦਾ ਤਲਕ ਕੀ ਹੈ? ਪਹਿਲਾਂ ਉਹਨਾਂ ਦਾ ਮਤਲਬ ਇੱਕ ਬੰਦਾ ਦਾਰਾ ਇਸਲਾਮ ਦੇ ਅੰਦਰ ਨਹੀਂ ਆਉਂਦਾ ਤਾਂ ਉਹਦੇ ਘਰ ਦੀ ਸਫਾਈ ਕਰਨਾ ਕੋਈ ਮੁਸ਼ਕਲ ਕੰਮ ਹੈ? ਮੈਂ ਕਹਿੰਦਾ ਇਹ ਤੇ ਅੱਛੀ ਗੱਲ ਹੈ, ਮਨਾਹੀ ਹੈ ਇਸਲਾਮ ਦੇ ਵਿੱਚ। ਤੁਹਾਡੇ ਇਸਲਾਮ ਚ ਮਨਾਹੀ ਹੋ ਸਕਦੀ ਹੈ, ਪਰ ਅਸੀਂ ਜਿਹੜੇ ਇਸਲਾਮ ਨੂੰ ਮੰਨਦੇ ਉਹ ਚ ਮਨਾਹੀ ਕੋਈ ਨਹੀਂ।
ਨਹੀਂ ਤੁਹਾਡੇ ਨਹੀਂ ਮਨਾਈ ਤੇ ਮੈਂ ਤਾਂ ਹੀ ਤਾਂ ਨਜ਼ਾਰਾ ਆਪਣੀ ਅੱਖਾਂ ਨਾਲ ਵੇਖਣਾ ਚਾਹਨਾ। ਜੀ ਅੱਖਾਂ ਨਾਲ ਬਿਲਕੁਲ ਤੁਸੀਂ ਬਿਲਕੁਲ ਪੂਰੇ ਯੂਰਪ 'ਚ ਜਿੱਥੇ ਹੋਣਾ ਨਾ ਉਹ ਸਾਰੇ ਬਾਜ਼ ਨਿਊਜ਼ ਚੈਨਲ ਉਹ ਜਿਹੜੇ ਉੱਥੇ ਆਉਂਦੇ ਨੇ ਉਹ ਬਾਜ਼ ਨਿਊਜ਼ ਚੈਨਲ ਵੀ ਵਿਖਾਉਂਦੇ ਨੇ ਤੇ ਉਸ ਤੋਂ ਇਲਾਵਾ ਅਖਬਾਰਾਂ ਵੀ ਭਰੀਆਂ ਹੁੰਦੀਆਂ ਨੇ। ਨਹੀਂ ਇੰਜ ਹੋ ਸਕੇ ਨਾ ਉੱਤੇ ਉਹ ਸਲੀਬ ਦੀ ਫੋਟੋ ਲੱਗੀ ਹੋਵੇ ਤੇ ਥੱਲੇ ਕੂੜਾ ਚੁੱਕਦੇ ਨਜ਼ਰ ਆ ਜਾਣ ਜਮਾਤ ਦੇ ਬੰਦੇ ਤੇ ਉਹ ਇਸ ਤਰ੍ਹਾਂ ਦੀ ਫੋਟੋ ਵੀਡੀਓ। ਇਹ ਗੱਲ ਠੀਕ ਹੈ ਤੁਹਾਡੀ ਕਿ ਉੱਤੇ ਸਲੀਬ ਲੱਗੀ ਹੋਏ ਤੇ ਥੱਲੇ ਜਮਾਤ ਵਾਲੇ ਸਫਾਈ ਕਰਦੇ ਹੋਣ ਤੇ ਉਹਦੇ ਨਾਲ ਇਹ ਹੁੰਦਾ ਹੈ ਕਿ 2-3 ਦਿਨ ਬਰਾੜ ਅੱਛੀ ਚੱਲ ਜਾਏਗੀ। ਤੇ ਅੱਲਾ ਕਰੇ ਜੀ ਤੁਹਾਡੀ ਇਹ ਵੀ ਖੁਆਇਸ਼ ਪੂਰੀ ਹੋ ਜੇ, ਇਹ 'ਚ ਵੀ ਕੋਈ ਹਰਜ ਨਹੀਂ ਕਿ ਉੱਤੇ ਸਲੀਬ ਹੋਵੇ ਤੇ ਥੱਲੇ ਜਮਾਤ ਅਹਿਮਦੀਆ ਦੇ ਲੋਕ ਉਹ ਸਲੀਬ ਦੇ ਥੱਲੇ ਸ਼ਰਾਬਾਂ ਪੀਂਦੇ ਹੋਣ, ਸਲੀਬ ਦੇ ਥੱਲੇ ਪਟਾਕੇ ਚਲਾਉਂਦੇ ਹੋਣ ਔਰ ਜਮਾਤ ਅਹਿਮਦੀਆ ਦੇ ਲੋਕ ਠੀਕ ਹੈ ਹਕੀਕੀ ਇਸਲਾਮ ਨੂੰ ਮੰਨਣ ਵਾਲੇ ਲੋਕ ਜਿਹੜੇ ਨੇ ਉਹ ਥੱਲੋਂ ਸਫਾਈ ਕਰਦੇ ਹੋਣ। ਬਿਲਕੁਲ ਤੁਹਾਨੂੰ ਤਸਵੀਰ ਨਜ਼ਰ ਆਉਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਅੱਲਾ ਕਰੇ, ਮੇਰੀ ਦੁਆ ਹੈ ਕਿ ਸਵੇਰੇ ਕਿਸੇ ਵੀ ਮੁਲਕ ਜਾਂ ਮੁਲਕ ਦੇ ਕਿਸੇ ਸ਼ਹਿਰ ਦੇ ਵਿੱਚ ਇਹੋ ਜਿਹੀ ਤੁਹਾਨੂੰ ਤਸਵੀਰ ਮਿਲ ਜੇ ਤਾਂ ਕਿ ਤੁਹਾਡੇ 2-3 ਦਿਨ ਬਰਾਡਾਂ ਅੱਛੀਆਂ ਚੱਲ ਸਕਣ। ਉਹ ਇਹਦੇ ਨਾਲ ਬਰਾੜ ਦਾ ਕੀ ਤਲਕ ਜੱਟ ਸਾਹਿਬ? ਤੁਸੀਂ ਤੇ ਗੁੱਸਾ ਪੇ ਕਰਦੇ ਨਹੀਂ ਮੈਂ ਗੁੱਸਾ ਅਮਨ ਨਜ਼ੀਰ ਸਾਹਿਬ ਨਹੀਂ ਕਰ ਰਿਹਾ, ਹੁਣ ਤੁਹਾਡਾ ਦਿਲ ਕਰ ਰਿਹਾ ਤੇ ਮੈਂ ਕਰ ਲੈਣਾ ਥੋੜਾ ਜਿਹਾ। ਨਹੀਂ ਕਹਿਣ ਦਾ ਮਕਸਦ ਕਿਉਂਕਿ ਹੁਣ ਤੁਹਾਨੂੰ ਲਾਜਵਾਬ ਹਰ ਗੱਲ ਤੇ ਮੈਂ ਕਰ ਰਿਹਾ ਤਾਂ ਫਿਰ ਤੁਹਾਨੂੰ ਲੱਗ ਰਿਹਾ ਕਿ ਹੁਣ ਮੈਂ ਬਾਰ-ਬਾਰ ਕਹਾਂ ਲਾਜਵਾਬ ਹੀ ਕੀਤਾ ਤੁਸੀਂ, ਕਿ ਮੈਂ ਇੱਕ ਦਿਨ ਨਹੀਂ ਮੁਕਰਮਲ ਕਰਦੇ ਆ। ਉਹ ਜਦੋਂ ਤੁਸੀਂ ਇੱਕ ਚੀਜ਼ ਦੇਖੀ ਨਹੀਂ ਸੁਣੀ ਸੁਣਾਈ ਬਾਤ ਖੁਦ ਦੇਖਣੇ ਕੇ ਬਰਾਬਰ ਨਹੀਂ, ਠੀਕ ਹੈ? ਅੱਛਾ ਤੇ ਤੁਸੀਂ ਉਸ ਚੀਜ਼ ਦੇ ਉੱਤੇ ਕਿਸ ਤਰ੍ਹਾਂ ਕਹਿ ਸਕਦੇ ਹੋ, ਬਿਆਨ ਕਿਸ ਤਰ੍ਹਾਂ ਦੇ ਸਕਦੇ ਹੋ? ਤੁਸੀਂ ਕੁੰਡਮ ਦਾ ਬਿਆਨ ਦੇ ਰਹੇ ਹੋ ਇੱਥੇ, ਉਹ ਕਿਸ ਤਰ੍ਹਾਂ ਦੇ ਸਕਦੇ ਹੋ? ਇੱਕ ਚੀਜ਼ ਤੁਸੀਂ ਖੁਦ ਨਹੀਂ ਵੇਖੀ। ਫਿਰ ਤੁਹਾਨੂੰ ਮੈਂ ਕਿਹਾ ਕਿ 18 ਸਾਲਾਂ 'ਚ ਤੁਸੀਂ ਕਿੰਨਾ ਹੀ ਕੁ ਦੇਖੇ ਨੇ ਕਿ ਲੋਕ ਜਿਹੜੇ ਨਾ ਸਰੇਆਮ ਹੈਪੀ ਨਿਊ ਈਅਰ ਵਾਲੇ ਦਿਨ ਇੱਕ ਦੂਜੇ ਨਾਲ ਜੁੜੇ ਨੇ ਜਨਾਬ ਬਾਹਰ। ਜ਼ਾਹਰੀ ਗੱਲ ਹੈ ਕਿ ਲੋਕ ਕਿਤੇ ਘਰਾਂ 'ਚ ਇਹ ਕੰਮ ਕਰਦੇ ਨੇ ਨਾ ਕਿ ਯੂਰਪ ਦੇ ਵਿੱਚ ਤੁਸੀਂ ਬਾਹਰ ਵੀ ਜੁੜਨਾ ਕਿਤੇ ਨੂੰ ਵੇਖ ਲਿਆ ਸੀ ਹੈ? ਯੂਰਪ 'ਚ ਬਾਹਰ ਜੁੜੇ ਵੀ ਕਦੇ ਦੇਖਿਆ ਜੇ ਲੋਕਾਂ ਨੂੰ ਬਾਹਰ ਰੋਡਾਂ ਉੱਤੇ? ਹਾਂ ਵੇਖਿਆ ਜੇ? ਹਾਂ ਆਪਣੀ ਅੱਖਾਂ ਨਾਲ ਵੇਖਿਆ। ਅੱਛਾ ਮੈਂ ਨਹੀਂ ਦੇਖਿਆ। ਮੈਂ ਤੁਹਾਨੂੰ ਜਗ੍ਹਾ ਦੱਸ ਦੇਣਾ, ਮੈਂ ਤੁਹਾਨੂੰ ਜਗ੍ਹਾ ਦੱਸ ਦੇਣਾ ਹੁਣੀ। ਮੈਂ ਨਹੀਂ ਉਹ ਜਗ੍ਹਾ ਦੇਖੀ। ਬੈਲਜੀਅਮ ਸ਼ਹਿਰ ਐਂਟਵਰਪਨ, ਉੱਥੇ ਗਰੂਨਪਲਾਟਸ ਵਾਲੀ ਸਾਈਡ ਤੇ ਜਾਈਏ ਨਾ। ਅੱਛਾ ਤੇ ਇਹ ਹੁਣ ਪੂਰੇ ਯੂਰਪ 'ਚ ਵੀ ਇਸ ਤਰ੍ਹਾਂ ਹੁੰਦਾ ਹੈ? ਨਹੀਂ ਮੈਨੂੰ ਸਾਰੇ ਸ਼ਹਿਰਾਂ ਦਾ ਨਹੀਂ ਪਤਾ ਉੱਥੇ, ਕਿਉਂਕਿ ਮੈਂ ਐਂਟਵਰਪਨ ਰਹਿੰਦਾ ਸੀ, ਵੱਡਾ ਸ਼ਹਿਰ ਸੀ। ਤੁਸੀਂ ਤਾਂ ਸਪੈਸ਼ਲ ਉਹ ਵੇਖਣ ਜਾਂਦੇ ਸੋ ਨਾ। ਗਰੂਨਪਲਾਟਸ ਵਾਲੇ ਸਾਈਡ ਤੇ ਜਾਓ। ਇਹ ਹੁਣ ਤੂੰ 5.5 ਘੰਟੇ ਬਾਅਦ 6:30 ਹੋਏ ਨੇ ਨਾ, 5.5 ਘੰਟੇ ਬਾਅਦ ਰੋਡ ਦੇ ਉੱਤੇ ਤੁਹਾਨੂੰ ਹਰ ਸ਼ੈ ਅਵੇਲੇਬਲ ਨਜ਼ਰ ਆ ਰਹੀ ਹੈ ਮੇਰੀ। ਅੱਛਾ ਤੇ ਉੱਥੋਂ ਹੀ ਉਹ ਕੂੜਾ ਉਹੋ ਹੀ ਸਾਰਾ ਕੂੜਾ ਸਵੇਰੇ ਜਮਾਤ ਅਹਿਮਦੀਆ ਦੇ ਲੋਕ ਚੁੱਕਦੇ ਹੋਣ ਤੇ ਉਹਨਾਂ ਦੀ ਵੀਡੀਓ ਜਾਂ ਅੱਛਾ ਕੀ ਮਤਲਬ? ਗੱਲ ਸੁਣੋ ਮੇਰੀ, ਇੱਕ ਸ਼ਹਿਰ ਹੋ ਗਿਆ ਠੀਕ ਹੈ ਤੁਹਾਡੇ ਬਕੌਲ, ਪੂਰੇ ਯੂਰਪ 'ਚ ਇਸ ਤਰ੍ਹਾਂ ਹੁੰਦਾ ਜੱਟ ਸਾਹਿਬ? ਮਾਹੌਲ ਤੇ ਸਾਰੇ ਪਾਸੇ ਇੱਕ ਹੀ ਹੈ ਨਾ। ਹੁਣ ਕਿੱਥੇ ਨਹੀਂ ਤੁਹਾਨੂੰ ਇਟਲੀ 'ਚ 18 ਸਾਲ ਹੋ ਗਏ ਨੇ, ਕਿੰਨੀ ਵਾਰੀ ਇਹ ਚੀਜ਼ ਦੇਖੀ ਜੇ? ਇਟਲੀ 'ਚ ਕੁਝ ਬਿਹਤਰ ਹੈ ਉਹਦੀ ਨਿਸਬਤ, ਕੁਝ ਬਿਹਤਰ ਨਹੀਂ। ਕੋਈ ਇੱਕ ਵਾਕਿਆ ਹਲਫਨ ਤੁਸੀਂ ਦੱਸੋ ਕਿ ਤੁਸੀਂ ਇੱਕ ਦਫਾ ਵੀ ਦੇਖਿਆ ਹੋਇਆ ਕਿ ਰੋਡ ਦੇ ਉੱਤੇ ਕੋਈ ਇਸ ਤਰ੍ਹਾਂ ਕੰਮ ਕਰ ਰਿਹਾ? ਹਾਂ ਇੱਕ ਦਫਾ ਨਹੀਂ ਕਈ ਦਫਾ ਦੇਖਿਆ। ਤੇ ਗੱਲ ਠੀਕ। ਅਸਤਗਫਿਰੁল্লাਹ ਰੱਬੀ ਮਿਨ ਕੁੱਲੀ ਜ਼ੰਬ। ਅੱਲਾ ਦੀ ਕਸਮ ਖਾ ਕੇ ਕਹਿ ਰਿਹਾ ਕਿ ਮੈਂ ਰੋਡ ਦੇ ਉੱਤੇ ਇਹ ਕੰਮ ਹੁੰਦੇ ਵੇਖੇ ਨੇ। ਇਹ ਮੈਂ ਜਿਹੜੀ ਫੈਕਟਰੀ 'ਚ ਕੰਮ ਕਰਦਾ ਸੀ ਨਾ ਪਹਿਲੇ, ਇਹ ਟਰੱਕ ਚਲਾਉਣ ਤੋਂ ਪਹਿਲੇ ਸਾਡੇ ਦਰਵਾਜ਼ੇ ਦੇ ਅੱਗੇ ਹੋਣ ਲੱਗਿਆ ਬਸ। ਉਹ ਮੈਂ ਮੇਰੇ ਨਾਲ ਮੁੰਡਾ ਸੀ ਗੈਬਰੀ ਤੇ ਉਹਨੂੰ ਮੈਂ ਰੋਜ਼ ਜਾਂਦਾ ਸੀ, ਮੈਂ ਕਿਹਾ ਕਿ ਗੰਦ ਪਿਆ ਬਾਹਰ। ਇਹ ਹੁੰਦਾ ਨਹੀਂ ਉਹ ਤਾਂ ਠੀਕ ਹੈ। ਤੁਸੀਂ ਫਿਰ ਤੁਹਾਨੂੰ ਜਿਸ ਤਰ੍ਹਾਂ ਦਾ ਇਨਸਾਨ ਹੋਏ, ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਜਾਣਦਾ, ਇਹਦੇ 'ਚ ਮੇਰਾ ਕਸੂਰ ਹੈ। ਖੁਦਾ ਦੀ ਕਸਮ ਮੈਂ ਅੱਜ ਤੱਕ ਮੈਂ ਮਤਲਬ ਯੂਰਪ ਤਕਰੀਬਨ ਕਾਫੀ ਮੁਲਕਾਂ 'ਚ ਰਿਹਾ ਹਾਂ ਨਾ, ਤੇ ਮੈਂ ਨਹੀਂ ਅੱਜ ਤੱਕ ਦੇਖਿਆ। ਔਰ ਤੁਹਾਡੇ ਬਕੌਲ ਹੁਣ ਤੁਸੀਂ ਕਹਿ ਰਹੇ ਕਿ ਇਟਲੀ 'ਚ ਵੀ ਮੈਂ ਵੇਖਿਆ ਔਰ ਬੈਲਜੀਅਮ 'ਚ ਵੀ ਦੇਖਿਆ ਨਾ, ਠੀਕ ਹੈ? ਤੇ ਉਹ ਸਰੇਆਮ ਹੀ ਜਨਾਬ ਜਿਹੜਾ ਨਾ ਇਹ ਕੰਮ ਹੋ ਰਿਹਾ ਹੁੰਦਾ ਸੀ। ਮੈਂ ਰਿਸਪੈਕਟ ਕਰਨਾ ਕਿ ਜੇ ਤੁਹਾਨੂੰ ਸ਼ੱਕ ਹੈ ਤੇ ਮੈਂ ਤੁਹਾਨੂੰ ਐਡਰੈਸ ਵੀ ਦੇ ਦਿੱਤਾ ਹੈ ਵੀ ਜਿਹੜਾ ਬੰਦਾ ਬੈਲਜੀਅਮ ਹੈ ਐਂਟਵਰਪਨ ਚਲਾ ਜਾਏ, ਗਰੂਨਪਲਾਟਸ ਵਾਲੀ ਸਾਈਡ ਤੇ ਚਲਾ ਜਾਏ, ਉੱਥੇ ਕਾਫੀ ਕਲੱਬ ਬਣੇ ਨੇ। ਤੇ ਇਹ ਹੁਣੇ ਤੋਂ 5.5 ਘੰਟੇ ਬਾਅਦ ਤੁਹਾਨੂੰ ਉੱਥੇ ਰੋਡ ਦੇ ਉੱਤੇ ਜਿਹੜਾ ਨਜ਼ਾਰਾ ਤੁਸੀਂ ਵੇਖੋਗੇ ਤੁਹਾਨੂੰ ਨਜ਼ਰ ਆ ਜਾਏਗਾ। ਨਾ ਨਜ਼ਰ ਆਇਆ ਤਾਂ ਮੈਨੂੰ ਜੁਰਮਾਨਾ ਕਰ ਲਿਓ। ਅਮਨ ਜੀ ਸਰ ਤੁਹਾਨੂੰ ਹਰ ਗੱਲ ਦਾ ਜਵਾਬ ਦੇ ਦਿੱਤਾ ਕਿ ਸਾਨੂੰ ਇਹਦੇ 'ਚ ਕੋਈ ਮਤਲਬ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਅਸੀਂ ਇਸ ਮੁਲਕ 'ਚ ਰਹਿੰਦੇ ਹਾਂ, ਇਹ ਸਾਡਾ ਘਰ ਹੈ, ਠੀਕ ਹੈ? ਜਿਸ ਸ਼ਹਿਰ 'ਚ ਅਸੀਂ ਰਹਿੰਦੇ ਹਾਂ ਸਾਨੂੰ ਕੋਈ ਮਸਲਾ ਨਹੀਂ ਹੈ। अस्सलाम वालेकुम आमर भाई, मैं मैनचेस्टर रहना वा। मैं कई दफा देखा वे पिछले 30 सालों तो, बल्कि हर वीकेंड दे ਇਹੋ ਜਿਹੇ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਤੇ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਸਵੇਰੇ ਭਾਵੇਂ ਇੱਕ ਵੀਡੀਓ ਤਾਂ ਵਿਖਾਣਾ
ਮੈਨਚੈਸਟਰ ਦੇ ਵਿੱਚ ਜਾ ਕੇ ਤੁਸੀਂ ਕਿਹਾ ਸਰੇਆਮ ਰੋਡ ਦੇ ਉੱਤੇ ਇਹ ਕੰਮ ਹੁੰਦਾ ਵੇ ਸਵੇਰੇ ਹਰ ਵੀਕਐਂਡ ਦੇ ਤੁਸੀਂ ਹਰ ਵੀਕ ਦੇ ਉੱਤੇ 4 ਵੀਡੀਓ ਤਾਂ ਬਣਾ ਸਕਦੇ ਹੋ ਨਾ। ਅਸੀਂ ਰੋਡ ਤੇ ਕੰਮ ਕਰਨੇ ਆ, ਅੱਜ ਵੀ ਰਾਤੀ ਕੰਮ ਹੀ ਕਰ ਰਹੇ ਹੋ। ਬਿਲਕੁਲ ਤੁਸੀਂ ਰੋਡ ਤੇ ਕੰਮ ਕਰ ਰਹੇ ਹੁੰਦੇ, ਲੋਕੀ ਆਪਣੇ ਘਰਾਂ 'ਚ ਕੰਮ ਕਰਦੇ ਨੇ। ਲੇਕਿਨ ਅਗਲੇ ਵੀਡੀਓ ਤਾਂ ਨਹੀਂ ਨਾ ਬਣਾਉਣ ਦਿੰਦੇ ਐ। ਤੁਹਾਨੂੰ ਪਤਾ ਹੈ ਤੇ ਕਿੰਨਾ ਬੜਾ ਜੁਰਮ ਹੈ ਕਿ ਵੀਡੀਓ ਬਣਾਓ। ਅਗਰ ਤੁਸੀਂ ਮਤਲਬ ਰੋਡ ਤੇ ਇੱਕ ਬੰਦਾ ਕਰ ਰਿਹਾ, ਪੂਰੀ ਦੁਨੀਆ ਨੂੰ ਵਿਖਾ ਰਿਹਾ ਹੈ ਕਿ ਯਾਰ ਵੀਡੀਓ ਨਹੀਂ ਮੈਂ ਬਣਾ ਸਕਦਾ, ਇਹ ਜੁਰਮ ਹੋ ਗਿਆ। ਔਰ ਵੇਖਣਾ ਅੱਛਾ ਇਸ ਤਰ੍ਹਾਂ ਕਰ ਲਓ, ਮੇਰੀ ਗੱਲ ਸੁਣੋ, ਬੱਚਿਆਂ ਲਈ ਗੱਲ ਨਹੀਂ ਇਸ ਤਰ੍ਹਾਂ ਕਰ ਉਹ ਲੈਣੇ ਬੱਚੇ ਤਾਂ ਤੁਸੀਂ ਹੋ ਨਾ, ਸਰਕਾਰ ਬੱਚੇ ਇਸ ਤਰ੍ਹਾਂ ਕਰ ਲੈਣੇ ਆ ਕਿ ਬਜਾਏ ਇਸ ਤੇ ਮੈਂ ਤੁਹਾਨੂੰ ਕਹਾਂਗਾ ਮੈਂ ਕਿਹਾ ਵੀ ਬਜਾਏ ਇਸ ਤੇ ਕਿ ਲਾਈਵ ਉਹ ਜਿਹੜੀ ਨਾ ਵੀਡੀਓ ਉਹ ਬਣਾਉਣ ਦੀ ਬਜਾਏ ਕੱਲ ਸਵੇਰ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਉਹ ਇਹੋ ਜੀ ਗੰਦਗੀ ਵਾਲੀ ਜਗ੍ਹਾ ਦੀਆਂ ਪਿਕਚਰਾਂ ਬਣਾ ਕੇ ਨਾ 5-7 ਮੈਨੂੰ ਘੱਲ ਦੇਣੀਆਂ ਨੇ। ਉਹ ਅਸੀਂ ਇੱਥੇ ਲਿਖ ਕੇ ਜੱਟ ਸਾਹਿਬ ਦੀ ਇਜਾਜ਼ਤ ਨਾਲ ਲਾ ਦੇਵਾਂਗੇ ਕਿ ਇਹ ਕੂੜਾ ਅੱਜ ਸਵੇਰ ਵਕਾਰੇ ਅਮਲ ਦੇ ਜ਼ਰੀਏ ਜਮਾਤ ਅਹਿਮਦੀਆ ਦੇ ਲੋਕਾਂ ਨੇ ਨਹੀਂ ਚੁੱਕਿਆ, ਇਹ ਚੁੱਕਣਾ ਚਾਹੀਦਾ। ਜੱਟ ਸਾਹਿਬ ਇਹਦੇ 'ਚ ਕੋਈ ਹਰਜ ਤਾਂ ਨਹੀਂ, ਕੋਈ ਨਾਰਾਜ਼ ਤਾਂ ਨਹੀਂ ਹੋਣ ਲੱਗੇਗਾ? ਅਗਰ ਦੇਖੋ ਤੁਹਾਨੂੰ ਬਰਾੜ ਚਲਾਉਣ ਵਾਸਤੇ ਮੌਜੂ ਚਾਹੀਦਾ, ਤੁਸੀਂ ਬਿਲਕੁਲ ਨਾ ਮੇਰੇ ਕਹਿਣ ਤੁਸੀਂ ਰੁਕਣਾ ਨਾ ਮੇਰੇ ਕਹਿਣ ਤੁਸੀਂ ਲਾਣੀ ਬਰਾੜ, ਸਹੀ ਹੈ? ਨਹੀਂ ਤੁਹਾਡੇ ਇਜਾਜ਼ਤ ਨਾਲ ਇਸ ਦਾ ਜਵਾਬ ਦੇ ਦਿੱਤਾ ਵੇ, ਜਵਾਬ ਦੇ ਦਿੱਤਾ ਵੇ। ਸ਼ਾਇਦ ਤੁਸੀਂ ਮੇਰੀ ਜਵਾਬ ਜਦੋਂ ਮੈਂ ਦੇ ਰਿਹਾ ਹੁੰਦਾ ਨਾ ਤੁਸੀਂ ਕੰਨ ਬੰਦ ਕਰ ਲੈਂਦੇ ਹੋ ਨਾ। ਤੁਹਾਨੂੰ ਮੈਂ ਦੱਸਿਆ ਕਿ ਮੈਂ ਜਦੋਂ ਆਇਆ ਸਾਂ ਇੱਕ ਛੋਟੇ ਜਿਹੇ ਕਸਬੇ 'ਚ ਰਹਿੰਦਾ ਸਾਂ ਤੇ ਜਮਾਤ ਸਾਡੀ ਜਿਹੜੀ ਸੀ ਉਹ 70 ਕਿਲੋਮੀਟਰ ਦੂਰ ਸੀ, ਠੀਕ ਹੈ? ਤੇ ਉਸ ਜਗ੍ਹਾ ਤੇ ਲੋਕ ਕਰਦੇ ਸਨ ਵਕਾਰੇ ਅਮਲ ਜੀ, ਕੂੜਾ ਚੁੱਕਦੇ ਸਨ ਪਹਿਲੀ ਜੀ ਕੂੜਾ ਚੁੱਕਦੇ ਸਨ, ਬਿਲਕੁਲ ਕੂੜਾ ਚੁੱਕਦੇ ਸਨ। ਅੱਗੇ ਦੱਸੋ ਜੀ। ਤੇ ਉਹ ਕਿਹੜੀ ਜਗ੍ਹਾ ਦੀ ਗੱਲ ਹੈ? ਜਰਮਨੀ ਦੀ? ਹਾਂਜੀ ਹਾਂ ਨਹੀਂ ਮੈਂ ਕਿਹਾ ਸਵੇਰੇ ਅਗਰ ਕੋਈ ਇਹੋ ਜਿਹੇ ਕਲੱਬਾਂ ਦੇ ਬਾਹਰ ਜਿੱਥੇ ਅੱਜ ਰਾਤ ਸ਼ਰਾਬ ਸ਼ਰੂਬ ਚੱਲਣੀ ਹੈ, ਗੰਦਮੰਦ ਚੱਲਣਾ ਹੈ, ਥੱਲੇ ਹੈ ਅਵੈਸ ਮੁਲਹਦ ਦੀ ਤਸਵੀਰ ਨਹੀਂ? ਪਤਾ ਨਹੀਂ ਕੌਣ ਸਾਹਿਬ ਨੇ। ਇਜਾਜ਼ ਸਾਹਿਬ ਕੀ ਗੱਲ ਹੈ ਜੀ, ਕਰਨੀ ਗੱਲ ਤੁਸੀਂ? अस्सलाम वालेकुम। मैं उसे कुत्ते ਦੀ ਤਸਵੀਰ ਲਾਈ, ਇਹ ਲਵ ਗੁਰੂ ਸੀ ਇਹਦਾ ਨਾਂ, ਇਹਦੀ ਆਈਡੀ ਦਾ ਪਹਿਲਾਂ, ਹੁਣ ਇਹਨੇ ਨਾਂ ਬਦਲਿਆ ਆਪਣਾ। ਅੱਛਾ ਇਹ ਉਹਨ ਕੁੱਤਾ ਟੰਗਿਆ ਮੈਂ ਆਪਣੀ ਆਈਡੀ ਤੇ। ਅੱਛਾ ਉਹਦੀ ਮੁਲਹਦ ਦੀ ਫੋਟੋ ਹੈ? ਚਲੋ ਕੋਈ ਗੱਲ। ਮੈਂ ਕਿਹਾ ਇਹ ਜੱਟ ਸਾਹਿਬ ਜਿਹੜਾ ਕਲੱਬਾਂ ਦੇ ਬਾਹਰ ਅੱਜ ਰਾਤੀ ਮਤਲਬ ਹੋਣਾ ਹੈ, ਰਾਤੀ ਕੰਮ ਹੋਣਾ ਹੈ, ਉੱਥੇ ਕਲੱਬਾਂ ਦੇ ਬਾਹਰ ਅਗਰ ਕੂੜਾ ਕੋਈ ਪਿਆ ਹੋਵੇ ਤਾਂ ਸਵੇਰ ਚੁੱਕਿਆ ਨਾ ਜਾਏ। ਕਿਸੇ ਵੱਡੇ 2-3 ਸ਼ਹਿਰ ਮੈਨਚੈਸਟਰ ਹੋ ਗਿਆ, ਐਂਟਵਰਪਨ ਹੋ ਗਿਆ ਬੈਲਜੀਅਮ ਦਾ, ਇੱਥੇ ਸਾਡੇ ਬ੍ਰੇਸ਼ੀਆ ਸਿਟੀ ਹੋ ਗਿਆ, ਮਿਲਾਨ ਹੋ ਗਿਆ। ਮੈਂਟੀ ਤੂੰ ਕਿਹੜੇ ਸ਼ਹਿਰ ਉੱਥੇ ਆਈ ਵੱਡਾ ਸ਼ਹਿਰ ਫਿਰੈਂਸੇ ਵਗੈਰਾ ਕੋਲ? ਅਗਰ ਉਹ ਨਹੀਂ ਹੁੰਦਾ WhatsApp ਤੇ ਤੁਹਾਨੂੰ ਦੱਸਾਂਗਾ ਮੈਂ ਇਹਨਾਂ ਦੇ ਬਿਲਕੁਲ ਕਰੀਬ ਹੋ ਸਕਿਆ ਵੀਡੀਓ ਬਣਾ ਦਾਂ। ਉਹ ਨਾਈਟ ਕਲੱਬ ਤੁਹਾਨੂੰ ਜਵਾਬ ਦੇ ਦਿੱਤਾ, ਫਿਰ ਬਾਰ-ਬਾਰ ਤੁਸੀਂ ਫਿਰ ਗੱਲ ਕਰ ਰਹੇ ਹੋ। ਮੈਂ ਤੁਹਾਨੂੰ ਜਵਾਬ ਦੇ ਦਿੱਤਾ, ਠੀਕ ਹੈ, ਕਿ ਇੱਕੋ ਜਗ੍ਹਾ ਤੇ ਜਾ ਕੇ ਉੱਥੇ ਅਸੀਂ ਅਸਲ ਇਸਲਾਮ ਦੀ ਇਹ ਤਬਲੀਗ ਦਾ ਇੱਕ ਮੌਕਾ ਹੁੰਦਾ ਹੈ ਕਿ ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਅਸੀਂ ਤੁਹਾਡੀ ਬਿਹਤਰੀਨ ਤਬਲੀਗ ਅਲਹਮਦੁਲਿਲਾ ਕਿ ਅਸੀਂ ਲੋਕਾਂ ਨੂੰ ਦੱਸਦੇ ਹਾਂ। ਅਮਨਦੀਪ ਸਾਹਿਬ ਠੀਕ ਹੈ ਫਿਰ ਯਾਰ, ਹੁਣ ਮੈਨੂੰ ਲੱਗਦਾ ਕਿ ਕੰਮ ਜਿਹੜਾ ਨਾ ਕੋਈ ਹੋਰ ਪਾਸੇ ਨਾ ਪਹੁੰਚੇ ਤੇ ਮੈਂ ਅੱਜ ਕੱਲ ਵੈਸੇ ਬੜਾ ਕੂਲ ਰਹਿਣਾ ਚਾਹ ਰਿਹਾ ਵਾ ਔਰ ਮੈਂ ਰਹਿਣਾ ਵੀ ਹਾਂ। ਹੁਣ ਕੋਸ਼ਿਸ਼ ਕਰਨਾ ਕਿ ਆਪਣੇ ਆਪ ਨੂੰ ਹਲੀਮੀ ਵਾਲੀ ਸਾਈਡ ਤੇ ਲੈ ਕੇ ਜਾਈਏ। ਜੀ ਮੈਂ ਕਹਿ ਰਿਹਾ ਵਾ ਇੱਕ ਫਿਰਕਾ ਸੀ ਪਾਕਿਸਤਾਨ ਦੇ ਵਿੱਚ ਜੱਟ ਸਾਹਿਬ, ਪਤਾ ਜੀ ਫਿਰਕਾ ਮਲਾਮਤੀ ਫਿਰਕਾ ਸੁਣਿਆ ਜੇ ਕੋਈ ਨਹੀਂ? ਨਹੀਂ ਮੈਂ ਨਹੀਂ ਸੁਣਿਆ। ਉਹ ਮਲਾਮਤੀ ਫਿਰਕਾ ਉਹ ਹੁੰਦਾ ਸੀ ਕਿ ਜਿਨ੍ਹਾਂ ਨੂੰ ਜਿੰਨੀ ਜ਼ਿਆਦਾ ਮਲਾਮਤ ਕੀਤੀ ਜਾਏ ਨਾ ਤੇ ਜਿੰਨਾ ਉਹਨਾਂ ਨੂੰ ਜ਼ਲੀਲ ਔਰ ਰੁਸਵਾ ਕੀਤੀ ਜਾਏ, ਉਹ ਕਹਿੰਦੇ ਨੇ ਇਹਦੇ ਨਾਲ ਮੈਂ ਮਰਦੀ ਹੈ, ਇਹਦੇ ਨਾਲ ਮੇਰੇ ਅੰਦਰੋਂ ਜਿਹੜੀ ਹੈ ਨਾ ਉਹ ਖਤਮ ਹੁੰਦਾ ਹੈ। ਜਿਸ ਤਰ੍ਹਾਂ ਕੂੜਾ ਚੁੱਕੋ, ਕੋਈ ਮਸਲਾ ਨਹੀਂ ਅਮਨ ਨਜ਼ੀਰ ਸਾਹਿਬ। ਦੇਖੋ ਤੁਹਾਡੀ ਜ਼ੁਬਾਨ ਹੈ ਨਾ, ਠੀਕ ਹੈ, ਉਹਨੂੰ ਖਾਰਿਸ਼ ਹੋ ਰਹੀ ਹੋਏ, ਠੀਕ ਹੈ, ਤਾਂ ਤੁਸੀਂ ਕੁਛ ਨਾ ਕੁਛ ਤੇ ਕਹਿਣਾ ਹੈ। ਮੈਂ ਉਹੀ ਕਹਿ ਰਿਹਾ ਹਾਂ। ਨਹੀਂ ਹੁਣ ਤੁਸੀਂ ਫਿਰ ਕਹਿਣਾ ਗੁੱਸਾ ਕਰ ਰਿਹਾ। ਵੇਖੋ ਕਿੱਡੇ ਆਰਾਮ ਨਾਲ ਮੈਂ ਤੁਹਾਨੂੰ ਗੱਲ ਕਰ ਰਿਹਾ। ਹੁਣ ਜ਼ੁਬਾਨ ਜਦੋਂ ਇਨਸਾਨ ਦੀ ਖਾਰਿਸ਼ ਕਰਦੀ ਹੋਵੇ ਨਾ, ਠੀਕ ਹੈ, ਤੇ ਫਿਰ ਜਿਹੜੀ ਮਰਜ਼ੀ ਗੱਲ ਨਾਲ ਜੋੜ ਲਵੋ। ਹੁਣ ਮੈਂ ਜੋੜਾਂਗਾ ਤੇ ਤੁਸੀਂ ਮੈਨੂੰ ਚੁੱਕ ਕੇ ਥੱਲੇ ਮਾਰ ਦੋਗੇ, ਠੀਕ ਹੈ,
ਫਿਰ ਤੁਹਾਡੇ ਕੋਲ ਨਹੀਂ, ਬਰਦਾਸ਼ਤ ਮੈਂ ਨਹੀਂ ਕੋਈ ਹੋਣਾ। ਗੱਲ ਗਲਤ ਨਹੀਂ ਜੋੜ ਮੈਂ ਕੋਈ ਨਹੀਂ ਨਹੀਂ, ਉਹੀ ਮੈਂ ਗੱਲ ਕਰ ਰਿਹਾ ਕਿ ਜ਼ਬਾਨ ਦੀ ਜਿਹੜੀ ਮੈਂ ਖਾਰਿਸ਼ ਤੇ ਹੈ ਨਾ, ਮਲਾਮਤੀ ਫਿਰਕੇ ਦੀ ਗੱਲ ਸੁਣਾਉਣ ਇਹ ਲੱਗਾ ਤਾਂ ਤੁਸੀਂ ਜ਼ਬਾਨ ਮੈਨੂੰ ਵੀ ਨਹੀਂ ਜਿਹੜੀ ਸੁਣਾ ਖਾਰਿਸ਼ ਹੈ ਨਾ, ਠੀਕ ਹੈ, ਜ਼ਬਾਨ ਦੀ ਜਿਹੜੀ ਖਾਰਿਸ਼ ਹੈ ਇਹ ਤੁਹਾਨੂੰ ਪਤਾ ਹੀ ਹੈ ਫਿਰ ਅੱਗੋਂ ਕੀ ਹੁੰਦਾ ਹੈ। ਔਰ ਜੱਟ ਤੁਹਾਨੂੰ ਸਾਹਿਬ, ਖਾਰਿਸ਼ ਹੋ ਮਲਾਮਤੀ ਰਹੀ ਹੈ। ਫਿਰਕੇ ਨਾਲ ਤੁਹਾਡਾ ਕੀ ਲੈਣ? ਤੁਸੀਂ ਵੀ ਮਲਾਮਤੀ ਫਿਰਕੇ ਚੋਂ ਹੋ। ਦੇਖੋ ਮਿਸਾਲ ਤੁਸੀਂ ਦੇ ਰਹੇ ਹੋ, ਮਿਸਾਲਾਂ ਮੈਨੂੰ ਵੀ ਬੜੀਆਂ ਦੇਣੀਆਂ ਹੁੰਦੀਆਂ ਨੇ। ਇੱਕ ਮਿਸਾਲ ਮੈਂ ਦੇਣੀ ਹੈ, ਤੁਸੀਂ ਮੈਨੂੰ ਥੱਲੇ ਲਾ ਦੇਣਾ। ਉਹ ਭਾਈਜਾਨ ਮੈਂ ਉਹੀ ਕਹਿ ਰਿਹਾ ਕਿ ਭਾਈ ਕੋਈ ਜਾਨ ਨਜਾਇਜ਼ ਮੈਂ ਲਫ਼ਜ਼ ਤੁਹਾਨੂੰ ਬੋਲ ਇੱਕ ਦਿੱਤਾ ਹੈ। ਮਿਸਾਲ ਦਿੱਤੀ ਨਾ, ਤੇ ਤੁਸੀਂ ਮੈਨੂੰ ਥੱਲੇ ਲਾ ਦੇਣਾ, ਤੇ ਮੈਂ ਨਹੀਂ ਚਾਹ ਰਿਹਾ ਕਿ ਮੈਂ ਕੋਈ ਮਿਸਾਲ ਦਵਾਂ। ਅੱਛਾ ਫਿਰ ਇਸ ਮੌਜੂ ਨੂੰ ਬੰਦ ਕਰ ਦਈਏ, ਇਹ ਹੁਕਮ ਹੈ ਨਹੀਂ 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 ਨਹੀਂ, ਮੌਜੂ ਲਾਓ, ਅੱਲਾ ਦੇ ਬੰਦੇ ਹੋ। ਮੈਂ ਤੇ ਹਮੇਸ਼ਾ ਇਹ ਕਹਿਣਾ, ਚਾਹੇ ਸਾਡੀ ਸਾਈਡ ਹੋ ਮੌਜੂ ਚਾਹੇ ਕੀ ਮੈਂ ਲਾਈਏ? ਹੋਵਾਂ। ਜੇ ਤੁਸੀਂ ਗੱਲ ਸੁਣ ਸੁਣ ਨਹੀਂ ਲਓ। ਸਕਦੇ, ਕਰ ਨਹੀਂ ਸਕਦੇ, ਨਹੀਂ, ਗੁੱਸਾ ਮੈਂ ਵੀ ਨਹੀਂ ਕਰਦੇ ਨਹੀਂ ਤਾਂ ਫਿਰ ਕੀ ਨਹੀਂ ਫਾਇਦਾ ਕਰਨਾ? ਨਹੀਂ, ਮੇਰੀ ਗੱਲ ਸੁਣ ਲਓ ਨਾ। ਮੈਂ ਇਹ ਕਹਿ ਰਿਹਾ, ਉਹ ਮੈਂ ਹੋਵਾਂ ਜਾਂ ਕੋਈ ਹੋਰ ਹੋਵੇ, ਜਮਾਤੇ ਅਹਿਮਦੀਆ ਦੇ ਬੰਦੇ ਹੋਣ ਜਾਂ ਤੁਹਾਡੀ ਸਾਈਡ ਤੇ ਹੋਣ, ਕੋਈ ਮੌਜੂ ਚਾਹੀਦਾ ਹੁੰਦਾ ਹੈ ਨਾ। ਜ਼ਾਹਿਰੀ ਗੱਲ ਹੈ, ਟਾਈਮ ਤੇ ਪਾਸ ਕਰਨਾ ਹੈ ਨਾ। ਜਿੰਨੀ ਦੇਰ ਘਰਾਂ 'ਚ ਬਾਲ ਬੱਚਿਆਂ ਕੋਲ ਨਹੀਂ ਪਹੁੰਚਣਾ ਬੰਦੇ ਨੇ, ਤਾਂ ਸਾਰੀ ਦਿਹਾੜੀ ਬਾਹਰ ਕੋਈ ਟੈਕਸੀ ਚਲਾਵੇ, ਟਰੱਕ ਚਲਾਵੇ, ਜਾਂ ਕੋਈ ਜੌਬ ਤੇ ਉਹਨੂੰ ਇੰਨਾ ਇਜਾਜ਼ਤ ਹੋਏ ਕਿ ਉਹ ਨਾਲ ਟਿਕਟੌਕ ਚਲਾ ਸਕੇ, ਤਾਂ ਉਹਨੇ ਆਪਣਾ ਟਾਈਮ ਤੇ ਪਾਸ ਕਰਨਾ ਹੁੰਦਾ ਹੈ, ਤੇ ਉਹਨੂੰ ਕੋਈ ਨਾ ਕੋਈ ਮੌਜੂ ਚਾਹੀਦਾ ਹੁੰਦਾ ਹੈ। ਔਰ ਤੁਹਾਨੂੰ ਵੀ ਮੌਜੂ ਚਾਹੀਦਾ ਇਸ ਟਾਈਮ ਜੱਟ ਸਾਹਿਬ ਤੁਸੀਂ ਜੀ। ਐਵੇਂ ਨਾਰਾਜ਼ ਔਰ ਹੋ। ਉਸੇ ਮੌਜੂ ਤੇ ਚਲੋ, ਤੁਸੀਂ ਅੱਜ ਰਾਤ ਚਲੋ ਲਾਓ। ਖਤਮ ਇੱਕ ਕਰ ਦੇਣਾ। ਗੱਲ ਸੁਣ ਲਓ, ਇੱਕ ਰਾਤ ਹੁਣ ਲਾਓ, ਠੀਕ ਹੈ, ਤੇ ਉਸ ਤੋਂ ਬਾਅਦ ਸਵੇਰ ਦੀ ਦਿਹਾੜੀ ਵੀ ਤੁਹਾਡੇ ਕੋਲ ਹੈ ਵੇ ਮੌਜੂ ਵਾਸਤੇ ਨਾ। ਫਿਰ ਅੱਲਾ ਖੈਰ ਕਰੇ, ਉਹਨੀ ਤੈਨੂੰ ਕੋਈ ਨਵਾਂ ਲੱਭ ਜਾਏਗਾ। ਟਾਈਮ ਜੋ ਪਾਸ ਕਰਨਾ ਹੋਇਆ। ਅੱਛਾ ਐਵੇਂ ਤੁਸੀਂ ਗੱਲ ਵਾਈਂਡ ਅਪ ਕਰ ਦਿੰਦੇ ਆ। ਨਹੀਂ ਨਹੀਂ ਨਹੀਂ, ਵਾਈਂਡ ਅਪ ਨਹੀਂ, ਇਹ ਨਾ ਤੁਸੀਂ ਲਾ ਕੇ ਰੱਖੋ। ਕੋਈ ਇਹਦੇ ਚ ਮੈਨੂੰ ਤੇ ਕੋਈ ਗੁੱਸਾ ਨਹੀਂ, ਮੈਨੂੰ ਤਾਂ ਅੱਛਾ ਲੱਗ ਰਿਹਾ ਕਿ ਮਾਸ਼ਾਅੱਲਾ ਸਾਡੇ ਛੋਟੇ ਛੋਟੇ ਮਾਸੂਮ ਬੱਚੇ ਵੀ ਜਾ ਕੇ ਜਿਹੜਾ ਨਾ ਉਹ ਸਫਾਈ ਦੇ ਵਿੱਚ ਸ਼ਾਮਲ ਨੇ। ਉਹ ਦੇਖੋ ਸਾਹਮਣੇ ਦੀ ਤਸਵੀਰਾਂ ਲਾਈਆਂ ਨੇ, ਠੀਕ ਹੈ। ਫਜ਼ਲਾ ਖਵਾਰ ਜਿਹੜੀ ਜਿਨ੍ਹਾਂ ਨੂੰ ਮਿਰਜ਼ਾ ਸਾਹਿਬ ਕਹਿੰਦੇ ਸੀ, ਉਹ ਜਿਨ੍ਹਾਂ ਨੂੰ ਕਿਹਾ ਨਾ, ਉਹ ਤੁਹਾਨੂੰ ਪਤਾ ਹੋਵੇ। ਔਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਤੋਹੀਨ ਕਰਦੇ ਸਨ, ਉਹਨਾਂ ਨੂੰ ਕਿਹਾ ਵੇ। ਅੱਛਾ, ਜਿਹੜੇ ਰਸੂਲੁੱਲਾਹ ਦੀ ਤੋਹੀਨ ਕਰਦੇ ਸਨ, ਉਹਨਾਂ ਨੂੰ ਇਹ ਮਿਰਜ਼ਾ ਸਾਹਿਬ ਨੇ ਲਿਖਿਆ ਫਜ਼ਲਾ ਜੀ ਜੀ, ਉਹਨਾਂ ਨੇ ਲਿਖਿਆ। ਅੱਛਾ ਅੱਛਾ, ਇਹ ਲਿਖਣਾ ਜਾਇਜ਼ ਹੈ ਕਿਸੇ ਕੌਮ ਦੇ ਬਾਰੇ? ਉਹ ਤੁਹਾਡੇ ਨਜ਼ਦੀਕ ਨਹੀਂ ਹੋਏਗਾ। ਮਤਲਬ ਪੂਰੀ ਉਸ ਕੌਮ ਦੇ ਬਾਰੇ, ਕ੍ਰਿਸਚੀਅਨ ਕਮਿਊਨਿਟੀ ਦੇ ਬਾਰੇ, ਮਸੀਹੀ ਬਰਾਦਰੀ ਦੇ ਬਾਰੇ ਤੁਹਾਨੂੰ ਹੁਣ ਕਹੋ ਨਾ ਕਿ ਆਲਾ ਹਜ਼ਰਤ ਨੇ ਫਤਵਾ ਲਾਇਆ, ਤੁਸੀਂ ਕੀ ਕਹਿੰਦੇ ਹੋ? ਸਾਰੇ ਭਾਬੀਆਂ ਤੇ ਨਹੀਂ ਲਾਇਆ, ਸਾਰੇ ਅਹਿਲ ਤਸ਼ੀਆਂ ਤੇ ਨਹੀਂ ਲਾਇਆ, ਠੀਕ ਹੈ। ਉਹ ਚੰਦ ਬੰਦੇ, ਹਾਲਾਂਕਿ ਉੱਥੇ ਕਿਸੇ ਬੰਦੇ ਦਾ ਜ਼ਿਕਰ ਨਹੀਂ ਹੈ। ਨਹੀਂ ਨਹੀਂ, ਕੀ ਕਹਿਣਾ ਪੈਂਦੇ ਹੋ? ਨਹੀਂ ਨਹੀਂ, ਸਾਰਿਆਂ ਭਾਬੀਆਂ ਤੇ ਸੁਣ ਲਓ ਕਿ ਜਿਹਦੇ ਚ ਉਹ ਕਾਇਦ ਪਾਏ ਜਾਣਗੇ ਉੱਤੇ ਫਤਵਾ ਲੱਗਦਾ ਹੈ। ਇਸ ਤਰ੍ਹਾਂ ਹੀ ਕਹਿੰਦੇ ਹੁੰਦੇ ਹੋ ਨਾ। ਹੁਣ ਇਹਦੇ ਵਿੱਚ ਇਸੇ ਭਾਰਤ ਦੇ ਵਿੱਚ ਤੁਸੀਂ ਸਾਰੇ ਸਾਈ ਸ਼ਾਮਲ ਕਰ ਲੈਣੇ, ਠੀਕ ਹੈ। ਤੇ ਇਹੀ ਹੁੰਦਾ ਹੈ ਕਿ ਅਲਫਾਜ਼ ਦੇ ਨਾਲ ਖੇਲਣਾ ਤੁਹਾਨੂੰ ਬੜੀ ਅੱਛਾ ਹੁੰਦਾ ਹੈ, ਇਹ ਚ ਕੋਈ ਸ਼ੱਕ ਨਹੀਂ ਹੈ, ਠੀਕ ਹੈ। ਹੁਣ ਇਹ ਚ ਤੁਸੀਂ ਸਾਰੇ ਸ਼ਾਮਲ ਕਰ ਲਓ, ਤੇ ਅਸੀਂ ਵੀ ਉਹ ਚੋਂ ਸਾਰੇ ਭਾਬੀ ਸ਼ਾਮਲ ਕਰ ਲੈਂਦੇ ਆ, ਸਾਰੇ ਅਹਿਲੇ ਹਦੀਸ ਸ਼ਾਮਲ ਕਰ ਲੈਂਦੇ ਆ। ਮੈਂ ਤੇ ਪਹਿਲਾਂ ਹੀ ਮੰਨਣਾ ਵੀ ਸਾਰੇ ਭਾਬੀਆਂ ਤੇ ਆਲਾ ਹਜ਼ਰਤ ਨੇ ਫਤਵਾ ਲਾਇਆ। ਹਾਂ, ਤੋਂ ਉਹਨਾਂ ਦੇ ਖੁਦਾ ਨੂੰ ਵੀ ਗਾਲਾਂ ਕੱਢੀਆਂ ਨੇ, ਠੀਕ ਹੈ ਨਾ। ਉਹ ਸਾਰੀਆਂ ਚੀਜ਼ਾਂ ਉਹ ਠੀਕ ਨੇ ਨਾ, ਉਹ ਠੀਕ ਕੀਤਾ ਨਾ। ਮੈਂ ਕਿਹਾ ਮੀਰ ਨਾਸਰ ਨਵਾਬ ਸਾਹਿਬ ਤੇ ਵੀ ਲਾਇਆ, ਉਹ ਜਿਹਦੇ ਤੇ ਵੀ ਲਾਇਆ, ਉਹ ਸਾਡੇ ਤੇ ਵੀ ਲਾਇਆ, ਠੀਕ। ਉਹ ਠੀਕ ਕੀਤਾ ਨਾ ਤੁਹਾਡੇ ਨਜ਼ਦੀਕ, ਸਾਰਿਆਂ ਭਾਬੀਆਂ ਤੇ ਉਹ ਠੀਕ ਕੀਤਾ ਨਾ। ਕਾਦੀਆਨੇ ਤੇ ਵੀ ਲਾਇਆ, ਮੈਂ ਕਹਿ ਰਿਹਾ ਉਹ ਠੀਕ ਕੀਤਾ ਨਾ ਉਹਨਾਂ ਨੇ। ਠੀਕ ਜਾਂ ਗਲਤ, ਲੇਕਿਨ ਉਹਨੂੰ ਮੰਨਣਾ ਤਾਂ ਪਏਗਾ ਕਿ ਲਾਇਆ ਉਹਨਾਂ ਨੇ। ਨਹੀਂ, ਉਹ ਤੁਸੀਂ ਠੀਕ ਕਹਿੰਦੇ ਹੋ ਨਾ ਉਹਨੂੰ ਹੁਣ ਕੱਢੀਏ ਕਿੰਜ ਵਿੱਚੋਂ? ਨਹੀਂ, ਉਹ ਠੀਕ ਹੈ, ਉਹਦੇ ਚ ਠੀਕ ਹੈ ਕਿ ਗਲਤ ਹੈ? ਚਲੋ ਇੰਨਾ ਕਹਿ ਦੋ ਕਿ ਉਹ ਗਲਤ ਨੇ। ਕੌਣ ਗਲਤ ਨੇ? ਇਮਾਮ ਆਲਾ ਹਜ਼ਰਤ ਨੇ ਜਿਹੜਾ ਖੁਦਾ ਨੂੰ ਗਾਲਾਂ ਕੱਢੀਆਂ ਨੂੰ ਗਲਤ ਕੀਤਾ ਹੈ, ਇਹਨਾਂ ਤੇ ਕਹਿ ਦੋ। ਨਹੀਂ ਨਹੀਂ, ਖੁਦਾ ਨੂੰ ਗਾਲਾਂ ਨਹੀਂ ਉਹਨਾਂ ਕੱਢੀਆਂ, ਨਹੀਂ ਕੱਢੀਆਂ ਉਹਨਾਂ ਨੇ। ਉਹਨਾਂ ਨੇ ਜੋ ਲਿਖਿਆ ਹੈ ਉਹ ਝੂਠੇ ਖੁਦਾ ਜਿਹੜੇ ਲੋਕ ਬਣਾ ਲੈਂਦੇ ਨੇ। ਤੇ ਕਿਆ ਉਹ ਇਸ ਤਰ੍ਹਾਂ ਦਾ ਤੁਹਾਡੇ ਅੰਦਰ ਕਾਇਦ ਹੈ ਸਨ ਅਹਿਲੇ ਹਦੀਸਾਂ ਦੇ ਅੰਦਰ? ਉਹਨਾਂ ਨੂੰ ਕੋਈ ਕਿਤਾਬਾਂ ਉਹਨਾਂ ਦੀਆਂ ਲੱਭੀਆਂ ਹੋਣੀਆਂ ਨੇ ਨਾ, ਮੰਨ ਨਹੀਂ ਪਤਾ ਅਹਿਲੇ ਹਦੀਸਾਂ ਤੇ ਇਹੋ ਜਿਹੀ ਕੋਈ ਗੱਲ ਕਹੀ ਜਾਂਦੀ ਹੈ। ਨਹੀਂ, ਤੁਸੀਂ ਕਹਿ ਰਹੇ ਹੋ ਨਾ ਕਿ ਲੋਕਾਂ ਦੇ ਅੰਦਰ ਉਹ ਪਾਇਆ ਜਾਂਦਾ ਸੀ, ਤਾਂ ਹੀ ਫਤਵਾ ਲਾਇਆ ਉਹਨਾਂ ਨੇ। ਇਹਦਾ ਮਤਲਬ ਇਹ ਵੇ ਕਿ ਤੁਹਾਡੇ ਚੋਂ ਤੁਸੀਂ ਜਿਹੜੇ ਨਾਲ ਅਲਫਾਜ਼ ਨੌਜ਼ੁਬਿਲਾ ਖੁਦਾ ਤਾਲਾ ਵਾਸਤੇ ਲਿਖੇ ਨੇ, ਉਹ ਉਸੇ ਸੇਮ ਖੁਦਾ ਨੂੰ ਲੋਕ ਮੰਨਦੇ ਸਨ? ਕਿਆ ਐਸਾ ਹੈ ਸੀ? ਮੈਂ ਉਸ ਦੌਰ 'ਚ ਨਹੀਂ ਹੋਇਆ, ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਹੜੀ ਕਿਤਾਬ। ਤੁਹਾਨੂੰ ਪਤਾ ਸਾਰਾ ਹੀ ਹੈ, ਪਤਾ। ਇਹ ਨਾ ਕਿਆ ਕਰੋ ਕਿ ਤੁਹਾਨੂੰ ਪਤਾ ਨਹੀਂ, ਤੁਸੀਂ ਗੱਲ ਨਹੀਂ ਕਰਨਾ ਚਾਹੁੰਦੇ। ਸੜੀ ਜੱਟ ਸਾਹਿਬ, ਮੈਂ ਕਸਮ ਚੁੱਕ ਸੜੀਏ ਕਿ ਮੈਨੂੰ ਨਹੀਂ ਪਤਾ ਉਹਨਾਂ ਕਿਹਦੀ ਕਿਤਾਬ 'ਚੋਂ ਕਿਹੜੀ ਇਬਾਰਤ। ਤਾਂ ਤੁਸੀਂ ਅੱਜ ਤੱਕ ਉਹਨੂੰ ਕਿਉਂ ਨਹੀਂ ਕੀਤਾ ਡਿਫੈਂਡ ਕਿ ਭਾਈ ਉਹ ਕਿਤਾਬ ਦਿਓ, ਹਵਾਲਾ ਦਿਓ, ਕਿੱਥੇ ਲਿਖਿਆ? ਤੁਸੀਂ ਕਹੋਗੇ ਹੁਣ ਮੈਨੂੰ ਲੋੜ ਨਹੀਂ।
ਮਤਲਬ ਲੋੜ ਨਹੀਂ ਨਾ ਤੁਸੀਂ ਤੁਹਾਨੂੰ, ਤੁਸੀਂ ਕਰ ਲਿਆ, ਤੁਹਾਨੂੰ ਲੋੜ ਨਹੀਂ। ਤੁਸੀਂ ਜਾ ਕੇ ਪੁੱਛਿਆ ਉਹਨਾਂ ਨੂੰ? ਕਿਹਨਾਂ ਨੂੰ? ਤੁਹਾਡੇ ਤੇ ਵੀ ਤਾਂ ਲੱਗਾ। ਅਸੀਂ ਤਾਂ ਜਵਾਬ ਦਿੱਤੇ ਨੇ ਨਾ। ਕੀ ਜਵਾਬ ਦਿੱਤੇ ਨੇ? ਕਿੱਥੇ ਨੇ ਉਹ ਜਵਾਬ? ਠੀਕ ਹੈ ਨਾ, ਅਸੀਂ ਤਾਂ ਜਵਾਬ ਦਿੱਤੇ ਨੇ ਨਾ। ਕਿੱਥੇ ਨੇ? ਇੱਕ ਵੀ ਨਹੀਂ ਜਵਾਬ ਦਿੱਤੇ। ਗਲਤ ਗੱਲ ਕਰ ਰਹੇ ਤੁਸੀਂ, ਕੋਈ ਜਵਾਬ ਨਹੀਂ ਦਿੱਤੇ। ਨਹੀਂ, ਸਾਡੇ ਬਾਰੇ ਚ ਇਮਾਮ ਵਾਲਾ ਹਜ਼ਰਤ ਨੇ ਲਿਖਿਆ ਨਹੀਂ ਨਾ ਸਾਡੇ ਖੁਦਾ ਦੇ ਬਾਰੇ। ਹਾਂ ਲਿਖਿਆ ਵਿਖਾਓ ਹਾਂ ਜ਼ਰਾ, ਕੋਈ ਵਾਲਾ ਦਿਓ ਹਾਂ। ਕਾਦੀਆਨੀ ਕੋਈ ਝੂਠੇ ਖੁਦਾ ਨਹੀਂ ਲਿਖਿਆ। ਨਹੀਂ, ਆ ਜਿਹੜਾ ਜੋ ਭਾਬੀਆਂ ਦੇ ਖੁਦਾ ਦੇ ਬਾਰੇ ਲਿਖਿਆ ਸਾਰਾ ਕੁਝ। ਭਾਬੀਆਂ ਦਾ ਵੀ ਲਿਖਿਆ, ਕਾਦੀਆਨੀ ਨਹੀਂ, ਭਾਬੀਆਂ ਦੇ ਬਾਰੇ ਜਿਹੜਾ ਖੁਦਾ ਜਿਹੜਾ ਮੁਕੰਨਸ ਹੈ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲਵਾਤਤ ਕਰਵਾਉਂਦਾ, ਉਹ ਸਾਰਿਆਂ ਦੇ ਖੁਦਾਵਾਂ ਦਾ ਲਿਖਿਆ। ਕਿਆ ਮਿਰਜ਼ਾ ਸਾਹਿਬ ਮੁਸਲਮਾਨ ਨਹੀਂ ਸਨ ਪਹਿਲਾਂ? ਯਾਰ ਹਮੇਦੀ ਤੈਨੂੰ ਨਹੀਂ ਪਤਾ ਤੇ ਤੂੰ ਵਿੱਚ ਜਿਹੜੇ ਸੁਸਰ ਨੇ ਉਹਨਾਂ ਦੇ ਬਾਰੇ ਵੀ ਲਿਖਿਆ, ਜਿਹੜੇ ਭਾਬੀ ਸਨ ਮੀਰ ਨਾਸਰ ਨਵਾਬਪੁਰੀ, ਆਪਣੀ ਵਾਰੀ ਆਏ ਤੇ ਉਹ ਕਹਿਣਾ ਕਿ ਨਹੀਂ 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 ਉਹ ਠੀਕ ਲਿਖਿਆ, ਠੀਕ ਤੇ ਗੱਲ ਵੀ ਨਹੀਂ ਹੁੰਦੀ। ਇਹ ਹੁੰਦਾ, ਇਹਨੂੰ ਕਹਿੰਦੇ ਨੇ ਦਜਲ ਕਰਨਾ। ਅਮਨਜੀਤ ਸਾਹਿਬ, ਮੈਂ ਇੱਕ ਆਖਰੀ ਗੱਲ ਪੁੱਛ ਕੇ ਤੇ ਵਾਈਂਡ ਅਪ ਕਰਦਾ। ਮੇਰੀ ਤੁਸੀਂ ਅਗਾਂ ਲੈ ਗਏ ਜੱਟ ਸਾਹਿਬ। ਮੈਂ ਪਿਆਨਾ ਇਹ ਜਿਹੜੀ ਇਬਾਰਤ ਇੱਕ ਵਾਰੀ ਆ ਤੇ ਥੋੜੀ ਜਿਹੀ ਪੜ੍ਹ ਕੇ ਸੁਣਾ ਦਿਓ। ਇਹਦਾ ਤੁਹਾਨੂੰ ਮੈਂ ਜਵਾਬ ਦੇ ਦਿੱਤਾ, ਇਹਦਾ ਜਵਾਬ ਦੇ ਦਿੱਤਾ ਤੁਹਾਨੂੰ। ਨਹੀਂ, ਜਵਾਬ ਤੇ ਮੈਂ ਮੰਗਿਆ ਹੀ ਨਹੀਂ, ਮੈਂ ਤਾਂ ਕਿ ਸਿਰਫ ਪੜ੍ਹ ਕੇ ਸੁਣਾ ਦਿਓ। ਤੁਸੀਂ ਪੜ੍ਹਦਾ, ਉਹਦਾ ਜਵਾਬ ਦੇ ਦਿੱਤਾ ਵੇ, ਕਾਫੀ ਹੈ। ਮੈਂ ਨਹੀਂ ਪੜ੍ਹਿਆ ਮੈਂ ਤਾਂ ਤੁਹਾਡੇ ਕੋਲ ਪੜਵਾਉਣਾ ਚਾਹੁੰਦਾ, ਜੇ ਇਜਾਜ਼ਤ ਦਿਓ। ਤੁਸੀਂ 10 ਵਾਰੀ ਇਹ ਪੜ੍ਹਿਆ ਵੇ, ਠੀਕ ਹੈ, ਤਕਰੀਬਨ ਜਦੋਂ ਦਾ ਮੈਂ ਤੁਹਾਡੀ ਬਾੜ ਸੁਣ ਰਿਹਾ। ਨਹੀਂ ਮੈਂ ਤਾਂ ਇੱਕ ਵਾਰੀ ਵੀ ਨਹੀਂ ਪੂਰਾ ਪੈਰਾ ਪੜਿਆ। ਹਾਂ, ਪੂਰਾ ਪੈਰਾ ਨਹੀਂ, ਜਿਹੜਾ ਮੇਨ ਲਫ਼ਜ਼ ਜਿਹਦਾ ਤੁਸੀਂ ਤੀਰ ਨੂੰ ਖਿੱਚਿਆ ਵੇ, ਕੁਰਾਨ ਸ਼ਰੀਫ ਕੇ ਇੱਥੋਂ ਸ਼ੁਰੂ ਕਰੋ ਨਾ, ਕੁਰਾਨ ਸ਼ਰੀਫ ਨਹੀਂ, ਕੇ ਬਾਅਦ ਜਦੋਂ ਤੁਸੀਂ ਖਿੱਚਿਆ ਵੇ, ਤੀਰ ਪੂਰਾ ਖਿੱਚਿਆ ਨਾ, ਉਹਦਾ ਤੁਹਾਨੂੰ ਮੈਂ ਜਵਾਬ ਦੇ ਦਿੱਤਾ ਕਿ ਤੁਹਾਡੇ ਕੋਲੋਂ ਪੁੱਛਿਆ ਜਾਵੇ। ਤੁਹਾਡੀ ਉਹੀ ਗੱਲ, ਤੁਸੀਂ ਆਪ ਇਹਦਾ ਜਵਾਬ ਦੇ ਦਿੱਤਾ ਹੈ ਕਿ ਹਾਂ ਸਾਡੀਆਂ ਕਿਤਾਬਾਂ ਨੇ ਲਿਖਿਆ ਸੀ, ਸਾਡੇ ਕਾਇਦੇ ਤੇ ਹੈ ਸਨ। ਤੁਸੀਂ ਗੱਲ ਮੰਨ ਵੀ ਗਏ ਹੋ। ਮੈਂ ਕਿਹਾ ਵੀ ਮੈਂ ਤੁਸੀਂ ਉਹ ਜਿਹੜੀ ਗੱਲ ਹੈ ਭਾਬੀਆਂ ਦੇ ਖੁਦਾ ਵਾਲੀ, ਉਹ ਤੁਸੀਂ ਮੰਨੇ ਹੋ ਕਿ ਹਾਂ ਉਸ ਟਾਈਮ ਚ ਕਿਤਾਬਾਂ 'ਚ ਲਿਖਿਆ ਹੋਏਗਾ, ਉਹਦੀ ਵਜ੍ਹਾ ਨਾਲ ਫਤਵਾ ਦਿੱਤਾ। ਫੇਰ ਤੁਹਾਨੂੰ ਮੈਂ ਪੁੱਛਿਆ, ਤੁਸੀਂ ਕਿਹਾ ਨਹੀਂ, ਇਸ ਤਰ੍ਹਾਂ ਦੇ ਨਾ ਕਰੋ। ਇਹ ਵੀ ਜਿਹੜਾ ਮਿਰਜ਼ਾ ਸਾਹਿਬ ਨੇ ਲਿਖਿਆ, ਉਹਨਾਂ ਨੇ ਵੀ ਕਿਤੇ ਵੇਖਿਆ ਉਹਨਾਂ ਨੂੰ ਫੁਜ਼ਲਾ ਖਾਂਦਿਆਂ? ਹਾਂਜੀ, ਇਹ ਜਿਹੜਾ ਫੁਜ਼ਲਾ ਖਵਾਰ ਦਾ ਕੀ ਮਤਲਬ ਹੁੰਦਾ ਕਿ ਫੁਜ਼ਲਾ ਖਾਣਾ? ਹਾਂ, ਕੀ ਇਹਦਾ ਇੱਕੋ ਹੀ ਮਾਨੀ ਹੈ? ਨਹੀਂ, ਕੀ ਸਹੀ ਹੈ? ਮੈਂ ਨਹੀਂ, ਇਹਦਾ ਇੱਕੋ ਹੀ ਮਾਨੀ ਹੈ। ਨਹੀਂ, ਦਜਲ ਤੇ ਨਾ ਕਰੋ ਹੁਣ। ਇਸ ਇਬਾਰਤ ਉੱਤੇ ਫੁਜ਼ਲਾ ਖਵਾਰ ਜਿਹੜਾ ਲਫ਼ਜ਼ ਹੈ, ਇਹਦਾ ਮਤਲਬ ਇਹ ਵੇ ਕਿ ਫੁਜ਼ਲਾ ਖਾਣਾ ਹੈ। ਜਿਹੜਾ ਸਹੀ ਮੈਂ ਨਾ ਉਹ ਕੀ ਉਹ ਦੱਸ। ਨਹੀਂ, ਤੁਸੀਂ ਜਿਹੜਾ ਮਤਲਬ ਹੁਣੀ ਲੋਕਾਂ ਦੇ ਅੱਗੇ ਪੇਸ਼ ਕਰ ਰਹੇ ਹੋ, ਇਹਦਾ ਇਹੀ ਮਤਲਬ ਹੈ। ਤੁਹਾਡੇ ਕੋਲ ਮੈਂ ਪੁੱਛ ਰਿਹਾ ਕਿਉਂਕਿ ਤੁਸੀਂ ਕਿਉਂਕਿ ਅਲਾਮਾ ਹੋ ਨਾ, ਮੈਂ ਤੇ ਅਲਾਮਾ ਨਹੀਂ ਆ। ਤੁਹਾਡੇ ਕੋਲ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਫੁਜ਼ਲਾ ਖਵਾਰ ਦਾ ਮਤਲਬ ਇਹ ਵੇ ਕਿ ਫੁਜ਼ਲਾ ਖਾਣਾ ਹੈ। ਹਾਂ, ਖਾਣਾ ਹੀ ਹੁੰਦਾ ਹੈ। ਕੱਢੋ ਹਾਂ ਜ਼ਰਾ, ਕਿਤੇ ਗੂਗਲ ਤੋਂ ਕੱਢੋ ਹਾਂ ਜ਼ਰਾ ਇਹਦਾ ਮਤਲਬ। ਇਹ ਮੇਰੇ ਸਾਹਮਣੇ ਗੂਗਲ ਖੁੱਲਿਆ। ਹਾਂਜੀ, ਇਹਦਾ ਇਹੀ ਮਤਲਬ ਹੈ ਸਿਰਫ ਕਿ ਫੁਜ਼ਲਾ ਖਾਣਾ ਨਾ। ਹਾਂ, ਹੋਰ ਕੋਈ ਮਤਲਬ? ਇਹ ਰੇਖਤਾ ਦੀ ਡਿਕਸ਼ਨਰੀ ਚ ਕੱਢ ਕੇ ਵੇਖ ਲੈਣੇ, ਇੱਕ ਮਿੰਟ ਖਲੋ ਜਾ। ਹੋਰ ਕੋਈ ਮੈਨਾਂ ਹੋਇਆ ਤੇ ਨਜ਼ਰ ਆ ਜਾਏਗਾ। ਹਾਂਜੀ, ਖਾਣੇ ਵਾਲੇ ਲਿਖੇ। ਹੋਰ ਕੋਈ ਮਤਲਬ ਨਹੀਂ ਇਹਦਾ ਨਿਕਲਦਾ? ਕੋਈ ਕੱਢੋ ਜੇ ਕੋਈ ਹੋਰ ਮੈਨਾਂ ਨਿਕਲਦਾ। ਨਹੀਂ, ਤੁਹਾਨੂੰ ਮੈਂ ਪੁੱਛ ਰਿਹਾ ਨਾ, ਤੁਸੀਂ ਪਹਿਲਾਂ ਜਵਾਬ ਦਿਓ ਨਾ, ਕਿਉਂਕਿ ਮੇਰੀ ਤੇ ਇਹਦੇ ਤੇ ਕੋਈ ਨਹੀਂ। ਫੁਜ਼ਲਾ ਖਵਾਰ ਦਾ ਮਾਨਾ ਫੁਜ਼ਲਾ ਖਾਣ ਵਾਲਾ ਲਿਖਿਆ। ਹਾਂ, ਤੇ ਕਿਹੜੇ ਮੈਨੇ ਚ ਇਸਤੇਮਾਲ, ਕੋਈ ਹੋਰ ਮੈਨੇ ਚ ਵੀ ਇਸਤੇਮਾਲ ਹੋ ਸਕਦਾ ਕਿ ਸਿਰਫ ਇਹੀ ਗੱਲ ਕਰਨੀ ਹੈ? ਅਗਰ ਕਿਸੇ ਹੋਰ ਮੈਨੇ ਚ ਇਸਤੇਮਾਲ ਹੁੰਦਾ ਹੈ ਜਾਂ ਮਿਰਜ਼ਾ ਹੁੰਦਾ ਹੈ ਜਾਂ ਨਹੀਂ ਹੁੰਦਾ? ਨਹੀਂ, ਮੇਰੇ ਇਲਮ ਚ ਤਾਂ ਨਹੀਂ ਹੈ। ਤੁਸੀਂ ਮੇਰੇ ਇਲਮ ਚ ਇਜ਼ਾਫਾ ਕਰ ਦਿਓ। ਉੱਥੇ ਖੋਲੋ ਨਾ, ਤੁਸੀਂ ਨਾਲ ਗੂਗਲ ਖੋਲੀ ਹੈ, ਪੁੱਛੋ ਹਾਂ ਵਾਲਾ। ਉੱਥੇ ਤੇ ਇਹੀ ਲਿਖਿਆ ਹੈ ਫੁਜ਼ਲਾ ਖਵਾਰ ਕੇ ਮਾਨੀ। ਮੈਂ ਪੁੱਛਿਆ ਤੇ ਉਹਨੇ ਆਖਿਆ ਫੁਜ਼ਲਾ ਖਾਣ ਵਾਲਾ। ਇਹ ਪੁੱਛੋ ਨਾ, ਲੱਗੂ ਹੋਰ ਪੁੱਛੋ ਨਾ, ਤਹਕੀਕ ਕਰੋ ਪੂਰੀ। ਮੈਂ ਉੱਤੇ ਚਲੋ, ਸ਼ਰਮਿੰਦਿਆਂ ਤਰ੍ਹਾਂ ਨਾ ਅਮਨਜੀਤ ਸਾਹਿਬ ਹੱਸਿਆ ਨਾ ਕਰੋ। ਫਿਰ ਵੇਖੋ ਗੱਲ ਕਰਦੇ ਹੋ ਵਿੱਚ ਤੁਸੀਂ ਜੋ ਸ਼ਰਮਿੰਦਿਆਂ ਤਰ੍ਹਾਂ ਹੱਸਣ ਦਾ ਪੈਂਦੇ ਹੋ, ਤੁਹਾਨੂੰ ਗੱਲ ਸਮਝਣੋ। ਕਿਹੜੀ ਜ਼ੁਬਾਨ ਦਾ ਲਫ਼ਜ਼ ਹੈ? ਓਏ ਇਜਾਜ਼ ਸਾਹਿਬ, ਤੁਸੀਂ ਤੇ ਖਲੋ ਜਾਓ। ਆਲਮ ਸਾਹਿਬ ਤੋਂ ਵੱਡੇ ਨਾ ਆਲਮ ਬਣੋ। ਹੈ ਅਮਨਜੀਤ ਸਾਹਿਬ, ਸ਼ਰਮਿੰਦਿਆਂ ਤਰ੍ਹਾਂ ਤੁਸੀਂ ਹੱਸਣ ਡਾ ਪੈਂਦੇ ਹੋ। ਜੇ ਤੁਹਾਨੂੰ ਗੱਲ ਸਮਝ ਆ ਜਾਂਦੀ ਫਿਰ ਤੁਸੀਂ ਹੱਸਣ ਡਾ ਪੈਂਦੇ ਹੋ। ਨਹੀਂ, ਮੈਨੂੰ ਹੋਰ ਕੋਈ ਮੈਨਾਂ ਨਹੀਂ ਆਉਂਦਾ ਤੇ ਮੈਂ ਉਹਦਾ ਕੀ ਮੈਨਾਂ ਕਰਾਂ? ਹੈ इंसानी नजासत खाने वाला, फिल्थ ईटर, स्कैवेंजर। है लिखा जी थले। और कुछ नहीं है ना? और मैंने तो कोई नजर ही पे आंदा।
ਚਲੋ ਇਹ ਤੇ ਮੈਂ ਕਰਕੇ ਤੇ ਫਿਰ ਤੁਹਾਨੂੰ ਦੱਸ ਦਿਆਂਗਾ। ਅਗਰ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਿ ਇਹ ਕਿਸੇ ਹੋਰ ਤਨਾਜ਼ਰ ਚ ਨਹੀਂ ਪੇਸ਼ ਹੈ, ਸਿਰਫ ਇਹਦੇ ਵਿੱਚ ਇਹੀ ਹੈ ਕਿ ਇਨਸਾਨ ਦਾ ਫਜ਼ਲਾ ਖਾਣ ਵਾਲੀ ਗੱਲ ਹੀ ਹੈ, ਤੇ ਮੇਰੀ ਕਿਉਂਕਿ ਤਹਿਕੀਕ ਨਹੀਂ, ਮੈਂ ਤੁਹਾਨੂੰ ਜਦੋਂ ਕਰਕੇ ਤੇ ਫਿਰ ਤੁਹਾਨੂੰ ਦੱਸ ਦਿਆਂਗਾ। ਇਹ ਤੁਹਾਡੇ 'ਚ ਬਹੁਤ ਵੱਡਾ ਪਨ ਹੈ ਕਿ ਜਿਹੜੀ ਗੱਲ 'ਚ ਤੁਹਾਡੀ ਤਹਿਕੀਕ ਨਾ ਆਵੇ ਤੁਸੀਂ ਕਹਿ ਦਿੰਦੇ ਹੋ ਕਿ ਇਹ ਮੈਂ ਤਹਿਕੀਕ ਕਰਕੇ ਦੱਸਾਂ ਨਾ, ਮੈਨੂੰ ਨਹੀਂ ਇਹਦਾ ਪਤਾ ਜੀ। ਇਹ ਵੱਡਾ ਪਨ ਹੁੰਦਾ ਹੈ। ਇਹ ਕਈ ਬੰਦੇ ਨੇ ਉਹ ਆਪ ਹੀ ਉਹ ਪੰਚਰ ਪੁੰਚਰ ਲਾਉਣ ਲੱਗ ਪੈਂਦੇ ਨੇ। ਨਹੀਂ ਪੈਂਚਰ ਦੀ ਜ਼ਰੂਰਤ ਨਹੀਂ ਹੈ ਨਾ, ਕਿਉਂਕਿ ਮੈਨੂੰ ਨਹੀਂ ਪਤਾ ਨਾ, ਮੈਂ ਕਿਉਂਕਿ ਅਲਾਮਾ ਨਹੀਂ ਹੈਗਾ ਨਾ। ਨਹੀਂ ਤੁਸੀਂ ਗੱਲ ਮੈਂ ਪਹਿਲਾਂ ਜੇ ਕਿਸੇ ਨੂੰ ਵੀ ਕੋਈ ਵੀ ਲਾਮਾ ਵੀ ਹੋਵੇ ਤਾਂ ਉਹਨੂੰ ਵੀ ਹਰ ਗੱਲ ਦਾ ਨਹੀਂ ਪਤਾ ਹੁੰਦਾ। ਇਹ ਕੋਈ ਅਕਲੇ ਕੁਲ ਤੇ ਕੋਈ ਵੀ ਨਹੀਂ ਨਾ ਇਨਸਾਨ ਹੁੰਦਾ। ਇਨਸਾਨ ਜਿਹੜਾ ਉਹਦਾ ਇੱਕ ਲਿਮਟ ਹੀ ਹੈ, ਉਹਦੇ ਇਲਮ ਦੀ, ਉਹਦੀ ਤਹਿਕੀਕ ਦੀ। ਤੇ ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ। ਇਹ देखो मैं तो पढ़ के सुना, कहते हैं कुरान शरीफ के बाद इशारात से नहायत सफाई के साथ मालूम होता है कि इंसान को खुदा बनाने के मौजूद पहले आर्यावर्त के बर्मन ही हैं, और फिर यही ख्यालात यूनानियों ने हिंदुओं से लिए। आखिर इस मकरू एतकाद में इन दोनों कौमों के फुजला ख्वार ईसाई बने। ਤੇ ਬੜਾ ਮਾੜਾ ਲਫ਼ਜ਼ ਹੈ। ਮੈਂ ਤੇ ਅੱਜ ਦਿਹਾੜੀ ਢੂੰਡਦਾ ਸਾਂ ਪਿਆ, ਉਹ ਤੁਹਾਡੇ ਰਾਜਾ ਸਾਹਿਬ ਨੇ ਰਾਤੀ ਆਖਿਆ ਵੀ ਅਸੀਂ ਸਿਰਫ ਕਸਰੇ ਸਲੀਬ ਦਾ ਹਜ਼ਰਤ ਸਾਹਿਬ ਨੇ ਕੀਦਾ ਦਿੱਤਾ। ਇਹ ਤੇ ਨਹੀਂ ਨਾ ਆਖਿਆ ਵੀ ਜਿਹੜੇ ਮਸੀਹੀ ਨੇ ਉਹਨਾਂ ਤੋਂ ਅਸੀਂ ਕੋਈ ਨਫ਼ਰਤ ਕਰਨੀ ਸ਼ੁਰੂ ਕਰ ਦਈਏ ਜਾਂ ਉਹਨਾਂ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਈਏ। ਤੇ ਉਹ ਫਿਰ ਮੈਂ ਵੇਖੇ ਨੇ ਹਵਾਲੇ ਤੇ ਮੈਂ ਕਿਹਾ ਲੈ ਬਾਈ ਇਹ ਤੇ ਅੰਤ ਪਾਇਆ ਮਿਰਜ਼ਾ ਸਾਹਿਬ ਨੇ ਇੱਥੇ, ਫੁਜ਼ਲਾ ख्वार। चलो ਹੁਣ ਫਜ਼ਲਾ ਚੁੱਕਣਾ ਦੀ ਨੌਬਤ ਆ ਗਈ ਉਹਨਾਂ ਦਾ ਹੀ। जो अमा मिली तो कहाँ मिली तेरे जुर्म खाना खराब को, मसीहियों के आके दरबार में हैं जी, उन्हीं के दरबार में उन्हीं का फजला उठाने के लिए। जी राजा साहब करो गल। मेरी तो जट साहब की गल मुकम्मल हो गई, हूँ जिन्हें करनी कर लो, लेकिन कोई माड़ी गल किसी ने करी। ਜੱਟ ਸਾਹਿਬ ਕੇ ਆਰਗੂ ਕਰ ਰਹੇ ਸਨ ਕਿ ਇੱਥੇ ਕੋਈ ਗਲਤ ਕੰਮ ਨਹੀਂ ਹੁੰਦਾ ਯੂਰਪ ਵਿੱਚ। ਨਹੀਂ ਰਾਜ ਸਾਹਿਬ ਮੈਂ ਨਹੀਂ ਸਹੀ ਗੱਲ ਕਰ ਰਿਹਾ। ਮੈਂ ਸਮਝ ਨਹੀਂ ਨਾ ਪੂਰੀ ਇਸ ਵਸਤੂ ਪਿੱਛੇ ਮੈਂ ਲੈਣਾ। ਨਹੀਂ ਮੈਂ ਕਹਿ ਰਿਹਾ ਸਾਂ ਕਿ ਮੈਨੂੰ ਕੋਈ 10-12 ਸਾਲ ਹੋ ਗਏ ਨੇ, ਮੈਂ ਨਹੀਂ ਅੱਜ ਤੱਕ ਨਾ ਕੋਈ ਰੋਡਾਂ ਦੇ ਉੱਤੇ ਲੋਕਾਂ ਨੂੰ ਨੰਗਿਆਂ ਜਿਹੜਾ ਨਾ ਸੈਕਸ ਕਰਦੇ ਨਹੀਂ ਦੇਖਿਆ। ਮੈਂ ਇਹ ਗੱਲ ਕਰ ਰਿਹਾ ਹਜੇ। ਕਿਸੇ ਪਾਰਕ 'ਚ ਵੀ ਨਹੀਂ ਦੇਖਿਆ? ਨਹੀਂ ਰੋਡਾਂ ਦੀ ਗੱਲ ਹੋ ਰਹੀ ਹੈ ਰਾਜਾ ਸਾਹਿਬ। ਪਾਰਕ ਵੀ ਤਾਂ ਪਬਲਿਕ ਪਲੇਸ ਹੈ ਨਾ। ਨਹੀਂ ਮੈਂ ਸ਼ਾਇਦ ਫਿਰ ਪਾਰਕ 'ਚੋਂ ਕਿਤੇ ਜਾਣਾ ਹੋਇਆ ਨਹੀਂ, ਕੋਈ ਰਾਤ ਦੇ ਟਾਈਮ ਤੇ ਸ਼ਾਇਦ ਇਸ ਵਾਸਤੇ ਹੋ ਸਕਦਾ, ਮੈਂ ਨਹੀਂ ਦੇਖਿਆ। ਰਾਤੀ ਲੇਟ ਵੀ ਕਦੇ ਬਾਹਰ ਨਹੀਂ ਨਿਕਲੇ ਤੁਸੀਂ? ਨਹੀਂ ਮੇਰਾ ਨਹੀਂ ਖਿਆਲ ਹੈ। ਠੀਕ ਹੈ, ਰੋਡ ਤੱਕ ਹੈ ਵੇ ਕਿ ਜਿਹੜਾ ਡਰਾਈਵ ਕਰਨੀ ਬਸ। ਹਾਂਜੀ ਤੇ ਇਹ ਕਿ ਬਾਕੀ ਜਿਹੜਾ ਉਹ ਕਹਿੰਦਾ ਕਿ ਰਾਤ ਦੇ ਟਾਈਮ ਮੈਂ ਜਾ ਕੇ ਸਪੈਸ਼ਲ ਉਹ ਚੀਜ਼ ਹੀ ਫਿਰ ਬੰਦਾ ਵੇਖਣ ਜਾਂਦਾ ਪਾਰਕ ਦੇ ਵਿੱਚ। ਤੇ ਪਾਰਕ ਦੇ ਵਿੱਚ ਵੀ ਜ਼ਾਹਰੀ ਗੱਲ ਹੈ ਕਿ ਉਹ ਅਗਰ ਉਹਨੇ ਦੇਖਿਆ ਤੇ ਜ਼ਾਹਰੀ ਗੱਲ ਉਹ ਦੇਖਣ ਹੀ ਗਿਆ ਉਹ ਚੀਜ਼, ਤੇ ਠੀਕ ਹੈ। ਅੱਛਾ ਤੇ ਇਹ ਜਮਾਤ ਦਾ ਕੰਮ ਅੱਛਾ ਮੈਂ ਸੋਰੀ ਰਾਜਾ ਸਾਹਿਬ, ਅਮਨਦੀਪ ਸਾਹਿਬ ਇਹਦਾ ਮੈਂ ਵੇਖਿਆ ਵੇ ਮਤਲਬ ਕਮੀਨਾ ਘਟੀਆ ਔਰ ਹੋਰ ਵੀ 3-4 ਮਤਲਬ ਆਏ ਨੇ। ਇਹਦਾ ਇਹ ਵੀ ਮਤਲਬ ਮੈਨੂੰ ਤਲਾਸ਼ ਮਕਾਮੇ ਮਦਾ ਚ ਬਿਆਨ ਕੀਤਾ ਗਿਆ ਯਾਰ। ਇੰਨਾ ਹੁਣ ਮੈਨੂੰ ਨਹੀਂ ਪਤਾ, ਤੁਸੀਂ ਹੁਣ ਅਲਫਾਜ਼ਾਂ ਨਾਲ ਮੈਂ ਤੁਹਾਨੂੰ ਕਿਹਾ ਨਾ ਤੁਸੀਂ ਖੇਡੋਗੇ ਨਾ, ਠੀਕ ਹੈ। ਹੁਣ ਇਹ ਜਿਹੜੇ ਮੈਂ ਮਤਲਬ ਦੱਸੇ ਨੇ ਇਹ ਵੀ ਤੇ ਉਹੀ ਦੱਸ ਰਹੀ, ਡਿਕਸ਼ਨਰੀ ਦੱਸ ਰਹੀ ਹੈ ਨਾ। ਨਹੀਂ ਮੈਂ ਕਿਹਾ ਉਹਦੇ ਚ ਕੋਈ ਮਾਨੀ ਐਸਾ ਹੈ ਜਿਹੜਾ ਤਾਰੀਫ ਵਿੱਚ ਆਇਆ ਹੋਵੇ, ਮਕਾਮੇ ਮਦਾ ਉਹਨੂੰ ਕਹਿੰਦੇ ਤਾਰੀਫ। ਨਹੀਂ ਤਾਰੀਫ ਤੇ ਹੋ ਨਹੀਂ ਰਹੀ ਨਾ। ਆਹੋ ਗਾਲੀਆਂ ਦਿੱਤੀਆਂ ਜਾ ਰਹੀਆਂ। ਚਲੋ ਤੁਸੀਂ, ਮੈਂ ਉਹੀ ਕਹਿ ਰਿਹਾ ਕਿ ਤੁਸੀਂ ਜਿਹੜਾ ਮਤਲਬ ਗਾਲੀਆਂ ਵਾਲਾ ਲੈਣਾ ਹੈ ਉਹ ਲੈ ਲਓ, ਕੋਈ ਮਸਲਾ ਨਹੀਂ। ਗਲਤ ਕਿਹਾ ਗਿਆ ਨਾ ਉਹਨਾਂ ਨੂੰ। ਫੁਜ਼ਲਾ ਖ਼ਵਾਰ ਮੇਰੇ ਨਜ਼ਦੀਕ ਜਿਹੜਾ ਲਫ਼ਜ਼ ਇਸਤੇਮਾਲ ਹੋਏਗਾ, ਠੀਕ ਹੈ, ਉਹਦਾ ਇਹੀ ਹੋਏਗਾ ਕਿ ਜਿਹੜਾ ਤੁਹਾਨੂੰ ਦੱਸੇ ਨੇ ਕਮੀਨੇ ਘਟੀਆ। ਜ਼ਾਹਰੀ ਗੱਲ ਹੈ ਜਿਹੜਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਚ ਕੋਈ ਕਹੇਗਾ ਤੇ ਫਿਰ ਉਹੀ ਹੋਏਗਾ ਨਾ। ਮਤਲਬ ਮਿਰਜ਼ਾ ਸਾਹਿਬ ਨੇ ਇਹ ਜਿਹੜਾ ਫੁਜ਼ਲਾ ਖ਼ਵਾਰ ਲਿਖਿਆ ਇਹਦਾ ਮਤਲਬ ਹੈ ਵੀ ਕਮੀਨੇ ਔਰ ਘਟੀਆ, ਇਹ ਕਹਿਣਾ ਚਾਹੁੰਦੇ ਹੋ? ਮੈਨੂੰ ਇਹੀ ਲੱਗਦਾ। ਮੈਂ ਆਪਣੀ ਜ਼ਾਤੀ ਰਾਏ ਦੇ ਰਿਹਾ, ਕਿਸੇ ਦੀ ਨਹੀਂ ਹੈ। ਮੈਂ ਆਪਣੀ ਸਮਝ ਦੇ ਮੁਤਾਬਕ ਇਹ ਗੱਲ ਸਮਝ ਰਿਹਾ।
ਇੱਕ ਤੇ ਇਹ ਬੜਾ ਖਤਰਾ ਹੈ, ਕੋਈ ਇਹੋ ਜਿਹੀ ਗੱਲ ਨਾ ਕਰ ਜਿਓ ਜਿਹੜੀ ਰਿਕਾਰਡ ਹੋ ਜਾਏ ਤੇ ਭਲਕੇ ਰੱਸਾ ਗੱਲ 'ਚ ਪਿਆ ਹੋਵੇ। ਮੈਂ ਨਹੀਂ ਚਾਹੁੰਦਾ ਕਿ ਮੇਰੀ ਵਜ੍ਹਾ ਨਾਲ ਤੁਸੀਂ ਇੱਕ ਦਿਨ ਹੋਰ ਬਾੜ ਲਾਓ ਬਾਰ-ਬਾਰ ਮੇਰੀ ਰਿਕਾਰਡਿੰਗ ਚਲਾ ਕੇ। ਨਹੀਂ ਤੁਸੀਂ ਮੁੜ ਕੇ ਫੜ ਕੇ ਰਿਕਾਰਡਿੰਗ ਲਾ ਕੇ ਪੂਰਾ ਦਿਨ ਤੁਹਾਡਾ ਇੱਕ ਦਿਨ ਜਿਹੜਾ ਨਾ, ਮੈਂ ਨਹੀਂ ਚਾਹੁੰਦਾ ਕਿ ਮੇਰੇ ਤੋਂ ਤੁਸੀਂ ਲਾਓ। ਤੁਹਾਡੇ ਮਤਲਬ ਕੋਈ ਬਰਾਡ ਕਦੇ ਨਹੀਂ ਲਾਈ ਪਹਿਲੇ। ਤੁਸੀਂ ਖੁਸ਼ ਰਹੋ, ਸਾਡੀ ਗੱਲਬਾਤ ਹੋ ਗਈ ਸੋਹਣੀ ਤੇ ਮੈਂ ਚਲੋ ਸਹੀ ਹੈ, ਠੀਕ ਹੈ ਅਮਨ ਨਜ਼ੀਰ ਸਾਹਿਬ ਲਗਾ ਤੇ ਬਾਕੀ ਰਾਜਵੇਦ ਭਾਈ ਬੈਠੇ ਹੋ। ਜੀ ਜੱਟ ਸਾਹਿਬ ਬਹੁਤ ਸ਼ੁਕਰੀਆ ਜੀ ਸਰ, ਬਹੁਤ ਸ਼ੁਕਰੀਆ ਤੁਹਾਡਾ ਵੀ ਜੀ ਜੀ। ਅੱਲਾ ਹਾਫਿਜ਼। ਓਕੇ ਜੀ। ਕੱਲ ਸਵੇਰ ਬਾਈ ਤੁਸੀਂ ਬਣਾਓ ਕੋਈ ਵੀਡੀਓ, ਕੋਈ ਪਿਕਚਰਾਂ ਜਿੱਥੇ ਜਿੱਥੇ ਇਹਨਾਂ ਨੇ ਕੂੜਾ ਨਾ ਚੁੱਕਿਆ ਹੋਵੇ, ਜਿਹੜੇ ਜਿਹੜੇ ਸ਼ਹਿਰ 'ਚ, ਉਹ ਮੈਨੂੰ ਘੱਲੋ ਜਾਂ ਇੱਥੇ ਟਿਕਟਾਕ ਦੀ ਬਰਾਡ ਸੁਬਾ ਇਸੇ ਮੌਜੂ 'ਤੇ ਲਾਂਗੇ ਇਨਸ਼ਾਅੱਲਾ ਕਿ ਇਸ ਜਗ੍ਹਾ ਦਾ ਕੂੜਾ ਨਹੀਂ ਚੁੱਕਿਆ ਜਮਾਤੇ ਅਹਿਮਦੀਆ ਦੇ ਲੋਕਾਂ ਨੇ। ਅਗਰ ਉਹਨਾਂ ਦੀ ਜਮਾਤ ਮੈਨਚੈਸਟਰ ਤਾਂ ਚੁੱਕਦਾ ਹੀ ਕੋਈ ਨਹੀਂ, ਛੋਟੀ ਹੋਏਗੀ ਨਾ ਜਮਾਤ, ਛੋਟੀ ਜਮਾਤ ਹੋਏਗੀ ਨਾ। ਨਹੀਂ, ਇੰਗਲੈਂਡ ਦਾ ਤੀਸਰੇ ਨੰਬਰ ਬੜਾ ਸ਼ਹਿਰ ਹੈ। ਸ਼ਹਿਰ ਤੇ ਬੜੇ ਨੇ, ਲੇਕਿਨ ਮੈਂ ਕਿਹਾ ਉਹਨਾਂ ਦੀ ਜਮਾਤ ਛੋਟੀ ਹੈ ਨਾ। ਵੱਡੇ ਸ਼ਹਿਰ ਤੇ ਛੋਟੀ ਜਿਹੀ ਕਮਿਊਨਿਟੀ ਨਹੀਂ ਹੋ ਸਕਦੀ। ਇੱਕ ਦੋ ਬੰਦਾ ਹੋਏਗਾ ਜੀ। ਇਟਲੀ ਦਾ ਖਿਆਲ ਕਰੋ, ਇੱਥੇ ਜਰਮਨੀ 'ਚ ਤੇ ਬੜੀ ਬਕਤਗੀ ਨਾਲ ਚੁੱਕਦੇ ਜੇ। ਹਾਂ, ਲੇਕਿਨ ਉਹ ਵੀ ਉਹਨਾਂ ਸ਼ਹਿਰਾਂ 'ਚ ਜਿੱਥੇ ਮਰਜ਼ਵਾੜਾ ਹੁੰਦਾ, ਦੂਜੇ ਸ਼ਹਿਰਾਂ 'ਚ ਨਹੀਂ। ਮੈਂ ਉਹੀ ਕਹਿਣਾ ਨਾ, ਜਿੱਥੇ ਮਰਜ਼ਵਾੜਾ ਵੀ ਮੌਜੂਦ ਹੈ ਤੇ ਜੋ ਉੱਥੇ ਉਹਨਾਂ ਨੇ ਨਹੀਂ ਚੁੱਕਿਆ ਤੇ ਉਹਦੀ ਵੱਡੇ ਪਿਕਚਰ ਬਣਾ ਕੇ ਤੇ ਇੱਥੇ ਬਰਾਡ ਤੇ ਲੈ ਆਵੇ ਤਾਂ ਕਿ ਅਸੀਂ ਇਹ ਲਾ ਦਈਏ ਬਈ ਇਹ ਫਲਾਣੀ ਜਗ੍ਹਾ, ਇਹ ਫਲਾਣੇ ਰੋਡ ਦੇ ਉੱਤੇ ਤੇ ਉੱਥੋਂ ਕੂੜਾ ਨਹੀਂ ਚੁੱਕਿਆ ਗਿਆ, ਵਕਾਰੇ ਅਮਲ ਨਹੀਂ ਕੀਤਾ ਗਿਆ। ਇਹਦੇ 'ਚ ਕੀ ਹਰਜ ਹੈ? ਅਮਰ ਭਾਈ ਇਹ ਆਪਣਾ ਗਰੁੱਪ ਫੋਟੋ ਬਣਾਇਆ ਹੈ ਤੇ ਨੈਕਸਟ ਡੇ ਫਿਰ ਨਿਊਜ਼ਪੇਪਰ ਵਿੱਚ ਵੀ ਆਉਂਦਾ ਹੋਣਾ ਹੈ। ਉਹਦੇ ਨੇ ਸਾਡੇ ਟੀਵੀ ਤੇ ਆਉਂਦਾ ਹੈ। ਇਹ ਕਾਦੀਆਨੀ ਟੀਵੀ ਤੇ ਹੀ ਆਉਂਦਾ, ਹੋਰ ਕਿਸੇ ਦੇ ਤੇ ਨਹੀਂ ਆਉਂਦਾ। ਉਹ ਆਉਂਦੇ ਨੇ ਸਾਡੇ ਟੀਵੀ ਚੈਨਲ ਤੇ ਆਉਂਦੀ ਖਬਰ ਬਈ ਇਹ ਕੂੜਾ ਇੱਥੋਂ ਤੋਂ ਚੁੱਕਿਆ ਅੱਜ ਰਾਤੀ। ਇਸ ਦਾ ਮਤਲਬ ਕੱਲ ਐਮਟੀ ਤੱਕਣਾ ਪੈਸੇ ਫਿਰ ਹੈ। ਚੈੱਕ ਕਰੋ ਕਿੱਥੋਂ ਕਿੱਥੋਂ ਕੂੜਾ ਚੁੱਕਿਆ ਨੇ। ਜ਼ਾਹਿਰ ਮੌਲਵੀ ਉਹ ਤੁਸੀਂ ਹੀ ਵੇਖਣਾ, ਉਹ ਚੈਨਲ ਤੇ ਕਾਦੀਆਨੀ ਆਪ ਵਹਿੰਦੇ ਹੀ ਨਹੀਂ। ਲੋਕਲ ਨਿਊਜ਼ਪੇਪਰ ਜਿਹੜੇ ਨੇ ਨਾ, ਉਹ ਰਾਜੂ ਰਾਕਟ ਸਾਹਿਬ ਕਹਿ ਰਹੇ ਨੇ ਉਹਨਾਂ ਤੇ ਆਉਂਦਾ। ਲੋਕਲ ਨਿਊਜ਼ਪੇਪਰ ਚੈੱਕ ਕਰ ਲਓ। ਤੇ ਲੋਕਲ ਨਿਊਜ਼ਪੇਪਰ ਇੱਥੇ ਆਉਂਦਾ ਹੀ ਹਫਤੇ ਬਾਅਦ। ਇਹ ਗੁਜਰਾਂ ਨੂੰ ਇਹ ਗੱਲ ਭੁੱਲ ਜਾਣੀ। ਨਹੀਂ, ਦਿੱਲੀ ਵੀ ਹੁੰਦਾ ਲੋਕਲ ਨਿਊਜ਼ਪੇਪਰ, ਦਿੱਲੀ ਵਾਲੇ ਵੀ ਆ। ਕੱਲ ਗਜ਼ਟ ਵੀ ਕੱਢ ਸਨ, ਗਜ਼ਟ ਹੀ ਹਫਤੇ ਬਾਅਦ ਹੀ ਜੇ ਇਹ ਗਜ਼ਟ ਵਿੱਚ ਆ ਸੀ ਜੀ। ਇਹ ਕੰਮ ਕਰਕੇ ਆਪਣਾ ਸੌਫਟ ਚਿਹਰਾ ਦੱਸਦੇ ਨੇ ਵੀ ਅਸੀਂ ਬੜੇ ਪੀਸਫੁਲ ਕਮਿਊਨਿਟੀ ਹਾਂ ਤੇ ਬੜੇ ਅੱਛੇ ਕੰਮ ਕਰ ਰਹੇ ਹਾਂ। ਗੋਰਿਆਂ ਦੇ ਏਰੀਏ 'ਚ ਨਾ ਇਹਨਾਂ ਨੇ ਆਪਣਾ ਉਹ ਜਮਾਤਖਾਨਾ ਖੋਲਿਆ ਨਾ, ਤੇ ਮੈਂ ਗੁਜ਼ਰਿਆ, ਮੈਂ ਕਿਹਾ ਇਹ ਤੇ ਗੋਰਿਆਂ ਦਾ ਇਲਾਕਾ ਹੈ ਤੇ ਇੱਕ ਸਾਂਵਲਾ ਜਿਹਾ ਇੱਕ ਕੋਈ ਲੱਗ ਰਿਹਾ ਸੀ। ਮੈਂ ਕਿਹਾ ਇਹ ਤੇ ਕੋਈ ਏਸ਼ੀਅਨ ਲੱਗ ਰਿਹਾ, ਤੇ ਉਸਨੇ ਬਿਨ ਬੈਗ ਹੱਥ ਚੁੱਕਿਆ ਤੇ ਨਾਲ ਚਿਮਟਾ ਜਿਹਾ ਜਿਸ ਨਾਲ ਓੜਾ ਨਹੀਂ ਆਪਣਾ ਉਹ ਗ੍ਰੈਬਰ ਜਿਹਾ ਜਿਹੜਾ ਉਹ ਚੁੱਕਿਆ, ਤੇ ਮੈਂ ਕਿਹਾ ਇਹ ਕੋਈ ਓਪਰਾ ਬੰਦਾ ਹੈ। ਤੇ ਨਾਲ ਹੀ ਮੈਂ ਕੋਨਾ ਫਿਰਿਆ ਤੇ ਇੱਕ ਹੋਰ ਵੀ ਬੰਦਾ, ਮੈਂ ਆਖਿਆ ਵਾਹ ਜੀ ਵਾਹ, ਇਹ ਮੇਰੇ ਖਿਆਲ ਜਿਹੜਾ ਇਹ ਜਮਾਤਖਾਨਾ ਨਵਾਂ ਖੋਲਿਆ ਮਿਰਜ਼ਾਈਆਂ ਨੇ ਉਸ ਤੋਂ। ਤੇ ਮੈਂ ਫਿਰ ਜ਼ਾਹਿਰ ਹੈ ਉਹ ਮੌਜੂ ਸਾਡਾ ਇਹ ਹੈ, ਤੇ ਮੈਂ ਗੱਡੀ ਥੋੜੀ ਜਿਹੀ ਮੱਠੀ ਕਰਕੇ ਇਹਨਾਂ ਤੋਂ ਕੋਲ ਖੜੀ ਕਰ ਲਈ ਤੇ ਗੱਲਬਾਤ ਕੀਤੀ। ਤਾਂ ਇਹ ਜੀ ਮੈਂ ਅਹਿਮਦੀ ਮੁਸਲਿਮ ਤੇ ਇਹ ਨਵੀਂ ਜਗ੍ਹਾ ਅਸਾਂ ਖੋਲੀ ਹੈ, ਤੇ ਮੈਂ ਕਿਹਾ ਕੀ ਹੋ ਰਿਹਾ? ਤਾਂ ਇਹ ਜੀ ਬਸ ਇਹ ਵੀਕਐਂਡ ਹੈ ਸੈਟਰਡੇ, ਤੇ ਇਹ ਥੋੜਾ ਜਿਹਾ ਕਮਿਊਨਿਟੀ 'ਚ ਨਾ ਸਫਾਈ ਸੁਥਰਾਈ ਕਰ ਰਹੇ ਹਾਂ। ਇਹ ਬਰਮਿੰਗਮ ਜਾਂ ਤੁਹਾਡੇ ਸ਼ਹਿਰ? ਜੀ ਬਰਮਿੰਗਮ ਦਾ ਕੋਈ ਇਲਾਕਾ ਹੈ ਜੀ। ਅੱਛਾ, ਉਸ ਤੋਂ ਦੂਰ ਨਹੀਂ, ਅੱਗੇ ਪਿੱਛੇ ਕਰੇ। ਅੱਛਾ। ਰਾਜਾ ਸਾਹਿਬ, ਤੁਸੀਂ ਵੀ ਇੰਗਲੈਂਡ 'ਚ ਰਹਿੰਦੇ ਹੋ ਤੇ ਕਦੇ ਧਿਆਨ ਕੀਤਾ ਜੇ ਕਿ ਇਹ ਬਿਲਕੁਲ ਤਰੀਕਾਕਾਰ ਯਹੂਦੀਆਂ ਦਾ, ਇਹਨਾਂ ਨੂੰ ਇੰਪ੍ਰੈਸ ਕਰਨ ਵਾਸਤੇ ਇਸੇ ਤਰ੍ਹਾਂ ਦੇ ਹੀ ਕੰਮ ਯਹੂਦੀ ਵੀ ਕਰਦੇ ਨੇ। ਜੀ ਸਹੀ ਹੈ। ਔਰ ट्रैफिक लाइट खराब हुई है, उत्थे खलो के ट्रैफिक ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦੇ। ਮਤਲਬ ਕਿ ਕਮਿਊਨਿਟੀ ਦੇ ਉੱਤੇ ਜਿਹੜਾ ਨਾ ਇਹ ਥੋੜਾ ਸਾਰਾ ਆਪਣਾ ਸ਼ੋਅ ਕਰਾਉਂਦੇ ਨੇ ਕਿ ਅਸੀਂ ਬਹੁਤ ਮੁਅੱਜ਼ਜ਼ ਹਾਂ। ਇੱਕ ਹੋਰ ਵੀ ਕੰਮ ਕਰਨ ਨਾ, ਟ੍ਰੈਫਿਕ ਲਾਟਾਂ 'ਚ ਖਲੋ ਕੇ ਤੇ ਲੋਕਾਂ ਦੀ ਗੱਡੀਆਂ ਦੇ ਸ਼ੀਸ਼ੇ ਵੀ ਸਾਫ਼ ਕਰਿਆ ਕਰ। ਹਾਂਜੀ ਬਿਲਕੁਲ। ਹਾਂ,
ਕਿਉਂਕਿ ਕਿਸੇ ਦੇ ਕੋਈ ਧੂੜ ਪਈ ਹੋਵੇ ਸ਼ੀਸ਼ੇ ਤੇ, ਚਲੋ ਸਾਫ਼ ਹੋ ਜਾਏ ਤਾਂ ਕਿ ਐਕਸੀਡੈਂਟ ਨਾ ਹੋ। ਪੈਟਰੋਲ ਪੰਪ ਤੇ ਈਜ਼ੀ ਹੋ ਸਕਦਾ ਹੈ। ਮੈਨੂੰ ਲੱਗਦਾ ਕਿ ਜਿਹੜਾ ਨਾ ਇਹਨਾਂ ਨੇ ਜਿਹੜਾ ਤਰੀਕਾ ਹੈ ਨਾ, ਇਹ ਯਹੂਦੀਆਂ ਕੋਲੋਂ ਡਾਕ ਤਰੀਕਾ ਹੈ ਇੱਥੇ ਤੇ ਉਹਨਾਂ ਦਾ ਵੀ ਇਹੀ ਤਰੀਕਾ ਹੈ ਜਿਹੜਾ ਨਾ, ਇਹ ਆਪਣਾ ਜਿਸ ਕਮਿਊਨਿਟੀ 'ਚ ਰਹਿੰਦੇ ਨੇ ਨਾ, ਫਰਜ਼ ਕੀਤਾ ਉਹਨਾਂ ਲੰਡਨ ਦੇ ਵਿੱਚ ਉਹ ਆਪਣਾ ਕਲਿਫਟਨ ਵਾਲੇ ਪਾਸੇ ਰਹਿੰਦੇ ਨੇ, ਤੇ ਉੱਥੇ ਉਹਨਾਂ ਦਾ ਇਹੀ ਤਰੀਕਾ ਕਾਰ ਹੈ। ਟ੍ਰੈਫਿਕ ਲਾਈਟ ਖਰਾਬ ਹੋ ਗਈ ਹੈ, ਉੱਥੇ ਖਲੋ ਗਏ ਨੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ, ਸਹੀ ਹੈ, ਦੁਨੀਆ ਨੂੰ ਦੱਸਣ ਦੇ ਕਿ ਅਸੀਂ ਬਹੁਤ ਹੀ ਅੱਛੇ ਬੰਦੇ ਹਾਂ, ਅਸੀਂ ਅੱਛੀ ਕਮਿਊਨਿਟੀ ਹਾਂ। ਤੇ ਇਹ ਮੈਨੂੰ ਲੱਗਦਾ ਹੈ ਕਿ ਉਹਨਾਂ ਤੋਂ ਬਿਲਕੁਲ ਜਿਸ ਤੁਸੀਂ ਕਹਿ ਰਹੇ ਹੋ ਨਾ, ਇਹ ਕੂੜਾ ਚੁੱਕਦੇ ਨੇ ਪਿਆ ਕਰਦੇ ਨੇ, ਪਿਓ ਕਰਦੇ ਨੇ, ਮੈਨੂੰ ਜਿਹੜਾ ਦੇਖ ਕੇ ਜਿਹੜਾ ਮਹਿਸੂਸ ਹੋਇਆ ਕਿ ਇਹ ਬਿਲਕੁਲ ਉਹੀ ਤਰੀਕੇ ਨਾਲ ਕੰਮ ਕਰ ਰਹੇ ਨੇ। ਲੇਕਿਨ ਪਿੰਡਮ ਤੇ ਨਾ ਚੁੱਕਣ ਲੱਗ ਪੈਂਦੇ ਕਿਉਂ ਰਾਜਾ ਸਾਹਿਬ? ਜਿਹੜਾ ਤੁਸੀਂ ਜਿਸ ਏਰੀਆ 'ਚ ਰਹਿੰਦੇ, ਇੱਕ ਸੈਕਿੰਡ ਮੇਰੀ ਗੱਲ ਸੁਣ ਲਓ ਸਾਰੇ। ਅਗਰ ਦੁਬਾਰਾ ਕੋਈ ਇੰਜ ਜੱਟ ਜੇ ਦਾ ਬੰਦਾ ਆਏ ਨਾ ਤੇ ਆਖੇ ਯੂਰਪ 'ਚ ਇੰਜ ਨਹੀਂ ਹੁੰਦਾ, ਓਪਨ ਨਹੀਂ ਹੁੰਦਾ ਜੀ, ਇੰਜ ਨਹੀਂ ਹੁੰਦਾ, ਤੁਸੀਂ ਯਕੀਨ ਕਰੋ ਗ੍ਰੀਸ ਯੂਨਾਨ ਮੁਲਕ ਜਿਹੜਾ, ਉੱਥੇ ਅਗਲੇ ਬੱਸ ਸਟੈਂਡ ਢਾਲਾ, ਉੱਥੇ ਇੰਜ ਦਾ ਹੋ ਹੀ ਨਹੀਂ ਸਕਦਾ। ਬੱਸ ਸਟੈਂਡ ਦੇ ਉੱਤੇ ਲੱਗੇ ਹੁੰਦੇ ਨੇ ਇੱਕ ਦੂਜੇ ਨਾਲ, ਔਰ ਬਿਲਕੁਲ ਓਪਨ, ਔਰ ਉਹ ਵੀ ਨਹੀਂ ਕੋਈ ਵਿਲੇਜ ਸੀ, ਮੇਨ ਸਿਟੀ ਦੇ ਵਿੱਚ, ਅਮੋਨੀਆ ਦੇ ਵਿੱਚ ਨਹੀਂ। ਅਮੂਮਨ ਮੈਂ ਤੁਹਾਨੂੰ ਦੱਸਦਾ ਕਿ ਹੁੰਦਾ ਹੈ ਕਿ ਜਿਹੜੇ ਤੁਸੀਂ ਜਿੱਥੇ ਤੁਸੀਂ ਰਹਿੰਦੇ ਹੋ ਨਾ, ਜਿਸ ਇਲਾਕੇ ਵਿੱਚ, ਆਪਣੇ ਏਰੀਏ ਵਿੱਚ ਤੁਸੀਂ ਕੋਈ ਸਫਾਈ ਸੁਥਰਾਈ ਨੂੰ ਪ੍ਰਮੋਟ ਕਰਦੇ ਹੋ, ਕੋਈ ਗੱਲ ਕਰਦੇ ਹੋ, ਤੇ ਇੱਕ ਅਲੱਗ ਚੀਜ਼ ਹੈ। ਹੁਣ ਇੱਕ ਸ਼ਹਿਰ ਵਿੱਚ ਅੱਜ ਪੂਰੀ ਰਾਤ ਉੱਥੇ ਸ਼ਰਾਬ ਤੇ ਗੰਦ ਚਲਸੀ, ਉਹ ਸਿਟੀ ਕਾਉਂਸਲ ਦੀ ਜੌਬ ਹੈ, ਉਹ ਮਤਲਬ ਹੈ ਕਿ ਤੁਸੀਂ ਕਾਉਂਸਲ ਟੈਕਸ, ਲੋਕਲ ਟੈਕਸ ਇਸੇ ਵਾਸਤੇ ਦਿੰਦੇ ਹੋ ਕਿ ਉਹ ਕਰਨ, ਤੇ ਇਹਨਾਂ ਜਾ ਕੇ ਤਾਂ ਆਪਣਾ ਮਰਜ਼ਈਅਤ ਹੈ ਜਿਹੜੀ ਉਹ ਪ੍ਰਮੋਟ ਕਰਨੀ ਸ਼ੁਰੂ ਕਰ ਦਿੰਦੇ ਨੇ। ਯਹੂਦੀ ਵੀ ਉਹ ਸ਼ਹਿਰਾਂ ਵਿੱਚ ਜਾ ਕੇ ਨਹੀਂ ਕਰਦੇ, ਉਹ ਵੀ ਆਪਣੇ ਇਲਾਕੇ ਵਿੱਚ, ਪ੍ਰੈਸਟਵਿਚ ਏਰੀਆ ਹੈ ਮੈਨਚੈਸਟਰ ਵਿੱਚ, ਯਹੂਦੀਆਂ ਦਾ ਇਲਾਕਾ, ਉਹ ਆਪਣੇ ਇਲਾਕੇ 'ਚ ਕੋਈ ਵੀ ਕੰਮ ਕਰਦੇ ਨੇ। ਉਹ ਸਿਟੀ ਮੈਨਚੈਸਟਰ ਸਿਟੀ ਸੈਂਟਰ ਜਾ ਕੇ ਨਹੀਂ ਕਰਦੇ ਇਸ ਤਰ੍ਹਾਂ ਦੇ ਕੰਮ। ਇਹਨਾਂ ਤਾਂ ਇੱਕ ਉਹ ਆਪਣੇ ਦਾ ਦੇਖੋ, ਨਾ ਇਹਨਾਂ ਦੀ ਕੋਈ ਗੱਲ ਸੁਣਦਾ, ਨਾ ਹੀ ਇਹਨਾਂ ਦੀ ਕੋਈ ਤਬਲੀਗ ਸੁਣਦਾ, ਨਾ ਹੀ ਇਹਨਾਂ ਕੋ ਇਹ ਆਪਣੀ ਗੱਲ ਨੂੰ ਜਸਟੀਫਾਈ ਕਰ ਸਕਦੇ ਨੇ, ਨਏ ਬੰਦੇ ਹੈਗੇ। ਫਿਰ ਇਹਨਾਂ ਇਸ ਤਰ੍ਹਾਂ ਦੇ ਹਥਕੰਡੇ ਨੇ ਜਿਹੜੇ ਉਹ ਇਸਤੇਮਾਲ ਕਰਕੇ ਇਹ ਆਪਣੀ ਤਵੱਜੋ ਲਾਉਂਦੇ ਨੇ। ਹੋ ਸਕਦਾ ਇਹਨਾਂ ਦਿਨਾਂ ਦੇ ਉੱਤੇ ਉਹ ਗੁਬਾਰੇ ਜੇ ਬੜੇ ਡਿੱਗੇ ਹੁੰਦੇ ਨੇ, ਆਂਦੇ ਹੋਣ ਤੇ ਫ੍ਰੀ ਲੱਭ ਜਾਂਦੇ ਨੇ, ਉਹ ਚੁੱਕਣ ਜਾਂਦੇ ਹੋਣ। ਨਹੀਂ ਫਿਰ ਉਹ ਵੀ ਤਾਂ ਸਫਾਈ ਕਰਨੇ, ਉਹ ਵੀ ਤਾਂ ਚੁੱਕਣੇ ਪੈਂਦੇ ਨਾ ਵਿੱਚ ਜੀ, ਉਹ ਤਾਂ ਚੁੱਕਣੇ ਨਾ। ਇਹ ਹੀ ਤੇ ਰਾਜਾ ਸਾਹਿਬ ਮੇਨ ਇਸ਼ੂ ਸੀ ਨਾ, ਜਿਸ ਟਾਈਮ ਅਮਰ ਭਾਈ ਨੇ ਸ਼ੁਰੂ ਕੀਤੀ ਇਹ ਗੱਲ, ਤੇ ਉਹ ਆਂਦੇ ਨੇ ਭਾਈ ਇਹ ਮਤਲਬ ਇਰਫਾਨ ਜੱਟ ਦੀ ਕਿੱਥੇ ਡਿਊਟੀ ਹੈ ਸਾਰਿਆਂ ਦੀ, ਇਹ ਦੱਸੋ ਮਤਲਬ ਕਿਹੜਾ ਕੰਮ ਸ਼ੁਰੂ ਆਪਣਾ ਦੱਸੋ ਭਾਈ, ਕਿਹੜਾ ਜਰਮਨੀ 'ਚ ਹੋ ਰਹਿੰਦਾ ਨੇ ਸਟਰਾਸੇ, ਕਿਹੜੇ ਵਿੱਚ ਤੁਸੀਂ ਜਾ ਕੇ ਤੇ ਕਰਨਾ?